ਵਾਹਿਗੁਰੂ ਜੀ ਫਤਿਹ ਜੀ। ਬਹੁਤ ਵਧੀਆ ਲੱਗੇ ਜੀ ਕਲਾਸ, ਅਤੇ ਬਹੁਤ ਬਹੁਤ ਧੰਨਵਾਦ ਭਾਈ ਰਾਮ ਸਿੰਘ ਹੋਣਾ ਦਾ, ਜੋ ਬਹੁਤ ਵਧੀਆ ਉਪਰਾਲਾ ਕਰ ਰਹੇ ਆ, ਜਿੱਥੇ ਸਾਨੂੰ ਵੱਡਿਆਂ ਨੂੰ ਸਿਖਲਾ ਰਹੇ, ਨਾਲ ਬੱਚਿਆਂ ਦੀਆਂ ਕਲਾਸਾਂ ਲੈ ਰਹੇ ਹੈ। ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ, ਕਹਿੰਦੇ ਬਹੁਤ ਵਧੀਆ ਲੱਗਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਮੇਸ਼ਾ ਹੀ ਤਰ੍ਹਾਂ ਪਿਛਲੀ ਵਾਰੀ ਵੀ ਕਾਫੀ ਚੰਗਾ ਲੱਗਿਆ। ਈਵਨ ਬੱਚੇ ਵੀ ਕਹਿੰਦੇ ਅਸੀਂ ਕਲਾਸ 'ਚ ਬੈਠਣਾ ਹੈਗਾ। ਆਪਾਂ ਸਾਰੇ ਬੈਠ ਕੇ ਇੱਕ ਸੁਣ ਰਹੇ ਸੀਗੇ, ਐਂਡ ਪਤਾ ਹੀ ਨਹੀਂ ਚੱਲਿਆ ਕਿ ਟਾਈਮ ਖਤਮ ਹੋ ਰਿਹਾ। ਏਦਾਂ ਸੀਗਾ ਕਿ ਆਪਾਂ ਚੱਲਦੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਸਾਨੂੰ ਬੁੜਿਆਂ ਨੂੰ ਪੜ੍ਹਾਉਣ ਲੱਗ ਪਏ। ਵਾਹਿਗੁਰੂ ਵਾਹਿਗੁਰੂ ਦੀ ਵਾਹਿਗੁਰੂ, ਆਪਾਂ ਸਾਰੇ ਹੀ ਸਿੱਖ ਰਹੇ ਹਾਂ ਜੀ। ਨਾਲ ਸਾਨੂੰ ਵੀ ਕੁਝ ਮਿਲਿਆ, ਬਹੁਤ ਕਿਰਪਾ। ਅਸੀਂ ਤਾਂ ਪਹਿਲਾਂ ਹੀ ਤੁਹਾਡੇ ऋणी ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਸਾਨੂੰ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ। ਬੱਚੇ ਵੀ ਕੋਲੇ ਬੈਠ ਕੇ ਬਹੁਤ ਜ਼ਿਆਦਾ, ਮੇਰੇ ਨੂੰ ਵੀ ਜ਼ਿਆਦਾ ਬੱਚੇ ਲਰਨ ਕਰਦੇ ਆ। ਸ਼ੁਕਰ ਜੀ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਸ਼ੁਕਰ ਜੀ, ਥੈਂਕਸ ਵੀਰ ਜੀ, ਤੁਹਾਡਾ ਧੰਨਵਾਦ ਤੁਹਾਡਾ ਜੀ। ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਕਾਲ ਜੀ। ਮੈਂ ਤਾਂ ਕਹਿੰਦਾ ਕਿਰਪਾ ਹੋਈ ਆ ਜੀ, ਉਡੀਕਦੇ ਅਸੀਂ ਲੱਭੀ ਜਾਂਦੇ ਸੀ, ਕਦੇ ਕਿਤੋਂ ਕਦੇ ਕਿਤੋਂ, ਤੇ ਉਹ ਬਸ ਮੇਰੇ ਮੈਡਮ ਨਵਲੀਨ ਜੀ ਕਹਿੰਦੇ ਇੱਥੋਂ ਰਾਜੋ ਕਲਾਸ ਜੁਆਇਨ ਕਰਾ ਦਈਏ, ਤੇ ਗੁਰੂ ਦੀ ਕਿਰਪਾ ਹੋ ਗਈ ਜੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਮਹਾਰਾਜ ਜੀ। ਮੈਨੂੰ ਬਹੁਤ ਚੰਗਾ ਲੱਗਾ, ਜਿੱਦਾਂ ਕਿ ਤੁਸੀਂ ਹੌਲੀ ਹੌਲੀ ਟੌਪਿਕ ਲੈ ਕੇ ਜਿੱਦਾਂ ਆਰਾਧਨਾ ਦਾ ਮਤਲਬ ਦੱਸਿਆ, ਇਹ ਸਾਨੂੰ ਭੁੱਲਣਾ ਨਹੀਂ। ਵਾਹਿਗੁਰੂ। ਦੂਸਰਾ, ਤੁਸੀਂ ਜਿਹੜਾ ਨਾਲ ਗੁਰਬਾਣੀ ਨੂੰ ਸ਼ੁਰੂ ਕੀਤਾ, ਸਿਹਾਰੀ ਆਉਂਦੀ ਆ, ਉਹਦਾ ਕਿੱਥੋਂ ਆਈ, ਕਿੱਦਾਂ ਉਹਦਾ ਅਸੀਂ ਉਚਾਰਨ ਕਰਨਾ ਜਾਂ ਅੱਧ ਕਿੱਥੇ ਲਾਉਣਾ, ਇਹ ਹੌਲੀ ਹੌਲੀ ਵਿਚਾਰ ਜਿਹੜੀ ਜਿੱਦਾਂ ਤੁਸੀਂ ਬਿਲਡ ਸਲੋਲੀ ਕਰਦੇ ਆ, ਮੈਨੂੰ ਇਹਦੇ ਲਈ ਬਹੁਤ ਤੁਹਾਡਾ ऋणी ਆ। ਮੈਂ ਤੁਹਾਡਾ ਬਹੁਤ ਸੋਹਣਾ ਲੱਗਾ ਜੀ, ਇੱਦਾਂ ਹੀ ਚੱਲਦੇ ਰਹੋ ਜੀ। ਕਲਾਸ ਬਹੁਤ ਵਧੀਆ ਲੱਗੀ। ਸਾਰਿਆਂ ਨੂੰ ਵੀ ਬਹੁਤ ਬੇਨਤੀ ਅੱਗੇ ਵਾਸਤੇ ਵੀ ਇਸ ਤਰ੍ਹਾਂ ਕਲਾਸ ਲਾਉਂਦੇ ਰਹਿਣ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਬੱਚੇ ਵੀ ਲਾ ਰਹੇ ਨੇ ਸਵੇਰ ਵੇਲੇ ਕਲਾਸ, 12:30 ਵਾਲੀ ਕਲਾਸ। ਇਸ ਤਰ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਲਾਸ ਲਾਉਂਦੇ ਰਹਿਣ। ਮੈਂ ਸੁਖਜਿੰਦਰ ਹੈ ਜੀ, ਮਾਈਸੈਲਫ ਸੁਖਜਿੰਦਰ ਸਿੰਘ ਹੈ ਜੀ, ਕੈਲਗਰੀ ਤੋਂ ਹਾਂ ਜੀ ਮੈਂ। ਅੱਛਾ, ਠੀਕ ਹੈ ਜੀ। ਕੈਲਗਰੀ ਤੋਂ ਮੈਂ ਤੁਹਾਨੂੰ ਕੱਲ, ਮੇਰਾ ਖਿਆਲ ਪਰਸੋਂ ਕਿਹਾ ਸੀ ਮੇਰਾ ਐਡ ਕਰ ਦਿਓ, ਮੈਨੂੰ ਮੈਸੇਜ ਆ ਗਿਆ ਸੀ। ਮੈਂ ਠੀਕ ਹੈ ਜੀ ਮਹਾਰਾਜ ਜੀ, ਤੁਸੀਂ ਆਪਣੀ ਕਲਾਸ ਬਾਰੇ ਆਪਣੇ ਵਿਚਾਰ ਦਿਓ ਜੀ। ਹਾਂਜੀ, ਮੈਂ ਲਰਨ ਕਰ ਰਿਹਾ ਜੀ, ਮੈਂ 10 ਸਾਲ ਦੀ ਉਮਰ ਹੈ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਖੁਸ਼ੀ ਹੋਈ, ਮੈਨੂੰ ਬੜਾ ਸਿੱਖਣ ਨੂੰ ਮਿਲ ਰਿਹਾ। ਮੈਂ ਤਾਂ ਲੱਭਦਾ ਸੀ ਇਹੋ ਜਿਹਾ ਮੌਕਾ ਮਿਲੇ ਕਿਤੇ ਜ਼ਿੰਦਗੀ 'ਚ ਕੁਛ ਸਿੱਖ ਸਕੀਏ, ਜ਼ਿੰਦਗੀ 'ਚ ਕੁਛ ਕਮਾ ਸਕੀਏ। ਤੇ ਮੈਂ ਸਾਰੀ ਸੰਗਤ ਦਾ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਰਿਪੀਟ ਕਰ ਦੇਵਾਂ, 3 ਟੌਪਿਕਸ ਨੇ ਜੀ। ਪਹਿਲਾ ਟੌਪਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਲੜੀਵਾਰ ਅਸੀਂ ਲਾਈਫ ਨਾਲ ਰੈਲੇਵੈਂਟ ਕਨਸੈਪਟ ਜਿਹੜੇ ਆ ਉਹ ਸਮਝਣੇ ਸ਼ੁਰੂ ਕਰਾਂਗੇ। ਅੱਜ ਇੱਕ ਓਂਕਾਰ ਤੋਂ ਕਰਾਂਗੇ। ਦੂਸਰਾ ਜਿਹੜਾ ਹੈ ਟੌਪਿਕ ਹੋਇਆ ਕਰੇਗਾ, ਕੋਈ ਇੱਕ ਪਰਟੀਕੂਲਰ ਵਰਡ ਜਿਹੜਾ ਹੈ ਵਰਤਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਵਾਰ-ਵਾਰ ਵਰਤਿਆ ਗਿਆ, ਉਸ ਦਾ ਸਾਡੀ ਲਾਈਫ ਨਾਲ ਰੈਲੇਵੈਂਟ ਕਿਸ ਤਰ੍ਹਾਂ ਹੈ ਉਸ ਨੂੰ ਸਮਝਾਂਗੇ। ਤੀਸਰਾ, ਗੁਰਬਾਣੀ ਗ੍ਰਾਮਰ ਕੋਰਸ ਦੇ ਵਿੱਚੋਂ ਇੱਕ ਬੇਸਿਕ ਜਾਂ ਜਿਹੜਾ ਨੁਕਤਾ ਹੈ ਉਸ ਨੂੰ ਆਪਾਂ ਸਮਝਣ ਦਾ ਯਤਨ ਕਰਿਆ ਕਰਾਂਗੇ ਜੀ। ਹਾਂਜੀ, ਪਹਿਲਾ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਨਸੈਪਟ ਸਮਝਣੇ ਨੇ ਤਾਂ 3 ਚੀਜ਼ਾਂ ਯਾਦ ਰੱਖਣੀਆਂ ਜੀ। ਸਾਡੀ ਜ਼ਿੰਦਗੀ ਨਾਲ ਸੰਬੰਧਿਤ 3 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੇ ਜੀ ਨਿਯਮ, ਹਰ ਵੇਲੇ ਰੂਲਸ ਹੁੰਦੇ ਆ। ਅਸੀਂ ਜੋ ਵੀ ਕੁਝ ਕਰਨਾ ਚਾਹੁੰਦੇ ਆ ਉਹਦੇ ਰੂਲਸ ਹੁੰਦੇ ਨੇ। ਉਹ ਨਿਯਮ ਕਿਤੇ ਲਿਖੇ ਵੀ ਹੋ ਸਕਦੇ ਨੇ, ਤੇ ਵੀ ਹੋ ਸਕਦਾ ਲਿਖੇ ਕਿਤੇ ਨਹੀਂ ਹੈ। ਤੇ ਜਿਵੇਂ ਇੱਕ ਦੂਜੇ ਨੂੰ ਸਤਿਕਾਰ ਦੇਣਾ ਹੈ, ਘਰਾਂ ਦੇ ਵਿੱਚ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣੀਆਂ, ਇਹ ਰੂਲਸ ਕਿਤੋਂ ਲਿਖੇ ਨਹੀਂ ਮਿਲਣਗੇ, ਪਰ ਸਾਨੂੰ ਆਪਣੇ ਅੰਦਰ ਹੀ ਲਿਖਣੇ ਪੈਣਗੇ। ਪਰ ਇਹ ਪੱਕੀ ਬਾਤ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਅਸੀਂ ਸਫਲ ਕਰਨਾ ਚਾਹੁੰਦੇ ਹਾਂ, ਜਿਸ ਖੇਤਰ ਵਿੱਚ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਤਾਂ ਉੱਥੇ ਇੱਕ ਤਾਂ ਨਿਯਮ ਹੁੰਦੇ ਜੀ। ਨੰਬਰ 2, ਉਸ ਨਿਯਮ ਨੂੰ ਸਮਝਾਉਣ ਵਾਸਤੇ ਉਪਦੇਸ਼ ਹੁੰਦੇ ਨੇ ਜੀ, ਟੀਚਿੰਗਸ ਹੁੰਦੀਆਂ ਨੇ। ਨੰਬਰ 3, ਜਿਹੜਾ ਸਭ ਤੋਂ ਜ਼ਰੂਰੀ ਹੈ, ਜਿਹਦੇ ਤੇ ਅਸੀਂ ਵਰਕ ਕਰਨਾ ਹੈ, ਸਾਡੇ ਅੰਦਰ ਇੱਕ ਅਟਰੈਕਸ਼ਨ ਹੈ, ਇੱਕ ਖਿੱਚ ਹੈ। ਉਹ ਸਾਡੀ ਖਿੱਚ ਜਿਹੜੀ ਹੈ ਦੋ ਪਾਸਿਆਂ ਨੂੰ ਜਾਂਦੀ ਹੈ। ਜਿਹੜੀ ਸਾਡੀ ਅਟਰੈਕਸ਼ਨ ਹੈ ਨਾ, ਉਹਦੀ ਡਾਇਰੈਕਸ਼ਨ 2 ਪਾਸੇ ਜਾਂਦੀ ਹੈ। ਕੁਝ ਚੀਜ਼ਾਂ ਅਸੀਂ ਇਸ ਸੰਸਾਰ ਵਿੱਚ ਪਸੰਦ ਕਰਦੇ ਹਾਂ, ਤੇ ਜਿਹੜੀਆਂ ਚੀਜ਼ਾਂ ਅਸੀਂ ਪਸੰਦ ਕਰਦੇ ਹਾਂ ਆਟੋਮੈਟਿਕਲੀ ਸਾਡਾ ਧਿਆਨ ਉਸ ਪਾਸੇ ਨੂੰ ਜਾਈ ਜਾਂਦਾ ਹੁੰਦਾ ਹੈ। ਨੰਬਰ 2,
ਕੁਝ ਚੀਜ਼ਾਂ ਅਸੀਂ ਪਸੰਦ ਨਹੀਂ ਕਰ ਰਹੇ, ਡਿਸਲਾਈਕਿੰਗ ਦੇ ਪਾਰਟ 'ਚ ਆਉਂਦੀਆਂ ਨੇ। ਆਈ ਡੋਂਟ ਲਾਈਕ, ਮੈਂ ਨਹੀਂ ਇਹ ਪਸੰਦ ਕਰਦਾ, ਮੈਨੂੰ ਨਹੀਂ ਇਹ ਚੰਗਾ ਲੱਗਦਾ। ਤੇ ਸਾਡੇ ਮਨ ਦਾ, ਸਾਡੇ ਧਿਆਨ ਦਾ ਵਾਰ-ਵਾਰ ਉਧਰ ਨੂੰ ਜਾਣਾ ਇੱਕ ਸਾਡੇ ਅੰਦਰ ਨੈਚੁਰਲ ਪ੍ਰੋਸੈਸ ਹੈ। ਹੁਣ ਇਹ 3 ਚੀਜ਼ਾਂ ਨੂੰ ਸਮਝ ਲੈਣਾ। ਨੰਬਰ 1, ਸਾਡੀ ਜੋ ਅਟੈਂਸ਼ਨ ਕਿੱਧਰ ਨੂੰ ਜਾ ਰਹੀ ਹੈ, ਬਿਨਾਂ ਐਫਰਟਸ ਕੀਤਿਆਂ, ਬਿਨਾਂ ਯਤਨ ਕੀਤਿਆਂ, ਆਪਣੇ ਆਪ ਸਾਡਾ ਧਿਆਨ ਕਿੱਧਰ ਨੂੰ ਜਾ ਰਿਹਾ ਹੈ। ਠੀਕ ਹੈ ਜੀ, ਕੀ ਉਸ ਪਾਸੇ ਜਾ ਰਿਹਾ ਜਿਹਨੂੰ ਅਸੀਂ ਪਸੰਦ ਕਰਦੇ ਹਾਂ, ਜਾਂ ਉਸ ਪਾਸੇ ਜਾ ਰਿਹਾ ਜਿਹਨੂੰ ਅਸੀਂ ਨਹੀਂ ਪਸੰਦ ਕਰਦੇ। ਫਿਰ ਜਿਹੜੀ ਉਹ ਅਟੈਂਸ਼ਨ ਹੈ ਸਾਡੀ, ਉਸ ਅਟੈਂਸ਼ਨ ਦੇ 4 ਚੁਫੇਰੇ ਕੁਝ ਰੂਲਸ ਨੇ, ਕੁਝ ਨਿਯਮ ਨੇ। ਉਸ ਨਿਯਮ ਨੂੰ ਸਮਝਣਾ ਪਵੇਗਾ। ਉਸ ਨਿਯਮ ਨੂੰ ਸਮਝਾਉਣ ਵਾਸਤੇ ਉਪਦੇਸ਼ ਨੇ। ਇਹ 3 ਚੀਜ਼ਾਂ ਸਮਝਿਓ। ਹੁਣ ਅਗਲਾ ਸ਼ਬਦ ਹੈ ਜੀ ਕਿ ਜੀਵਨ ਸਫਲ ਕਰਨਾ। ਇਹ ਤੁਸੀਂ ਬਹੁਤ ਵਾਰੀ ਸ਼ਬਦ ਸੁਣਿਆ ਹੋਵੇਗਾ ਕਿ ਜ਼ਿੰਦਗੀ ਨੂੰ ਸਫਲ ਕਰਨਾ ਹੈ ਜੀ, ਜੀਵਨ ਸਫਲ ਕਰਨਾ ਹੈ। ਫਿਰ ਇਹਦੇ ਚੋਂ ਇੱਕ ਸ਼ਬਦ ਨਿਕਲਦਾ ਜਨਮ ਸਫਲ ਕਰਨਾ ਹੈ। ਤਾਂ ਇਸ ਨੂੰ ਸਮਝਣ ਵਾਸਤੇ ਨੰਬਰ 1, ਹਮੇਸ਼ਾ ਰੂਲਸ ਨੂੰ ਫੋਲੋ ਕਰਕੇ ਹੀ ਸਫਲ ਹੋਵੇਗਾ। ਤੁਸੀਂ ਡਰਾਈਵਿੰਗ ਕਰਨੀ ਹੈ, ਡਰਾਈਵਿੰਗ ਦੇ ਵਿੱਚ ਬਤੌਰ ਡਰਾਈਵਰ ਸਫਲ ਤਾਂ ਹੀ ਹੋਵਾਂਗੇ ਜੇ ਅਸੀਂ ਟ੍ਰੈਫਿਕ ਦੇ ਨਿਯਮਾਂ ਨੂੰ ਫੋਲੋ ਕਰਾਂਗੇ। ਇੱਕ ਸਟੂਡੈਂਟ ਨੇ ਅਗਰ ਸਫਲ ਹੋਣਾ ਹੈ, ਉਹਨੇ ਇੱਕ ਬਤੌਰ ਐਜ ਅ ਸਟੂਡੈਂਟ ਆਪਣੀ ਲਾਈਫ ਨੂੰ ਸਫਲ ਕਰਨਾ ਹੈ, ਤਾਂ ਉਹਦੇ 4 ਚੁਫੇਰੇ ਜਿਹੜੇ ਰੂਲਸ ਨੇ ਐਜੂਕੇਸ਼ਨ ਨਾਲ ਸੰਬੰਧਿਤ, ਉਹਨੂੰ ਅਗਰ ਫੋਲੋ ਕਰੇਗਾ ਤਦ ਹੀ ਉਹ ਇੱਕ ਸਫਲ ਸਟੂਡੈਂਟ ਬਣ ਸਕੇਗਾ। ਤੁਸੀਂ ਜ਼ਿੰਦਗੀ ਦਾ ਕੋਈ ਵੀ ਖੇਤਰ ਦੇਖ ਲਿਓ, ਆਪਾਂ ਨੂੰ ਕਦੀ ਕਦਾਈ ਕੋਈ ਫਿਜ਼ੀਕਲੀ ਡਿਸੀਜ਼ਸ ਆ ਜਾਂਦੇ ਨੇ, ਸਰੀਰਕ ਬਿਮਾਰੀ ਆ ਜਾਂਦੀ ਹੈ, ਆਪਾਂ ਡਾਕਟਰ ਕੋਲੇ ਜਾਂਦੇ ਹਾਂ ਤੇ ਡਾਕਟਰ ਸਾਨੂੰ ਮੈਡੀਸਨ ਦੇ ਨਾਲ ਕੀ ਦੱਸਦਾ ਹੈ, ਕੁਝ ਪ੍ਰੀਕਾਸ਼ਨਸ ਦੱਸਦਾ ਹੈ, ਜਿਹਨੂੰ ਪਰਹੇਜ਼ ਕਹਿ ਦਿੰਦੇ ਆ। ਇੱਕ ਨਿਯਮ ਦੱਸ ਰਿਹਾ ਉਹ ਕਹੇਗਾ ਮੈਡੀਸਨ ਤੂੰ ਇਸ ਸਮੇਂ ਤੇ ਲੈਣੀ ਹੈ, ਮੈਡੀਸਨ ਕਿੰਨੀ ਲੈਣੀ ਹੈ, ਕਿਹੜੀਆਂ ਚੀਜ਼ਾਂ ਤੂੰ ਨਹੀਂ ਖਾਣੀਆਂ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਤੇ ਅਸੀਂ ਪੇਸ਼ੈਂਟ ਵੀ ਤਦ ਹੀ ਸਫਲ ਬਣਾਂਗੇ ਜੇ ਅਸੀਂ ਉਸ ਰੂਲਸ ਨੂੰ ਫੋਲੋ ਕਰਾਂਗੇ। ਇਹ ਗੱਲ ਆਪਣੇ ਮਨ ਵਿੱਚ ਵਸਾ ਲਈਏ ਕਿ ਜ਼ਿੰਦਗੀ ਚੱਲਦੀ ਹੈ ਨਿਯਮਾਂ ਦੇ ਵਿੱਚ। ਜਿਹੜੀ ਜ਼ਿੰਦਗੀ ਬੇਨਿਯਮੀ ਚੱਲੇਗੀ, ਜਿਸ ਵੀ ਸੈਕਟਰ ਵਿੱਚ ਬੇਨਿਯਮੀ ਹੋਏਗੀ, ਉਹ ਸੈਕਟਰ ਕਦੀ ਵੀ ਸਕਸੈਸ ਨਹੀਂ ਹੋ ਸਕੇਗਾ। ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ। ਇਹਦਾ ਮਤਲਬ ਪਰਿਵਾਰਾਂ ਵਿੱਚ ਰਹਿਣ ਦੇ ਵੀ ਕੁਝ ਨਿਯਮ ਨੇ। ਫਿਰ ਬੜੀਆਂ ਚੀਜ਼ਾਂ ਨਿਕਲਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਮਾਪਿਆਂ ਦੀਆਂ ਅਸੀਸਾਂ ਲੈਣ ਦੇ ਵੀ ਕੁਝ ਨਿਯਮ ਨੇ। ਆਪਣੇ ਬੱਚਿਆਂ ਨੂੰ ਸੰਸਕਾਰ ਵੰਡਣੇ ਨੇ, ਬੱਚਿਆਂ ਨੂੰ ਤਰੱਕੀਆਂ ਵਾਲੇ ਪਾਸੇ ਤੋਰਨਾ, ਉਹਦੇ ਵੀ ਕੁਝ ਨਿਯਮ ਨੇ। ਔਰ ਕਮਾਲ ਦੀ ਬਾਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਨਿਯਮ ਸਿਖਾਏ ਗਏ ਨੇ। ਤਾਂ ਪਹਿਲਾ ਪੁਆਇੰਟ ਕੀ ਹੋ ਗਿਆ ਕਿ ਜੀਵਨ ਨੂੰ ਕਿਸੇ ਵੀ ਖੇਤਰ ਵਿੱਚ ਅਗਰ ਸਫਲ ਕਰਨਾ ਹੈ ਤਾਂ ਨਿਯਮ ਫੋਲੋ ਕਰਕੇ ਹੀ ਸਫਲ ਹੋਇਆ ਜਾਂਦਾ ਹੈ। ਨੰਬਰ 2, ਜਿਹੜੀਆਂ ਟੀਚਿੰਗਸ ਨੇ, ਉਪਦੇਸ਼ ਨੇ, ਉਹਦੇ ਤੋਂ ਪਤਾ ਲੱਗਦਾ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਹਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਐਸੇ ਕਰਮ ਨੇ, ਕਿਹੜੇ ਐਸੇ ਬੋਲ ਨੇ ਜਿਹੜੇ ਬੋਲਾਂ ਜਾਂ ਕਰਮਾਂ ਕਰਕੇ ਅਸੀਂ ਫੇਲ ਹੋ ਜਾਵਾਂਗੇ। ਹਰ ਮਾਪੇ, ਹਰ ਟੀਚਰ, ਹਰ ਡਾਕਟਰ, ਕੋਈ ਵੀ ਹੈ, ਉਹ ਤੁਸੀਂ ਦੇਖੋਗੇ ਮਨੁੱਖ ਨੂੰ ਜਿੰਨੀਆਂ ਜਿਹੜੇ ਸੁਝਾਅ ਦੇ ਰਿਹਾ ਹੈ, ਉਹ ਸੁਝਾਅ ਇਸੇ ਲਹਿਜੇ ਵਿੱਚ ਦੇ ਰਿਹਾ ਹੁੰਦਾ ਹੈ, ਆਹ ਕਰਨਾ ਹੈ, ਆਹ ਨਹੀਂ ਕਰਨਾ। ਜਿਹੜਾ ਨਹੀਂ ਕਰਨਾ ਉਹਦਾ ਨੁਕਸਾਨ ਹੋ ਰਿਹਾ ਹੁੰਦਾ ਹੈ ਸਾਡੀ ਲਾਈਫ ਵਿੱਚ, ਤਾਂ ਕਿਹਾ ਜਾਂਦਾ ਆਹ ਨਹੀਂ ਕਰਨਾ। ਜਿਹੜੇ ਕੰਮ ਕਰਨ ਨੂੰ ਕਿਹਾ ਜਾਂਦਾ ਹੈ ਉਹ ਤਾਂ ਕਿਹਾ ਜਾਂਦਾ ਕਿਉਂਕਿ ਉਹਦੇ ਬੈਨੀਫਿਟ ਹੁੰਦੇ ਨੇ। ਇਹਦਾ ਮਤਲਬ ਨੰਬਰ 1 ਹੋ ਗਿਆ ਰੂਲਸ, ਨੰਬਰ 2 ਹੋ ਗਿਆ ਟੀਚਿੰਗਸ, ਨੰਬਰ 3 ਹੁਣ ਸਾਨੂੰ ਆਪਣੀ ਪੜਚੋਲ ਕਰਨੀ ਪਵੇਗੀ, ਸਾਨੂੰ ਆਪਣਾ ਐਨਾਲਾਈਸਿਸ ਕਰਨਾ ਪਵੇਗਾ, ਰਿਸਰਚ ਕਰਨੀ ਪਵੇਗੀ। ਮੇਰੇ ਅੰਦਰ ਕਿਹੜੀਆਂ ਐਸੀਆਂ ਲਾਈਕਿੰਗਸ ਬੈਠੀਆਂ ਨੇ, ਮੈਂ ਕਿਹੜੀਆਂ ਚੀਜ਼ਾਂ ਨੂੰ ਪਸੰਦ ਕਰਦਾ ਪਿਆ ਜਿਹੜੀਆਂ ਨਹੀਂ ਚਾਹੀਦੀਆਂ। ਇਹ ਕੌਣ ਪੜਚੋਲ ਕਰਾਏਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਚੋਲ ਕਰਾਏਗੀ। ਉਹਦਾ ਸੌਖਾ ਜਿਹਾ ਤਰੀਕਾ ਯਾਦ ਰੱਖਿਓ, ਜਿੱਥੇ ਸਾਨੂੰ ਡੋਂਟ ਡੂ ਦੇ ਉਪਦੇਸ਼ ਆਉਣਗੇ, ਆ ਨਹੀਂ ਕਰਨਾ, ਇਦਾਂ ਨਹੀਂ ਸੁਣਨਾ, ਇਦਾਂ ਨਹੀਂ ਬੋਲਣਾ, ਇੱਥੇ ਨਹੀਂ ਜਾਣਾ, ਇਸ ਤਰ੍ਹਾਂ ਜ਼ਿੰਦਗੀ 'ਚ ਨਹੀਂ ਕਰਨਾ, ਇਹਦਾ ਮਤਲਬ ਉਹ ਚੀਜ਼ਾਂ ਸਾਡੀ ਪਸੰਦ ਵਿੱਚ ਬੈਠੀਆਂ ਨੇ, ਉਹਦਾ ਸਾਨੂੰ ਨੁਕਸਾਨ ਹੈ ਤੇ ਗੁਰੂ ਸਾਹਿਬ ਉਸ ਨੂੰ ਹਟਾਉਣਾ ਚਾਹੁੰਦੇ ਨੇ। ਨੰਬਰ 2 ਡਿਸਲਾਈਕਿੰਗ, ਮੈਨੂੰ ਆਹ ਚੀਜ਼ ਪਸੰਦ ਨਹੀਂ,
ਮੈਂ ਆਹ ਚੀਜ਼ ਪਸੰਦ ਨਹੀਂ ਕਰਦਾ। ਬੱਚੇ ਛੋਟੇ ਹੁੰਦਿਆਂ ਹੀ ਤੁਸੀਂ ਦੇਖੋਗੇ ਡਾਈਨਿੰਗ ਟੇਬਲ ਤੇ ਕਹਿੰਦੇ ਅਸੀਂ ਆ ਪਸੰਦ ਨਹੀਂ ਕਰਦੇ। ਮਾਪੇ ਕਹਿੰਦੇ ਪੁੱਤ ਇਹਦੇ 'ਚ ਵਿਟਾਮਿਨਸ ਹੁੰਦੇ ਨੇ, ਬੇਟਾ ਇਹਦੇ 'ਚ ਤਾਕਤ ਹੁੰਦੀ ਹੈ। ਉਹ ਕਹਿੰਦਾ ਮੈਨੂੰ ਪਸੰਦ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਗਿਆਨ ਕਰਾਉਣਾ ਹੈ, ਜਿਹੜੀਆਂ ਚੀਜ਼ਾਂ ਤੈਨੂੰ ਪਸੰਦ ਨਹੀਂ ਉਹ ਤੇਰੀ ਜ਼ਿੰਦਗੀ 'ਚ ਬੜੀਆਂ ਫਾਇਦੇਮੰਦ ਨੇ, ਉਹਨਾਂ ਦੀ ਬੜੀ ਇੰਪੋਰਟੈਂਟ ਹੈ। ਹੁਣ ਤੁਸੀਂ ਦੇਖੋਗੇ ਕੈਲਗਰੀ ਗੁਰਦੁਆਰਾ ਸਾਹਿਬ ਨਿਤ ਅਨਾਉਂਸਮੈਂਟ ਹੋ ਰਹੀ ਹੈ ਕਿ ਖਾਲਸਾ ਸਾਜਨਾ ਦਿਵਸ ਆ ਰਿਹਾ ਹੈ, ਅੰਮ੍ਰਿਤ ਜਿਨ੍ਹਾਂ ਨੇ ਛਕਣਾ ਹੈ ਉਹ ਆਪਣਾ ਨਾਮ ਲਿਖਾ ਦਿਓ। ਹੁਣ ਕੌਣ ਨਾਮ ਲਿਖਾਉਣਗੇ? ਜਿਨ੍ਹਾਂ ਨੂੰ ਅੰਮ੍ਰਿਤ ਛਕਣਾ ਪਸੰਦ ਆ ਗਿਆ। ਕੌਣ ਨਾ ਕਰਨਗੇ? ਜਿਨ੍ਹਾਂ ਨੂੰ ਅੰਮ੍ਰਿਤ ਛਕਣਾ ਪਸੰਦ ਨਹੀਂ ਆਇਆ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੱਸਣਾ ਹੈ ਬਈ ਆਹ ਚੀਜ਼ਾਂ ਨੂੰ ਤੂੰ ਪਸੰਦ ਨਹੀਂ ਕਰ ਰਿਹਾ, ਪਰ ਇਹ ਬਹੁਤ ਇੰਪੋਰਟੈਂਟ ਨੇ, ਤੇਰੀ ਜ਼ਿੰਦਗੀ 'ਚ ਜ਼ਰੂਰਤ ਹੈ। ਇਹਨਾਂ ਚੀਜ਼ਾਂ ਨੂੰ ਤੂੰ ਜਿਹੜਾ ਪਸੰਦ ਨਹੀਂ ਨਾ ਕਰ ਰਿਹਾ, ਸ਼ਾਬਾਸ਼ ਏ, ਤੂੰ ਬਚਿਆ ਹੋਇਆ। ਇੱਦਾਂ ਵੀ ਸਾਨੂੰ ਉਪਦੇਸ਼ ਮਿਲਣਗੇ। ਹੁਣ ਤਿੰਨੋਂ ਚੀਜ਼ਾਂ ਹੁਣ ਫਿਰ ਮੈਂ ਰਿਪੀਟ ਕਰ ਰਿਹਾ। ਨੰਬਰ 1 ਹੋ ਗਿਆ ਰੂਲਸ, ਨੰਬਰ 2 ਹੋ ਗਏ ਟੀਚਿੰਗਸ, ਨੰਬਰ 3 ਅਸੀਂ ਆਪਣੀ ਪੜਚੋਲ ਕਰਨੀ ਹੈ। ਆਪਣੀ ਅਸੀਂ ਲਾਈਫ ਦੇ ਵਿੱਚ ਦੇਖਣਾ ਹੈ ਸਾਡੀ ਲਾਈਕਿੰਗ, ਸਾਡੀ ਡਿਸਲਾਈਕਿੰਗ, ਦੋਨਾਂ ਦੇ 2-2 ਪਾਰਟਸ ਨੇ। ਲਾਈਕਿੰਗ ਦੇ ਕੁਝ ਪਾਰਟਸ ਉਹ ਨੇ ਜਿਹੜੀਆਂ ਚੀਜ਼ਾਂ ਸਾਨੂੰ ਪਸੰਦ ਕਰਨੀਆਂ ਚਾਹੀਦੀਆਂ ਨੇ ਪਰ ਅਸੀਂ ਨਹੀਂ ਕਰ ਰਹੇ। ਕੁਝ ਚੀਜ਼ਾਂ ਅਸੀਂ ਪਸੰਦ ਕਰ ਰਹੇ ਹਾਂ ਪਰ ਉਹ ਨਹੀਂ ਚਾਹੀਦੀਆਂ। ਇਹ ਦੋਨੋਂ ਪਾਰਟਸ ਜਿਹੜੇ ਨੇ ਲਾਈਕਿੰਗ ਨਾਲ ਸੰਬੰਧਿਤ ਨੇ। 2 ਹੀ ਡਿਸਲਾਈਕਿੰਗ ਨਾਲ ਸੰਬੰਧਿਤ ਨੇ ਵੀ ਆਹ ਚੀਜ਼ਾਂ ਤੂੰ ਪਸੰਦ ਨਹੀਂ ਕਰ ਰਿਹਾ ਪਰ ਤੇਰੀ ਜ਼ਿੰਦਗੀ 'ਚ ਚਾਹੀਦੀਆਂ ਨੇ। ਆਹ ਚੀਜ਼ਾਂ ਤੂੰ ਪਸੰਦ ਨਹੀਂ ਕਰ ਰਿਹਾ, ਸ਼ਾਬਾਸ਼ ਏ, ਤੂੰ ਇਸ ਚੀਜ਼ ਤੋਂ ਬਚਿਆ ਹੋਇਆ। ਓਕੇ, ਤੀਸਰਾ ਆ ਗਿਆ ਜੀ, ਇਹਦਾ ਮੈਥਡ ਕੀ ਹੈ, ਇਹਦੇ ਪਿੱਛੇ ਕਾਰਨ ਕੀ ਹੈ, ਸਾਡੀ ਜ਼ਿੰਦਗੀ ਦਾ ਧੁਰਾ ਕਿਵੇਂ ਚੱਲਦਾ ਹੈ। ਸਾਡੀ ਜ਼ਿੰਦਗੀ ਦਾ ਧੁਰਾ ਚੱਲਦਾ ਹੈ ਜੀ ਮਨ ਦੀਆਂ ਮਰਜ਼ੀਆਂ ਦੇ ਨਾਲ। ਮਨ ਮਰਜ਼ੀਆਂ ਕਰਦਾ ਹੈ। ਬਸ ਜਿੱਥੇ ਜਿੱਥੇ ਮਨ ਮਰਜ਼ੀਆਂ ਕਰਦਾ ਹੈ ਉੱਥੇ ਉੱਥੇ ਜ਼ਿੰਦਗੀ ਦੇ ਵਿੱਚ ਤੁਸੀਂ ਦੇਖੋਗੇ ਜੇ ਮਨ ਦੀ ਮਰਜ਼ੀ ਨਾ ਚੱਲੇ ਤੇ ਜ਼ਿੰਦਗੀ 'ਚ ਇੱਕ ਵੀ ਟਿਕਟ ਨਹੀਂ ਮਿਲਦੀ, ਪੁਲਿਸ ਟਿਕਟ ਨਹੀਂ ਦੇਗੀ। ਤੁਸੀਂ ਬਹੁਤ ਐਸੇ ਦੇਖੇ ਹੋਣਗੇ ਜਿਨ੍ਹਾਂ ਨੇ 35-40 ਸਾਲ ਡਰਾਈਵਿੰਗ ਕੀਤੀ, ਉਹਨਾਂ ਨੂੰ ਇੱਕ ਵੀ ਟਿਕਟ ਨਹੀਂ ਮਿਲੀ। ਉਹਦੇ ਤਾਂ 2 ਕਾਰਨ ਹੋ ਸਕਦੇ ਨੇ। ਇੱਕ ਤਾਂ ਲੱਕੀਲੀ ਨਹੀਂ ਹੋਇਆ, ਇੱਕ ਇਹ ਕਿ ਉਹਨੇ ਆਪਣੇ ਮਨ ਨੂੰ ਕੰਟਰੋਲ ਕੀਤਾ ਹੋਇਆ, ਮਨ ਦੀ ਮਰਜ਼ੀ ਨਹੀਂ ਚੱਲਣ ਦਿੱਤੀ। ਪਰ ਜਿੱਥੇ ਜਿੱਥੇ ਮਨ ਦੀਆਂ ਮਰਜ਼ੀਆਂ ਸਾਡੇ ਤੋਂ ਗਲਤੀਆਂ ਕਰਵਾਉਣਗੀਆਂ, ਉਹ ਮਨ ਦੀਆਂ ਮਰਜ਼ੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਉਹਦਾ ਭੇਦ ਦੇਣਾ ਹੈ। ਆਓ ਹੁਣ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀਆਂ ਮਨ ਦੀਆਂ ਮਰਜ਼ੀਆਂ ਨੇ ਉਹਨੂੰ ਨਿਯਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਲਿਆ ਰਹੇ ਨੇ। ਮਨ ਦੀਆਂ ਮਰਜ਼ੀਆਂ ਨੂੰ ਕਿੱਦਾਂ ਇੱਕ ਟੀਚਿੰਗਸ ਦੀ ਕੋਠਾਲੀ ਵਿੱਚ ਪਾਉਂਦੇ ਨੇ। ਤੁਸੀਂ ਮੂਲ ਮੰਤਰ ਸਾਰਿਆਂ ਨੇ ਸੁਣਿਆ। ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਨਵੇਂ ਤਰੀਕੇ ਨਾਲ ਇਹਦੀ ਵਿਚਾਰ ਸੁਣੋਗੇ। ਨੰਬਰ 1, ਮਰਜ਼ੀ ਕਿਸ ਦੀ ਚੱਲਣੀ ਹੈ, ਆਪਣੇ ਦਿਮਾਗ ਵਿੱਚ ਬਿਠਾ ਲਓ। ਮਰਜ਼ੀ ਚੱਲਣੀ ਚਾਹੀਦੀ ਹੈ ਇੱਕ ਓੰਕਾਰ ਦੀ। ਆਹ ਸਭ ਤੋਂ ਮੁੱਢਲਾ ਫਰਜ਼ ਹੈ। ਆਹ ਸਭ ਇੱਥੋਂ ਧਰਮ ਸ਼ੁਰੂ ਹੋਏਗਾ। ਠੀਕ ਹੈ ਜੀ। ਕਿੰਨੇ ਵਜੇ ਮੈਂ ਮੂਲ ਮੰਤਰ ਦਾ ਪਾਠ ਕੀਤਾ, ਕਿੰਨੇ ਵਾਰੀ ਮੈਂ ਮੂਲ ਮੰਤਰ ਦਾ ਪਾਠ ਕੀਤਾ, ਮੈਂ ਬੋਲ ਕੇ ਕੀਤਾ, ਮੈਂ ਚੁੱਪ ਕਰਕੇ ਕੀਤਾ, ਇਹ ਉਹਨਾਂ ਚਿਰ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਚਿਰ ਭਾਵਨਾ ਦੇ ਵਿੱਚ ਆਹ ਚੀਜ਼ ਨਹੀਂ ਆਏਗੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਮਰਜ਼ੀ ਚੱਲਣੀ ਚਾਹੀਦੀ ਹੈ ਇੱਕ ਓੰਕਾਰ ਦੀ। ਬਾਕੀ ਤਾਂ ਗਿਣਤੀ ਮਿਣਤੀ ਜਾਂ ਉਹ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਕਿਸੇ ਨੇ ਦੇ ਦਿੱਤੀ। ਹੁਣ ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਾਂ, ਕੋਈ ਵੀ ਬੰਦਾ ਇਸ ਗੱਲ ਨੂੰ ਸੋਚ ਕੇ ਦੇਖੇ, ਅਗਰ ਕੋਈ ਰੋਜ਼ਾਨਾ 500 ਵਾਰੀ ਮੂਲ ਮੰਤਰ ਦਾ ਪਾਠ ਕਰਦਾ ਹੈ, ਠੀਕ ਹੈ ਜੀ, ਖਾਣ ਵੇਲੇ ਮਨ ਦੀਆਂ ਮਰਜ਼ੀਆਂ ਚੱਲ ਰਹੀਆਂ ਨੇ, ਫਿਰ ਉਹਦੀ ਜ਼ਿੰਦਗੀ 'ਚ ਫੈਸਲੇ ਲੈਣ ਵੇਲੇ ਮਨ ਦੀਆਂ ਮਰਜ਼ੀਆਂ ਚੱਲ ਰਹੀਆਂ ਨੇ, ਜ਼ਿੰਦਗੀ ਦੇ ਹਰ ਖੇਤਰ ਵਿੱਚ ਮਨ ਦੀਆਂ ਮਰਜ਼ੀਆਂ ਚੱਲ ਰਹੀਆਂ ਨੇ, ਫਿਰ ਮੂਲ ਮੰਤਰ ਦਾ ਅਸਰ ਕਿੱਥੇ ਹੋਇਆ? ਇਹ ਚੀਜ਼ ਸਮਝ ਲਿਓ। ਸਾਡੀ ਜ਼ਿੰਦਗੀ ਦਾ ਧੁਰਾ ਹੈ ਮਰਜ਼ੀ। ਮਰਜ਼ੀ ਕਿਹਦੀ ਚੱਲਣੀ ਚਾਹੀਦੀ ਹੈ? ਇੱਕ ਓੰਕਾਰ ਦੀ। ਦੂਸਰਾ ਪੁਆਇੰਟ ਜੀ, ਨਿਯਮ। ਨਿਯਮ ਕਿਹਦਾ ਚੱਲਣਾ ਚਾਹੀਦਾ ਹੈ? ਇੱਕ ਓੰਕਾਰ ਦਾ। ਉਹ ਨਿਯਮ ਕਿਹੜਾ ਹੈ? ਸਤਨਾਮ। ਸਤ ਹੁੰਦਾ ਹੈ ਸਦੀਵੀ। 2 ਸ਼ਬਦ ਨੇ ਜੀ, ਇੱਕ ਸਤ ਜਿਹਨੂੰ ਆਪਾਂ ਸੱਚ ਕਹਿ ਦਿੰਦੇ ਹਾਂ, ਇੱਕ ਝੂਠ। ਇਹਦੀ ਸੌਖੀ ਜੀ ਡੈਫੀਨੇਸ਼ਨ ਹੈ, ਝੂਠ ਉਹ ਹੁੰਦਾ ਹੈ ਜਿਹੜਾ ਸਦਾ ਨਹੀਂ ਰਹਿੰਦਾ, ਸੱਚ ਉਹ ਹੁੰਦਾ ਹੈ ਜਿਹੜਾ ਸਦਾ ਰਹਿਣਾ ਹੈ। ਹੁਣ ਇਹ ਯਾਦ ਰੱਖਿਓ, ਇੱਕ ਓੰਕਾਰ ਨੇ ਸਦਾ ਰਹਿਣਾ ਹੈ, ਠੀਕ ਹੈ ਜੀ। ਰੱਬ ਦੇ ਨਿਯਮ ਨੇ ਸਦਾ ਰਹਿਣਾ ਹੈ।
ਨਾਮ ਦੀ ਇੱਕ ਵਿਆਖਿਆ ਆਈ ਹੈ ਨਿਜ਼ਮ। ਗੁਰਬਾਣੀ ਦੀ ਪੰਕਤੀ ਹੈ, ਨਾਮ ਕੇ ਧਾਰੇ ਸਗਲੇ ਜੰਤ। ਜਿੰਨੇ ਜੀਵ ਜੰਤੂ ਨੇ ਉਹ ਨਾਮ ਦੇ ਵਿੱਚੋਂ ਪੈਦਾ ਹੋਏ, ਭਾਵ ਨਿਜ਼ਮ ਦੇ ਵਿੱਚੋਂ ਪੈਦਾ ਹੋਏ। ਰੱਬ ਦੀ ਇੱਕ ਨਿਜ਼ਮਾਵਲੀ ਹੈ, ਉਸ ਨਿਜ਼ਮਾਵਲੀ ਨੂੰ ਅੰਡਜ, ਜੇਰਜ, ਸੇਤਜ, ਉਤਪਜ 4 ਤਰੀਕੇ ਦੱਸੇ ਨੇ। ਜਾਂ ਤਾਂ ਉਹ ਨਿਜ਼ਮ ਗਰਭ ਰਾਹੀਂ, ਜਾਂ ਉਹ ਨਿਜ਼ਮ ਅੰਡਿਆਂ ਰਾਹੀਂ, ਜਾਂ ਧਰਤੀ 'ਚ ਬੀਜ ਬੀਜਿਆ ਉਹਦੇ 'ਚੋਂ ਉਤਪਜ ਉੱਪਰ ਨੂੰ ਬਾਹਾਂ ਕਰਕੇ ਉਹਦੀ ਉਤਪਤੀ ਹੋਈ, ਜਾਂ ਮੈਲ ਪਸੀਨੇ ਤੋਂ ਪੈਦਾ ਹੋਏ। ਜਿੰਨੇ ਵੀ ਜੀਵ ਨੇ ਨਾਮ ਕੇ ਧਾਰੇ ਸਗਲੇ ਜੰਤ ਰੱਬ ਦੇ ਨਿਜ਼ਮ ਵਿੱਚ ਹੋਏ, ਔਰ ਉਹ ਨਿਜ਼ਮ ਸਦਾ ਰਹਿਣ ਵਾਲਾ ਹੈ। ਠੀਕ ਹੈ ਜੀ। ਹੁਣ ਉਹ ਨਿਜ਼ਮ ਸਾਡੇ ਬੋਲਾਂ ਤੇ ਵੀ ਚੱਲਦਾ ਹੈ, ਉਹ ਨਿਜ਼ਮ ਸਾਡੇ ਕੰਨਾਂ ਤੇ ਵੀ ਚੱਲਦਾ ਹੈ, ਉਹ ਨਿਜ਼ਮ ਸਾਡੀ ਦੇਖਣੀ 'ਚ ਵੀ ਚੱਲਦਾ ਹੈ। ਸਾਨੂੰ ਇੰਨੀ ਸੋਝੀ ਨਹੀਂ, ਅਸੀਂ ਸਮਝ ਲਈਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੱਖ-ਵੱਖ ਥਾਵਾਂ ਤੇ ਆਪਾਂ ਜਿਉਂ-ਜਿਉਂ ਅਗਲੇ ਕਨਸੈਪਟ ਦੇਖਾਂਗੇ ਉਹ ਨਿਜ਼ਮ ਦੱਸਿਆ ਜਾਏਗਾ। ਨਾਮ ਦੇ ਦੂਸਰੇ ਅਰਥ ਬਣਦੇ ਆ ਜੀ ਗਿਆਨ, ਉਪਦੇਸ਼। ਵਾਹਿਗੁਰੂ ਪਿਤਾ ਜੀ ਗਿਆਨ ਬਣ ਕੇ ਦੁਨੀਆ ਦੇ ਹਰ ਵਰਤਾਰੇ ਵਿੱਚ ਬੈਠੇ ਨੇ। ਜਿਹਨੇ ਸਿੱਖਿਆ ਲੈਣੀ ਹੈ ਉਹ ਤੋਂ ਹਰ ਉਹ ਵਰਤਾਰੇ 'ਚੋਂ ਸਿੱਖਿਆ ਜਾ ਸਕਦਾ ਹੈ। ਤੇ ਉਹ ਜਿਹੜਾ ਗਿਆਨ ਹੈ, ਦੇਖੋ ਇੱਕ ਗਿਆਨ ਹੈਗਾ ਵਕਤੀ ਤੌਰ ਤੇ ਗਿਆਨ। ਕੁਝ ਚੀਜ਼ਾਂ ਨੇ, ਜਿਵੇਂ ਹੁਣ ਕਰੋਨਾ ਵਾਇਰਸ ਹੈ, ਕਰੋਨਾ ਵਾਇਰਸ ਬਾਰੇ ਗਿਆਨ ਕੀ ਦਿੱਤਾ ਜਾ ਰਿਹਾ ਹੈ ਕਿ ਮਾਸਕ ਲਾਉਣੇ ਨੇ। ਕੀ ਸਾਰੀ ਜ਼ਿੰਦਗੀ ਮਾਸਕ ਲੱਗਣਗੇ? ਨਾ, ਕਰੋਨਾ ਚਲਿਆ ਜਾਏਗਾ, ਮਾਸਕ ਹਟ ਜਾਏਗਾ, ਕਿਉਂਕਿ ਇਹ ਸੱਤ ਨਹੀਂ ਹੈ, ਇਹ ਸਦੀਵੀ ਨਹੀਂ ਹੈ। ਤੇ ਇਹਦੇ ਨਾਲ ਸੰਬੰਧਿਤ ਜਿਤਨੇ ਉਪਦੇਸ਼ ਨੇ ਉਹ ਵੀ ਸਦੀਵੀ ਨਹੀਂ ਹੈ। ਤੁਸੀਂ ਦੇਖੋਗੇ ਅੱਜ ਕਿਹਾ ਜਾਂਦਾ ਹੈ ਕਿ 15% ਕੈਪੈਸਿਟੀ ਜਿਹੜੀ ਹੈ, ਬਸ ਜਿੰਨੀ ਕੈਪੈਸਿਟੀ ਹੈ ਉਹਦੇ 15% ਹੀ ਬੈਠ ਸਕਦੇ ਨੇ। ਕਿੰਨਾ ਕੁ ਚਿਰ ਚੱਲੇਗਾ ਇਹ? ਆਹ ਸਾਲ ਚੱਲ ਸਕਦਾ ਹੈ। ਵੈਸੇ ਤਾਂ ਸਰਕਾਰਾਂ ਹੋਈਆਂ, WHO ਹੋਇਆ, ਉਹਨਾਂ ਦੀ ਕੋਸ਼ਿਸ਼ ਹੈ ਕਿ ਐਜ਼ ਸੂਨ ਐਜ਼ ਪੋਸੀਬਲ ਇਸ ਨੂੰ ਕੰਟਰੋਲ ਕੀਤਾ ਜਾਵੇ ਤੇ ਉਹ ਉਸੇ ਤਰ੍ਹਾਂ ਹੀ ਸਭ ਕੁਝ ਚੱਲੇ। ਜੇ ਇਸ ਤਰ੍ਹਾਂ ਸਦਾ ਚੱਲਿਆ ਦੁਨੀਆ ਚੱਲ ਨਹੀਂ ਸਕੇਗੀ। ਇਸ ਲਈ ਰੱਬ ਨੇ ਇੱਕ ਨਿਜ਼ਮ ਬਣਾਇਆ ਜੋ ਝੂਠ ਹੈ, ਜਿਹਨੂੰ ਅਸਤ ਕਹਿ ਦਿੰਦੇ ਐੜਾ ਲੱਗ ਕੇ, ਉਹ ਸਦੀਵੀ ਨਹੀਂ ਰਹੇਗਾ। ਉਹਦੇ ਨਾਲ ਸੰਬੰਧਿਤ ਟੀਚਿੰਗ ਸਦੀਵੀ ਨਹੀਂ ਰਹਿਣਗੀਆਂ। ਜਿਹੜੀਆਂ ਰੱਬ ਦੀਆਂ ਟੀਚਿੰਗਸ ਨੇ, ਰੱਬ ਦੇ ਗਿਆਨ ਨੇ, ਉਹ ਸਦਾ ਰਹਿਣਗੇ। ਦੇਖੋ ਇੱਕ ਤਾਂ ਕਰੋਨਾ ਵਾਇਰਸ ਹੈ, ਅਸੀਂ ਕਹਿੰਦੇ ਬੜੀ ਭਿਆਨਕ ਬਿਮਾਰੀ ਹੈ, ਇੱਕ ਤੋਂ ਦੂਜੇ ਨੂੰ ਲੱਗ ਜਾਂਦੀ ਹੈ, ਹੈਨਾ। ਇੱਕ ਕੁਸੰਗ ਦੀ ਬਿਮਾਰੀ ਹੈ, ਇਸ ਦੀ ਵੀ ਹੈ, ਇਹ ਯਾਦ ਰੱਖਿਓ। ਕੁਸੰਗ ਦੀ ਬਿਮਾਰੀ ਸਦਾ ਰਹੇਗੀ, ਹਨਾ, ਸਦਾ ਰਹੇਗੀ। ਤੇ ਜਿੰਨੀਆਂ ਕੁਸੰਗ ਨਾਲ ਸੰਬੰਧਿਤ ਸਿੱਖਿਆਵਾਂ ਨੇ ਉਹ ਸਦਾ ਰਹਿਣਗੀਆਂ। ਆ ਤੁਸੀਂ ਦੇਖੋਗੇ ਆਪਣੇ ਦੇਖਦੇ ਦੇਖਦੇ ਜਦੋਂ ਕਰੋਨਾ ਲੰਘ ਗਿਆ ਨਾ, ਆਪਾਂ ਫੋਟੋਆਂ ਦਿਖਾਇਆ ਕਰਾਂਗੇ ਅਗਲੀ ਪੀੜ੍ਹੀ ਨੂੰ। ਅੱਛਾ, ਉਹ ਕਹਿਣਗੇ ਸਾਡੇ ਨਾਨਾ ਜੀ ਇਦਾਂ ਲਾ ਕੇ ਰੱਖਿਆ ਕਰਦੇ ਸੀ ਮਾਸਕ। ਕਦੀ ਚੇਤੇ ਨਹੀਂ ਸੀ ਸੋਚਿਆ ਕਿ ਗੁਰਦੁਆਰੇ ਜਿੰਨੇ ਬੈਠੇ ਹੁੰਦੇ ਨੇ ਸਾਰੇ ਮਾਸਕ ਲਾਈ ਬੈਠਣਗੇ। ਤੁਸੀਂ ਦੇਖਿਆ ਹੋਵੇਗਾ ਅੱਜ ਪਤਾ ਕੀ ਹੁੰਦਾ, ਆਪਾਂ ਜਦੋਂ ਜੋੜਾ ਘਰ 'ਚ ਜਾਂਦੇ ਹਾਂ, ਕੋਈ ਸਾਹਮਣੇ ਤੋਂ ਫਤਿਹ ਬੁਲਾਉਂਦਾ, ਫਿਰ ਪਛਾਣ ਆਉਂਦੀ ਉਹ, ਕਿਉਂਕਿ ਮੂੰਹ ਜਾਂ ਢੱਕਿਆ ਮਾਸਕ ਜਾਂ ਲਾਇਆ ਹੋਇਆ, ਪਛਾਣ ਹੀ ਨਹੀਂ ਆ ਰਹੀ, ਹੈ ਨਾ। ਪਰ ਕੁਸੰਗ ਦੀ ਬਿਮਾਰੀ ਸਦਾ ਹੈ। ਜਦੋਂ ਭਗਤ ਕਬੀਰ ਜੀ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਇਹ ਗੱਲ ਕਹੀ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ, ਅੱਜ ਵੀ ਉਹ ਗਿਆਨ ਸਦੀਵੀ ਹੈ। ਕਿਉਂ? ਕਿਉਂਕਿ ਇਹ ਬਿਮਾਰੀ ਸਦਾ ਹੀ ਹੈ। ਇਹ ਬਿਮਾਰੀ ਆਉਣ ਵਾਲੇ ਸਮੇਂ 'ਚ ਵੀ ਰਹੇਗੀ। ਰੱਬ ਦੇ ਨਿਜ਼ਮ, ਜਿਹੜੀਆਂ ਚੀਜ਼ਾਂ ਡੋਂਟ ਡੂ ਕਹੀਆਂ ਹੋਈਆਂ ਨੇ, ਉਹ ਇਸ ਲਈ ਹਨ ਕਿਉਂਕਿ ਉਹ ਸਦਾ ਰਹਿਣ ਵਾਲੀਆਂ ਬਿਮਾਰੀਆਂ ਨੇ ਤੇ ਸਦਾ ਉਸ ਤੋਂ ਬਚਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਵੀ ਐਸਾ ਉਪਦੇਸ਼ ਨਹੀਂ ਜਿਹੜਾ ਉਪਦੇਸ਼ ਕਦੀ ਇਹ ਹੋਵੇ ਕਿ ਇਹ ਤਾਂ ਪੁਰਾਤਨ ਸਮਿਆਂ 'ਚ ਹੁੰਦਾ ਸੀ, ਅੱਜ ਨਹੀਂ। ਹਾਂ, ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਕਈ ਵਾਰੀ ਸਾਡੇ ਵਰਗਿਆਂ ਦੀ ਉਹਦੀ ਵਿਆਖਿਆ ਜਿਹੜੀ ਹੈ ਨਾ, ਉਹ ਮਿਸ ਇੰਟਰਪ੍ਰੀਟੇਸ਼ਨ ਹੋ ਜਾਂਦੀ ਹੈ। ਉਹਦੇ 'ਚ ਸਾਨੂੰ ਲੱਗਦਾ ਹੈ ਵੀ ਆਹ ਗੱਲਾਂ ਤਾਂ ਉਸ ਜ਼ਮਾਨੇ ਦੀਆਂ ਸੀ, ਅੱਜ ਨਹੀਂ ਸੀ। ਇਹਦਾ ਮਤਲਬ ਸਾਡੇ ਤੋਂ ਇੰਟਰਪ੍ਰੇਟ ਨਹੀਂ ਹੋਇਆ ਉਹਦਾ ਸਹੀ ਜਿਹੜਾ ਮਕਸਦ ਹੈ। ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਸਿੱਖਿਆ ਐਸੀ ਨਹੀਂ ਜਿਹੜੀ ਪੁਰਾਤਨ ਸਮਿਆਂ 'ਚ ਹੋਵੇ, ਅੱਜ ਲਾਗੂ ਨਾ ਹੁੰਦੀ ਹੋਵੇ। ਕਿਉਂ? ਕਿਉਂਕਿ ਉਹ ਉਪਦੇਸ਼, ਉਹ ਗਿਆਨ ਸਦੀਵੀ ਰਹਿਣ ਵਾਲਾ ਹੈ। ਦੇਖਿਓ ਕੈਸਾ ਕਮਾਲ ਦਾ ਸਟਾਰਟਿੰਗ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਗਈ। ਮਰਜ਼ੀ ਕਿਹਦੀ ਚੱਲੇਗੀ? ਇੱਕ ਓੰਕਾਰ ਦੀ। ਠੀਕ ਹੈ ਜੀ। ਨਿਜ਼ਮ ਕਿਹੜਾ ਚੱਲੇਗਾ? ਸਤਨਾਮ। ਉਸ ਤੋਂ ਬਾਅਦ ਆ ਗਿਆ ਜੀ ਪਸੰਦ। ਤੀਸਰਾ ਪੁਆਇੰਟ ਸੀ ਲਾਈਕਿੰਗ ਤੇ ਡਿਸਲਾਈਕਿੰਗ। ਠੀਕ ਹੈ ਜੀ। ਹੁਣ ਪਸੰਦ ਕੀ ਹੈ? ਪਸੰਦ ਹੈ ਨਿਰਭਉ। ਵਾਹਿਗੁਰੂ ਜੀ ਨੂੰ ਇਹ ਸਭ ਤੋਂ ਪਸੰਦ ਸੀ, ਇਸ ਲਈ ਵਾਹਿਗੁਰੂ ਜੀ ਨੇ ਆਪਣਾ ਸੁਭਾਅ ਕੈਸਾ ਰੱਖਿਆ? ਨਿਰਭਉ। ਦੂਸਰਾ ਪੁਆਇੰਟ ਨੋਟ ਕਰਿਓ, ਰੱਬ ਨੇ ਜਿੰਨੀਆਂ ਸ਼ਕਤੀਆਂ ਬਣਾਈਆਂ ਉਹ ਸ਼ਕਤੀਆਂ ਨਿਰਭਉ ਨੇ। ਅੱਗ ਇੱਕ ਸ਼ਕਤੀ ਹੈ, ਸਾੜਦੀ ਹੈ, ਕਿਸੇ ਤੋਂ ਡਰਦੀ ਹੈ?
ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਹੈ, ਮੈਂ ਇਹਨੂੰ ਨਹੀਂ ਸਾੜਨਾ, ਉਹਨੂੰ ਕਿਸੇ ਤੋਂ ਭੈ ਨਹੀਂ ਹੈ। ਫਿਰ ਰੱਬ ਦੇ ਨਿਜ਼ਮ ਨੂੰ ਕਿਸੇ ਤੋਂ ਭੈ ਨਹੀਂ ਹੈ। ਨਿਜ਼ਮ ਕੀ ਹੈ? ਤੁਸੀਂ ਇੱਕ ਇੱਕ ਸ਼ਕਤੀ ਨੂੰ ਦੇਖ ਲਿਓ। ਆਪਾਂ ਨੂੰ ਸਕੂਲ ਕਾਲਜ ਵਿੱਚ ਪੜ੍ਹਾਇਆ ਜਾਂਦਾ ਸੀ, ਜੇ ਤਾਂ ਸ਼ਕਤੀ ਨੂੰ, ਕਿਸੇ ਵੀ ਪਾਵਰ ਨੂੰ ਸਹੀ ਯੂਟਿਲਾਈਜ਼ ਕਰ ਦਿੱਤਾ ਤਾਂ ਕੰਸਟਰਕਟਿਵ ਹੈ, ਸਾਰਥਿਕ ਹੈ, ਉਹਦੇ ਫਾਇਦੇ ਹੋਣਗੇ। ਅਗਰ ਉਸ ਨੂੰ ਗਲਤ ਤਰੀਕੇ ਦੇ ਨਾਲ ਵਰਤ ਲਿਆ ਤਾਂ ਡਿਸਟਰਕਟਿਵ ਹੈ। ਜਿਹਨੂੰ ਪੰਜਾਬੀ 'ਚ ਦੋ ਸ਼ਬਦ ਸੀ, ਸ਼ਕਤੀ ਸਹੀ ਵਰਤੀ ਗਈ ਉਸਾਰੂ, ਗਲਤ ਵਰਤੀ ਗਈ ਉਜਾੜੂ। ਉਸਾਰੂ ਤੇ ਉਜਾੜੂ, ਇਹ ਨਿਜ਼ਮ ਹੈ, ਇਹ ਨਿਜ਼ਮ ਨਿਰਭਉ ਹੈ। ਠੀਕ ਹੈ ਜੀ, ਇਹ ਵਾਹਿਗੁਰੂ ਪਿਤਾ ਜੀ ਦੀ ਆਪਣੀ ਪਸੰਦ ਹੈ। ਜਿਹੜੇ ਵਾਹਿਗੁਰੂ ਪਿਤਾ ਜੀ ਦੀ ਜੋਤ ਸਾਡੇ ਅੰਦਰ ਹੈ, ਉਸ ਨੂੰ ਕਿਹੜਾ ਸੁਭਾਅ ਪਸੰਦ ਹੈ? ਨਿਰਭਉ। ਠੀਕ ਹੈ ਜੀ। ਤੇ ਸਾਡਾ ਮਨ ਇਹਦੇ ਉਲਟ ਜਿਉਂ ਰਿਹਾ, ਛੋਟੀ ਛੋਟੀ ਗੱਲ ਤੇ ਡਰ ਰਿਹਾ, ਛੋਟੀ ਛੋਟੀ ਗੱਲ ਚਿੰਤਾ ਆਪਣੇ ਅੰਦਰ ਲਾਈ ਬੈਠਾ ਹੈ। ਕਦੋਂ ਡਰਦਾ ਇਹ? ਸੋ ਡਰੇ ਜੇ ਪਾਪ ਕਮਾਉਂਦਾ, ਜਿੰਨੀਆਂ ਗਲਤੀਆਂ ਕਰੇਗਾ ਉਹਦੇ ਚੋਂ ਡਰ ਪੈਦਾ ਹੋਏਗਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗਲਤੀਆਂ ਤੋਂ ਬਚਾਉਣਾ ਹੈ। ਤੁਸੀਂ ਦੇਖੋਗੇ ਕਈ ਵਾਰੀ ਟੀਚਰ ਜਾਂ ਪ੍ਰਿੰਸੀਪਲ ਸਟੂਡੈਂਟਸ ਨੂੰ ਆਪਣੇ ਆਫਿਸ ਬੁਲਾਉਂਦਾ ਹੈ। ਹੁਣ ਇੱਕ ਬੱਚੇ ਨੇ ਗਲਤੀ ਕੀਤੀ ਹੈ, ਦੂਜੇ ਦਾ ਨਾਮ ਐਵੇਂ ਸਮੇਟਿਆ ਗਿਆ, ਉਹਨੂੰ ਪਤਾ ਹੈ ਕਿ ਮੈਂ ਸੱਚਾ ਹੈਗਾ। ਤੁਸੀਂ ਦੇਖੋਗੇ ਉਹਨੂੰ ਭੈ ਨਹੀਂ ਹੈ, ਭੈ ਨਹੀਂ ਹੈ ਤਾਂ ਪ੍ਰਿੰਸੀਪਲ ਨੇ, ਟੀਚਰ ਨੇ ਜੱਜ ਕਰ ਲੈਣਾ ਵੀ ਇਹਦਾ ਕਸੂਰ ਨਹੀਂ ਹੈ। ਕਿਉਂ? ਕਿਉਂਕਿ ਉਹਦੀ ਫੇਸ ਰੀਡਿੰਗ ਦੱਸ ਰਹੀ ਹੈ ਕਿ ਇਹਨੂੰ ਡਰ ਹੀ ਕੋਈ ਨਹੀਂ, ਜਿਹਨੇ ਗਲਤੀ ਨਹੀਂ ਕੀਤੀ। ਇੱਕ ਹੋਰ ਤੁਸੀਂ ਦੇਖਿਓ, ਕਦੀ ਕਦਾਈ ਕੇਸ ਜਾਂਦਾ ਜੱਜ ਦੇ ਕੋਲ, ਜੱਜ ਐਵੀਡੈਂਸ ਦੇਖਦਾ ਹੈ, ਜਾਂ ਜੱਜ ਜਿਹੜਾ ਵਿਟਨੈਸ ਨੂੰ ਸੁਣਦਾ ਹੈ, ਉਹਨਾਂ ਦੀ ਵਿਟਨੈਸ ਜਿਹੜੀ ਹੈ, ਉਹਨਾਂ ਦੇ ਬਿਆਨ ਕਲਮਬੰਦ ਕਰਦਾ ਹੈ, ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਆਹ ਬੰਦਾ ਬਿਲਕੁਲ ਡਰ ਨਹੀਂ ਰਿਹਾ, ਆਹ ਬੰਦਾ। ਅਖੀਰ ਤੇ ਫਿਰ ਕੀ ਹੁੰਦਾ ਹੈ? ਜਿਹਦਾ ਲਾਈ ਡਿਟੈਕਟ ਕਰਵਾਇਆ ਜਾਵੇ। ਉਹ ਕਿਉਂ ਕਰਵਾਇਆ ਜਾਂਦਾ ਹੈ? ਉਹ ਕੀ ਪਕੜਦਾ? ਕੀ ਹੈ ਪਕੜਦਾ? ਉਹ ਹਾਰਟ ਬੀਟਿੰਗ ਨੂੰ ਪਕੜਦਾ, ਪਲਸ ਰੇਟ ਨੂੰ। ਉਹ ਸਾਰਾ ਕੁਝ ਦਾ ਸੰਬੰਧ ਸਾਡੇ ਡਰ ਤੋਂ ਉਸ ਵਿੱਚ ਪੈਂਦਾ ਹੈ। ਇਹਦਾ ਮਤਲਬ ਵਾਹਿਗੁਰੂ ਜੀ ਦੀ ਲਾਈਕਿੰਗ ਕੀ ਹੈ? ਨਿਰਭਉ। ਦੂਸਰੀ ਵਾਹਿਗੁਰੂ ਜੀ ਦੀ ਲਾਈਕਿੰਗ ਕੀ ਹੈ? ਨਿਰਵੈਰ। ਵਾਹਿਗੁਰੂ ਜੀ ਨੂੰ ਕੀ ਪਸੰਦ ਆਉਂਦਾ ਹੈ? ਨਿਰਵੈਰ। ਸਾਡੇ ਮਨ ਨੂੰ ਕੀ ਪਸੰਦ ਆਉਂਦਾ ਹੈ? ਵੈਰ ਵਿਰੋਧ। ਕਿਉਂ ਪਸੰਦ ਆਉਂਦਾ ਹੈ? ਕਿਉਂਕਿ ਕੰਨਾਂ ਨੂੰ ਰਸ ਪਿਆ ਹੋਇਆ ਨਿੰਦਾ ਦਾ, ਜ਼ੁਬਾਨ ਨੂੰ ਰਸ ਪਿਆ ਨਿੰਦਾ ਦਾ। ਜਿੰਨੀ ਨਿੰਦਾ ਜ਼ੁਬਾਨ ਨਾਲ ਹੋਏਗੀ, ਜਿੰਨੀ ਨਿੰਦਾ ਕੰਨਾਂ ਨਾਲ ਹੋਏਗੀ, ਉਹਨਾਂ ਇਹ ਧੜੇਬੰਦੀਆਂ 'ਚ ਫਸ ਜਾਏਗਾ। ਇਹਨੂੰ ਆਪਣਾ ਧੜਾ ਚੰਗਾ ਲੱਗੇਗਾ। ਤੇ ਹੁਣ ਤੁਸੀਂ ਰੱਬ ਦੀਆਂ ਸ਼ਕਤੀਆਂ ਦੇਖ ਲਿਓ, ਜਿਹੜੀ ਆਪਾਂ ਅੱਗ ਦੀ ਐਗਜ਼ਾਮਪਲ ਦਿੱਤੀ ਸੀ। ਅੱਗ ਨਾ ਤਾਂ ਕਿਸੇ ਤੋਂ ਡਰਦੀ ਹੈ, ਠੀਕ ਹੈ ਜੀ, ਉਹਦੀਆਂ ਦੋਨੋਂ ਸ਼ਕਤੀਆਂ ਨੇ। ਉਹਨੂੰ ਸਹੀ ਯੂਟਿਲਾਈਜ਼ ਕਰੋ, ਉਹ ਸਾਰੂ ਸ਼ਕਤੀ ਹੈ, ਉਹਨੇ ਫਾਇਦਾ ਦੇਣਾ। ਗਲਤ ਹੋ ਗਿਆ ਤਾਂ ਉਹਨੇ ਸਾੜ ਦੇਣਾ ਸਭ ਕੁਝ। ਤੇ ਉਹਨੂੰ ਵੈਰ ਵੀ ਕਿਸੇ ਨਾਲ ਨਹੀਂ। ਰੱਬ ਦੀਆਂ ਸ਼ਕਤੀਆਂ ਨੂੰ ਕਿਸੇ ਨਾਲ ਵੈਰ ਨਹੀਂ ਹੈ, ਉਹ ਨਿਰਵੈਰ ਹੈ। ਓਕੇ, ਥਰਡ ਕੀ ਹੈ? ਅਕਾਲ ਮੂਰਤ। ਕਾਲ ਹੁੰਦਾ ਸਮਾਂ, ਸਮੇਂ ਦੇ ਅੱਗੇ ਲਾਇਆ ਐੜਾ। ਸਮੇਂ 'ਚ ਕੀ ਹੁੰਦਾ? ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸਥਿਤੀਆਂ ਪ੍ਰਸਥਿਤੀਆਂ ਹੁੰਦੀਆਂ ਨੇ, ਠੀਕ ਹੈ, ਸਿਚੁਏਸ਼ਨਸ ਚੇਂਜ ਹੁੰਦੀਆਂ ਨੇ, ਫਿਰ ਹਾਲਾਤ ਬਦਲਦੇ ਨੇ, ਸਰਕਮਸਟੈਂਸਸ ਚੇਂਜ ਹੁੰਦੇ ਨੇ। ਸਾਡੇ ਮਨ ਦੇ ਉੱਪਰ ਹਰ ਬਦਲੇ ਹੋਏ ਹਾਲਾਤ ਦਾ ਅਸਰ ਪੈਂਦਾ ਹੈ, ਹਰ ਬਦਲੀ ਹੋਈ ਸਿਚੁਏਸ਼ਨ ਦਾ ਅਸਰ ਪੈਂਦਾ ਹੈ। ਵਾਹਿਗੁਰੂ ਪਿਤਾ ਜੀ ਦੀ ਜੋਤ ਅੰਦਰ ਹੈ, ਉਹਨਾਂ ਤੇ ਕੋਈ ਅਸਰ ਨਹੀਂ ਪੈ ਰਿਹਾ। ਅਕਾਲ, ਸਮੇਂ ਤੋਂ, ਸਮੇਂ ਦੇ ਪ੍ਰਭਾਵ ਤੋਂ ਰਹਿਤ। ਓਕੇ, ਨੰਬਰ 2, ਜਦੋਂ ਸਾਡੇ ਤੇ ਅਸਰ ਪੈਂਦਾ ਹੈ ਤੇ ਸਾਡੇ ਅੰਦਰ ਕੋਈ ਨਾ ਕੋਈ ਗੁਣ ਜਾਂ ਔਗਣ ਮਰ ਜਾਂਦਾ ਹੈ। ਸਾਡੇ ਅੰਦਰ ਜਨਮ ਮਰਨ ਚੱਲਦਾ ਹੈ। ਕਦੀ ਕੋਈ ਗੁਣ ਮਰ ਗਿਆ, ਕੋਈ ਔਗਣ ਜਨਮ ਲੈ ਲਿਆ। ਕਦੀ ਕੋਈ ਔਗਣ ਨੇ ਜਨਮ ਲਿਆ, ਗੁਣ ਮਰ ਗਿਆ। ਕਦੀ ਗੁਣ ਨੇ ਜਨਮ ਲਿਆ, ਔਗਣ ਮਰ ਗਿਆ। ਜਨਮ ਮਰਨ ਚੱਲਦਾ ਹੈ। ਵਾਹਿਗੁਰੂ ਪਿਤਾ ਜੀ ਇੱਕ ਤੇ ਉਹਨਾਂ ਦੀ ਹਸਤੀ, ਮੂਰਤ ਦੇ ਅਰਥ ਹੈ ਐਗਜ਼ਿਸਟੈਂਸ। ਵਾਹਿਗੁਰੂ ਜੀ ਹਰ ਥਾਂ ਤੇ ਹੈ। ਉਹਨਾਂ ਦੀ ਜਿਹੜੀ ਹਸਤੀ ਹੈ ਅਕਾਲ ਹੈ, ਸਮੇਂ ਤੋਂ ਰਹਿਤ ਹੈ। ਦੂਸਰੀ ਅਜੂਨੀ, ਜਨਮ ਮਰਨ ਤੋਂ ਰਹਿਤ ਹੈ। ਓਕੇ, ਹੁਣ ਅਗਲੀ ਬਾਤ ਜਿਹੜੀ ਕਹੀ ਗਈ, ਉਹ ਕਹੀ ਗਈ ਸੈਭੰ। ਇਹਦੇ ਦੋ ਅਰਥ ਨੇ ਜੀ। ਤੁਸੀਂ ਲਾਈਫ ਨਾਲ ਰੈਲੇਵੈਂਟ ਜਿਹੜੇ ਸਮਝਣੇ ਨੇ ਉਹਨੂੰ ਥੋੜਾ ਧਿਆਨ ਦੇਣਾ। ਇੱਕ ਇਹਦੇ ਅਰਥ ਹੈਗੇ ਜਿਹੜੀ ਵਾਹਿਗੁਰੂ ਪਿਤਾ ਜੀ ਦੀ ਜੋਤ ਸਾਡੇ ਅੰਦਰ ਹੈ, ਉਹਦੇ ਨਾਲ ਸੰਬੰਧਿਤ। ਉਹ ਜੋਤ ਜਿਹੜੀ ਹੈ ਨਾ, ਸਵੈ ਭੰ, ਆਪਣੇ ਆਪ ਪੈਦਾ ਹੋਈ ਹੈ, ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਦੂਸਰਾ, ਉਸ ਜੋਤ ਵਿੱਚੋਂ ਮਨ ਨਿਕਲਿਆ। ਕਦੋਂ ਨਿਕਲਿਆ? ਮਾਤਾ ਦੇ ਗਰਭ ਵਿੱਚ ਚੌਥੇ ਪੰਜਵੇਂ ਮਹੀਨੇ ਅੰਦਰ ਵਿਚਾਰ ਚੱਲਣੇ ਸ਼ੁਰੂ ਹੋਏ ਨੇ, ਪਹਿਲਾਂ ਨਹੀਂ। ਚੌਥੇ ਪੰਜਵੇਂ ਮਹੀਨੇ ਵਿਚਾਰ ਚੱਲਣੇ ਸ਼ੁਰੂ ਹੋਏ ਹੈ। ਜਦੋਂ ਵਿਚਾਰ ਚੱਲਣੇ ਸ਼ੁਰੂ ਹੋਏ, ਵਿਚਾਰ ਕੀ ਹੈ? ਮਨ ਹੈ। ਤਾਂ ਸਵੈ ਭੰਗ,
ਸਪਲਿਟ ਹੋ ਗਿਆ, ਉਸ ਜੋਤ ਵਿੱਚੋਂ ਇੱਕ ਮਨ ਨਿਕਲ ਆਇਆ। ਹੁਣ ਉਹ ਜਿਹੜਾ ਸਪਲਿਟ ਹੋਇਆ ਨਾ ਮਨ, ਉਹਦੇ ਲਈ ਚਾਹੀਦੀ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵਾਹਿਗੁਰੂ ਜੀ ਦੀ, ਵਾਹਿਗੁਰੂ ਪਿਤਾ ਜੀ ਦੀ ਜੋਤ ਸਾਡੇ ਅੰਦਰ ਹੈ, ਉਹਦੇ ਵਿੱਚੋਂ ਨਿਕਲਿਆ ਹੋਇਆ ਮਨ ਜਿਹੜਾ ਸਪਲਿਟ ਹੋਇਆ ਹੋਇਆ ਨਾ, ਹੁਣ ਉਹ ਸਾਰਾ ਕੁਝ ਮਨ ਦੇ ਲਈ ਹੈ। ਮਨ ਹੀ ਮਰਜ਼ੀਆਂ ਕਰ ਰਿਹਾ। ਦੇਖੋ, ਮਨ ਹੀ ਮਰਜ਼ੀਆਂ ਕਰ ਰਿਹਾ ਹੈ, ਮਨ ਦੇ ਲਈ ਹੀ ਨਿਜ਼ਮ ਨੇ, ਮਨ ਦੇ ਲਈ ਹੀ ਟੀਚਿੰਗਸ ਨੇ। ਮਨ ਨੇ ਹੀ ਨਿਰਭਉ ਬਣਨਾ ਹੈ, ਮਨ ਨੇ ਹੀ ਨਿਰਵੈਰ ਬਣਨਾ ਹੈ, ਮਨ ਨੇ ਹੀ ਇਸ ਤਰ੍ਹਾਂ ਰਹਿਣਾ ਹੈ ਕਿ ਇਹਦੇ ਤੇ ਕੋਈ ਸਮੇਂ ਦਾ ਪ੍ਰਭਾਵ ਨਾ ਪਵੇ, ਅਕਾਲ। ਮਨ ਨੂੰ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇਹਦੇ ਅੰਦਰੋਂ ਗੁਣਾਂ ਦੀ ਮੌਤ ਨਾ ਹੋਵੇ, ਇਹਦੇ ਅੰਦਰ ਔਗਣਾਂ ਦਾ ਜਨਮ ਨਾ ਹੋਵੇ। ਮਨ ਦੇ ਵਿੱਚ ਜਨਮ ਮਰਨ ਨਹੀਂ ਹੋਣਾ ਚਾਹੀਦਾ। ਅਗਲਾ ਕਨਸੈਪਟ ਆਪਾਂ ਅਗਲੀ ਕਲਾਸ ਵਿੱਚ ਨੈਕਸਟ ਵੀਕ ਕਵਰ ਕਰਾਂਗੇ ਕਿ ਮਨ ਦੇ ਅੰਦਰ ਜਿਹੜਾ ਜਨਮ ਮਰਨ ਹੁੰਦਾ, ਉਹਦੇ ਚੋਂ ਦੁੱਖ ਕਿਵੇਂ ਨਿਕਲਦੇ ਨੇ, ਤੇ ਉਸ ਜਨਮ ਮਰਨ ਨੂੰ ਨਿਵਾਰਨਾ ਕਿਵੇਂ ਹੈ, ਤੇ ਉਹਨਾਂ ਦੁੱਖਾਂ ਤੋਂ ਬਚਣਾ ਕਿਵੇਂ ਹੈ। ਇਹ ਬੇਸਿਕ ਕਨਸੈਪਟ ਜਿਹੜਾ ਹੈ ਇਹਦਾ। ਹੁਣ ਦੂਸਰਾ ਪੁਆਇੰਟ ਯਾਦ ਰੱਖਿਓ, ਜਿੰਨੀ ਗੁਰਬਾਣੀ ਹੈ ਉਹ ਕਾਵਿ ਰਚਨਾ ਵਿੱਚ ਹੈ ਜੀ। ਕਾਵਿ ਰਚਨਾ ਦੇ ਅਰਥ ਨੇ 2 ਪੰਕਤੀਆਂ, ਉਹਦੀ ਲਾਸਟ ਸਾਊਂਡ ਇੱਕੋ ਜੀ ਹੁੰਦੀ ਹੈ, ਲਾਸਟ ਅਖੀਰਲੀ ਆਵਾਜ਼ ਇੱਕੋ ਜੀ ਹੁੰਦੀ ਹੈ। ਜਿਵੇਂ ਪੰਕਤੀ ਕੋਈ ਵੀ ਪੜ੍ਹ ਕੇ ਦੇਖੋ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਪਿੱਛੇ ਕੀ ਆਇਆ, ਆਰ, ਹੈ ਨਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ, ਪਿੱਛੇ ਆਰ, ਉਨੀ ਸਾਊਂਡ ਆਏਗੀ। ਠੀਕ ਹੈ ਜੀ। 2-2 ਪੰਕਤੀਆਂ ਹਮੇਸ਼ਾ ਹੋਣਗੀਆਂ, ਉਹ 2-2 ਪੰਕਤੀਆਂ ਦੀ ਲਾਸਟ ਸਾਊਂਡ ਹੋਏਗੀ। ਕੁਝ ਪੰਕਤੀਆਂ 3-3 ਹੋਣਗੀਆਂ, ਕੁਝ 4-4 ਹੋਣਗੀਆਂ, ਲਾਸਟ ਸਾਊਂਡ ਹੋਏਗੀ। ਇੱਕੋ ਜੀਆਂ ਪੰਕਤੀਆਂ ਹੋਣਗੀਆਂ, ਫਿਰ ਉਹਨੂੰ ਕਾਵਿ ਰਚਨਾ ਕਹਿੰਦੇ ਨੇ, ਤਾਂ ਹੀ ਉਹ ਗਾਇਆ ਜਾਂਦਾ ਹੈ ਨਾ ਜੀ। ਓਕੇ, ਤੇ ਆ ਜਿਹੜੀ ਇੱਕੋ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਹੈ, ਉਦੋਂ ਬਾਅਦ ਫੁੱਲ ਸਟਾਪ ਹੈ, ਅੱਗੇ ਪੰਕਤੀ ਹੈ ਨਹੀਂ ਕੋਈ। ਇਹਨੂੰ ਯਾਦ ਰੱਖਿਓ, ਅੱਗੇ ਪੰਕਤੀ ਹੈ ਨਹੀਂ। ਅੱਗੇ ਜਿਹੜਾ ਹੈਗਾ ਜਪ ਸ਼ਬਦ ਹੈਗਾ, ਉਹਨੂੰ ਅਸੀਂ ਆਪ ਸਿੱਖਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਟਾਰਟਿੰਗ ਤੇ ਤਤਕਰਾ ਹੈ ਜੀ। ਔਰ ਦੁਨੀਆ ਤੇ ਤੁਹਾਨੂੰ ਕੋਈ ਵੀ ਮੈਗਜ਼ੀਨ, ਕੋਈ ਵੀ ਬੁੱਕ ਐਸੀ ਨਹੀਂ ਮਿਲੂਗੀ ਜਿਹਦੇ 2 ਇੰਡੈਕਸਸ ਹੋਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਇੰਡੈਕਸ ਨੇ। ਉਹਦੇ 'ਚ ਇੱਕ ਇੰਡੈਕਸ ਹੈ, 1 ਮਿੰਟ ਜੀ, ਮੈਨੂੰ ਲੱਗਦੀ ਆਪਣੀ ਕਲਾਸ ਵਾਲਾ ਚੋਂ ਕਿਸੇ ਦਾ ਹੈ। ਹਾਂਜੀ, 1 ਮਿੰਟ ਹੋਲਡ ਰੱਖੇ। ਹਾਂਜੀ, ਵਾਹਿਗੁਰੂ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਚੱਲਦਾ ਨਹੀਂਗਾ ਪ੍ਰੋਗਰਾਮ? ਚੱਲ ਰਿਹਾ ਜੀ। ਨਹੀਂ, ਮੈਸੇਜ ਸਾਡੇ ਤਾਂ ਆਈ ਜਾਂਦਾ ਜੀ, ਦਿਸ ਦਾ ਹੋਸਟ ਹੈਜ਼ ਅਨਦਰ ਮੀਟਿੰਗ ਇਨ ਪ੍ਰੋਗਰੈਸ। 1 ਮਿੰਟ ਜੀ, ਨਹੀਂ ਜੀ, ਤੁਸੀਂ ਆਈਡੀ ਦੂਜੀ ਨਾਲ ਲਾ ਲਈ ਹੋਵੇ, ਦੇਖ ਲਓ ਧਿਆਨ ਨਾਲ ਜੀ। ਜਿਹੜੀ ਤੁਹਾਡੀ ਹੁਣ ਦੀ ਪਾਈ ਹੋਈ ਆ ਨਵੀਂ, ਉਹੀ ਹੈ ਜੀ, ਪਿਛਲੀ ਹੋਈ। ਹਾਂਜੀ ਹਾਂਜੀ, ਪਿਛਲੀ ਹੋਈ ਜੀ। ਹਾਂਜੀ ਹਾਂਜੀ, ਓਕੇ ਜੀ। ਹਾਂਜੀ, ਸੌਰੀ ਜੀ, ਡਿਸਟਰਬੈਂਸ। ਹਾਂਜੀ, ਓਕੇ, ਆਪਾਂ ਵਿਚਾਰ ਰਹੇ ਸੀ ਕਿ ਇੱਕੋ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੋਂ ਬਾਅਦ ਹੈ ਜਪ। ਠੀਕ ਹੈ ਜੀ। 2 ਇੰਡੈਕਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਟਾਰਟਿੰਗ ਵਿੱਚ, ਉਹਦੇ ਜ਼ਰੂਰ ਆਪ ਦਰਸ਼ਨ ਕਰਿਓ। ਇੱਕ ਇੰਡੈਕਸ ਹੈ ਤਤਕਰਾ, ਹੈ ਤਤਕਰਾ ਸ਼ਬਦਾਂ ਕਾ, ਇੱਕ ਹੈ ਤਤਕਰਾ ਰਾਗਾਂ ਕਾ। ਠੀਕ ਹੈ ਜੀ। ਪਹਿਲਾਂ ਤਤਕਰਾ ਰਾਗਾਂ ਕਾ, ਫਿਰ ਤਤਕਰਾ ਸ਼ਬਦਾਂ ਕਾ। ਜਿਹੜਾ ਤਤਕਰਾ ਰਾਗਾਂ ਕਾ ਹੈ, ਉਹਦੇ ਪਹਿਲਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਉੱਪਰ ਲਿਖਿਆ ਹੋਇਆ, ਉਦੋਂ ਬਾਅਦ ਤਤਕਰਾ ਸ਼ੁਰੂ ਹੁੰਦਾ ਹੈ। ਜਿੱਥੇ ਤਤਕਰਾ ਸ਼ੁਰੂ ਹੁੰਦਾ ਹੈ, ਉੱਥੇ ਪਹਿਲਾਂ ਬਾਣੀਆਂ ਦੇ ਨਾਮ ਨੇ। ਜਪ ਇੱਧਰ ਲਿਖਿਆ ਪੰਨਾ ਨੰਬਰ 1, ਫਿਰ ਹੈ 100 ਦਰ, ਪੰਨਾ ਨੰਬਰ 8, ਫਿਰ ਹੈ 100 ਪੁਰਖ, ਪੰਨਾ ਨੰਬਰ ਇੰਨਾ, ਫਿਰ ਹੈ ਸੋਹਿਲਾ, ਪੰਨਾ ਨੰਬਰ ਇੰਨਾ, ਫਿਰ ਹੈ ਰਾਗ ਸ੍ਰੀ ਰਾਗ, ਪੰਨਾ ਨੰਬਰ ਇੰਨਾ। ਏਦਾਂ ਉਹ ਤਤਕਰਾ ਰਾਗਾਂ ਕਾ ਹੈ। ਠੀਕ ਹੈ ਜੀ। ਉੱਥੇ ਲਿਖਿਆ ਜਪ ਪੰਨਾ ਨੰਬਰ 8 ਤੇ ਪੰਨਾ ਨੰਬਰ 1, ਤੇ ਉਹੀ ਇੱਥੇ ਪਾਵਨ ਅੰਗ 1 ਦੇ ਉੱਪਰ ਕੀ ਲਿਖਿਆ ਹੋਇਆ, ਜਪ। ਪ੍ਰਾਤਨ ਸਮਿਆਂ ਦੇ ਵਿੱਚ ਜਪ ਦੇ ਦੋਨੋਂ ਪਾਸੇ ਫੁੱਲ ਸਟਾਪ ਸਨ, ਜਿਹਨੂੰ ਆਪਾਂ ਇਨਵਾਈਟਡ ਕੌਮਾਸ ਕਹਿ ਦੋ ਜਾਂ ਆਪਾਂ ਬ੍ਰੈਕਟ ਕਹਿ ਦੋ। ਇਹ ਇੱਕ ਸਬਜੈਕਟ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ। ਠੀਕ ਹੈ ਜੀ। ਉਸ ਤੋਂ ਪਹਿਲਾਂ ਜਿਹੜਾ ਇੱਕੋ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਠੀਕ ਹੈ ਜੀ, ਇੱਕੋ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਇਹ ਵਾਰਤਕ ਰੂਪ ਵਿੱਚ ਹੈ। ਇਹਦੇ ਨਾਲ ਦੀ ਪੰਕਤੀ ਨਹੀਂ ਹੈ। ਸਮੁੱਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ 32 ਵਾਰੀ ਅੰਕਿਤ ਹੈ ਜੀ, 32 ਟਾਈਮਸ।
ਓਕੇ, ਇਹਨੂੰ ਕਿਹਾ ਜਾਂਦਾ ਹੈ ਮੂਲ ਮੰਤਰ। ਮੂਲ ਹੁੰਦਾ ਬੇਸਿਕ, ਮੁੱਢਲੀ, ਠੀਕ ਹੈ ਜੀ। ਮੰਤਰ ਹੋ ਗਿਆ ਮਨ ਦੇ ਅੰਦਰ। ਮਨ ਦੇ ਅੰਦਰ ਕੀ ਹੈ? ਸਾਡੀ ਡਾਇਰੈਕਸ਼ਨ। ਹੁਣ ਆਪਾਂ ਸੁਣ ਰਹੇ ਹਾਂ, ਠੀਕ ਹੈ ਜੀ, ਸੁਣ ਰਹੇ ਹਾਂ, ਅਗਰ ਚੰਗਾ ਲੱਗ ਰਿਹਾ ਅੰਦਰ ਪਿਆਰ ਪੈਦਾ ਹੋ ਜਾਏਗਾ, ਨਹੀਂ ਚੰਗਾ ਲੱਗ ਰਿਹਾ ਤੇ ਅੰਦਰ ਹਿਡਨ ਰੂਪ ਵਿੱਚ ਇੱਕ ਨਫ਼ਰਤ ਜੀ ਪੈਦਾ ਹੋ ਜਾਏਗੀ, ਠੀਕ ਹੈ। ਜੇ ਨਫ਼ਰਤ ਪੈਦਾ ਹੋ ਗਈ ਤਦ ਵੀ ਮਨ ਬਾਰ-ਬਾਰ ਜਾਏਗਾ, ਮਨ ਨੂੰ ਚੰਗਾ ਲੱਗਿਆ ਤਦ ਵੀ ਵਾਰ-ਵਾਰ ਜਾਏਗਾ। ਪਰ ਉਹ ਜਿਹੜੀ ਦਿਸ਼ਾ ਹੈ, ਦਿਸ਼ਾ ਦੇ ਵਿੱਚ ਇੱਕ ਚੀਜ਼ ਚੰਗਿਆਈ ਹੈ, ਇੱਕ ਬੁਰਾਈ ਹੈ। ਨਫ਼ਰਤ ਬੁਰਾਈ ਹੈ, ਚੰਗਿਆਈ ਜਿਹੜੀ ਹੈ ਉਹ ਚੰਗਾਪਣ ਹੈ, ਪ੍ਰੇਮ ਜਿਹੜਾ ਹੈ ਚੰਗਾਪਣ ਹੈ, ਠੀਕ ਹੈ ਜੀ। ਹੁਣ ਉਹ ਮਨ ਦੀ ਦਿਸ਼ਾ ਹੈ, ਹਰ ਵੇਲੇ ਉਹ ਮਾਈਂਡ ਡਾਇਰੈਕਸ਼ਨ ਨੂੰ ਸਹੀ ਪਾਸੇ ਲਿਜਾਣ ਵਾਸਤੇ ਮੁੱਢਲੀ ਸਲਾਹ ਦਿੱਤੀ ਗਈ ਕਿ ਆਹ ਇੱਕ ਕਨਸੈਪਟ ਹੈ ਤੇਰੀ ਜ਼ਿੰਦਗੀ ਦਾ, ਤੇ ਜਿਹੜੀ ਇਸ ਕਨਸੈਪਟ ਨੂੰ ਤੂੰ ਇਸ ਤਰੀਕੇ ਨਾਲ ਜਿਉਣਾ ਹੈ ਕਿ ਮਰਜ਼ੀ ਚੱਲੇ ਇੱਕ ਓੰਕਾਰ ਦੀ, ਨਿਜ਼ਮ ਚੱਲੇ ਇੱਕ ਓੰਕਾਰ ਦਾ, ਉਪਦੇਸ਼ ਚੱਲਣ ਇੱਕ ਓੰਕਾਰ ਦਾ। ਉਹ ਇੱਕ ਓੰਕਾਰ ਕਿੱਥੇ ਨੇ? ਉਹ ਵਾਹਿਗੁਰੂ ਪਿਤਾ ਜੀ ਮੇਰੇ ਅੰਦਰ ਨੇ। ਉਹ ਇੱਕ ਓੰਕਾਰ ਕਿੱਥੇ ਨੇ? ਉਹ ਹਰ ਥਾਂ ਤੇ ਨੇ। ਹੁਣ ਇਹ ਸਾਨੂੰ ਇੱਕ ਬੇਸਿਕ ਸਲਾਹ ਦਿੱਤੀ ਗਈ। ਇਹਦੇ ਵਿੱਚੋਂ ਹੁਣ ਵੱਖ-ਵੱਖ ਨਿਕਲੇ ਹੋਏ ਸਵਾਲ, ਵੱਖ-ਵੱਖ ਅੰਦਰ ਪੈਦਾ ਹੋਏ ਸ਼ੰਕੇ ਤੇ ਵੱਖ-ਵੱਖ ਅੰਦਰ ਪੈਦਾ ਹੋਈਆਂ ਦਿਸ਼ਾਵਾਂ, ਮਨ ਦੀਆਂ, ਮਤ ਦੀਆਂ ਦਿਸ਼ਾਵਾਂ, ਉਹਨੂੰ ਗੁਰੂ ਪਾਤਸ਼ਾਹ ਕਵਰ ਕਰਨਗੇ। ਹੁਣ ਅੱਗੋਂ ਬਾਣੀ ਸ਼ੁਰੂ ਹੁੰਦੀ ਜਪ, ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਜਪ ਜੀ ਸਾਹਿਬ। ਹੁਣ ਉਹ ਜਪ, ਇੱਕ ਜੋਗੀ ਕਹਿੰਦਾ ਹੈ ਕਿ ਜਪ ਵਾਸਤੇ ਇੱਕ ਅਲੱਗ ਹਨੇਰੀ ਜਗ੍ਹਾ ਚਾਹੀਦੀ ਹੈ। ਜਪ ਵਾਸਤੇ ਉਹ ਜਗ੍ਹਾ ਚਾਹੀਦੀ ਹੈ ਜਿੱਥੇ ਕੰਨਾਂ ਵਿੱਚ ਕੁਛ ਨਾ ਪੈਂਦਾ ਹੋਵੇ, ਬਿਲਕੁਲ ਇਕਾਗਰ ਚਿੱਤ ਹੋਵੇ, ਠੀਕ ਹੈ ਜੀ। ਜਪ ਉਹ ਜਗ੍ਹਾ ਚਾਹੀਦੀ ਹੈ ਜਪ ਵਾਸਤੇ ਜਿੱਥੇ ਅੱਖਾਂ ਨੂੰ ਕੁਛ ਦਿਸਦਾ ਨਾ ਹੋਵੇ। ਉਹਨਾਂ ਨੇ ਤਿੰਨਾਂ ਚੀਜ਼ਾਂ ਦਾ ਪ੍ਰਬੰਧ ਕਰ ਲਿਆ। ਜਿੱਥੇ ਦਿਸਦਾ ਨਹੀਂ, ਜਿੱਥੇ ਕੰਨਾਂ ਦੇ ਵਿੱਚ ਕੋਈ ਆਵਾਜ਼ ਨਹੀਂ ਪੈਂਦੀ, ਤਾਂ ਉਸਨੇ ਕੀ ਲੱਭਿਆ? ਇੱਕ ਗੁਫਾ ਲੱਭੀ। ਉਸ ਗੁਫਾ ਦੇ ਵਿੱਚ ਉਹਨੇ ਆਪਣੇ ਤਰੀਕੇ ਨਾਲ ਜਿਉਂ-ਜਿਉਂ ਅੱਗੇ ਤੁਰਿਆ, ਉਹ ਫਿਰ ਜਪਜੀ ਸਾਹਿਬ ਦੇ ਅਗਲੇ ਕਨਸੈਪਟ ਨੇ, ਉਹਦੇ ਨਾਲ ਆਪਾਂ ਮੇਲਦੇ ਜਾਵਾਂਗੇ, ਠੀਕ ਹੈ ਜੀ। ਤੇ ਗੁਰੂ ਪਾਤਸ਼ਾਹ ਨੇ ਸਿੱਖ ਧਰਮ ਦਾ ਨਾਮ ਦਿੱਤਾ ਕਿ ਇਹ ਜਿਹੜਾ ਧਰਮ ਹੈ ਗ੍ਰਸਤ ਧਰਮ ਹੈ। ਹੁਣ ਦੇਖੋ, ਘਰ ਦੇ ਵਿੱਚ ਖਬਰ ਆਈ ਕਿ ਬੇਟੀ ਨੂੰ ਕੋਈ ਜ਼ਿੰਦਗੀ 'ਚ ਪ੍ਰੋਬਲਮ ਆ ਗਈ, ਬੇਟੇ ਨੂੰ ਪ੍ਰੋਬਲਮ ਆ ਗਈ। ਸਾਡੇ ਮਨ ਦੀ ਦਿਸ਼ਾ ਕਿੱਧਰ ਨੂੰ ਜਾਏਗੀ? ਸੋਚ ਕੇ ਦੇਖੋ, ਮਨ ਦੀ ਦਿਸ਼ਾ ਕਿੱਧਰ ਨੂੰ ਜਾਏਗੀ? ਮਨ ਦੀ ਦਿਸ਼ਾ ਟੈਨਸ਼ਨ ਵਾਲੇ ਪਾਸੇ ਨੂੰ ਜਾਏਗੀ। ਅਗਰ ਟੈਨਸ਼ਨ ਵਾਲੇ ਪਾਸੇ ਨੂੰ ਜਾਏਗੀ ਤੇ ਸੋਲਵ ਕਰਨ ਦੀ ਕੈਪੇਬਿਲਿਟੀ ਤੁਹਾਡੀ 50% ਰਹਿ ਜਾਏਗੀ। ਇਹ ਯਾਦ ਰੱਖਿਓ, ਮਸਲੇ ਨੂੰ ਸੋਲਵ ਕਰਨ ਦੀ ਜਿਹੜੀ ਹੈ ਉਹ 50% ਰਹਿ ਜਾਏਗੀ। ਨੰਬਰ 2, ਜਦੋਂ ਟੈਨਸ਼ਨ ਵੱਲ ਨੂੰ ਚਲੀ ਗਈ, ਪ੍ਰੋਬਲਮ ਕਿਹਦੀ ਹੈ? ਬੇਟੇ ਦੀ ਜਾਂ ਬੇਟੀ ਦੀ। ਇਸ ਨੂੰ ਸਮਝਣ ਦਾ ਯਤਨ ਕਰਿਓ। ਪ੍ਰੋਬਲਮ ਬੇਟੇ ਜਾਂ ਬੇਟੀ ਦੀ ਹੈ, ਠੀਕ ਹੈ ਜੀ। ਤੇ 50% ਅਸੀਂ ਇੱਧਰੋਂ ਅੱਧੇ ਹੋ ਗਏ, ਕਿਉਂਕਿ ਕਿੱਧਰ ਚਲਿਆ ਗਿਆ? ਟੈਨਸ਼ਨ ਵੱਲ ਨੂੰ। ਓਕੇ, ਨੰਬਰ 2, ਜਿੰਨੀ ਟੈਨਸ਼ਨ ਵਧੇਗੀ ਉਨੀ ਜਿਹੜੀ ਮਤ ਹੈ ਉਹ ਜਲਦਬਾਜ਼ੀ ਵਿੱਚ ਫੈਸਲੇ ਲਵੇਗੀ। ਇਸ ਨੂੰ ਯਾਦ ਰੱਖਿਓ, ਠੀਕ ਹੈ ਜੀ। ਜਲਦਬਾਜ਼ੀ ਵਿੱਚ ਫੈਸਲੇ ਲਵੇਗੀ। ਇਹ ਨੈਚੁਰਲ ਪ੍ਰੋਸੈਸ ਹੈ ਨਾ, ਚੱਲ ਰਿਹਾ ਨਾ। ਬੇਟੇ ਨੂੰ ਜਾਂ ਬੇਟੀ ਨੂੰ ਪ੍ਰੋਬਲਮ ਆਈ, ਅੰਦਰ ਟੈਨਸ਼ਨ ਕ੍ਰੀਏਟ ਹੋ ਗਈ, ਮਤ ਜਲਦਬਾਜ਼ੀ 'ਚ ਫੈਸਲੇ ਲੈ ਰਹੀ ਹੈ, ਤੇ ਫਿਰ ਇੱਕੋ ਓੰਕਾਰ ਵਾਹਿਗੁਰੂ ਪਿਤਾ ਜੀ ਕਿੱਥੇ ਨੇ? ਵਾਹਿਗੁਰੂ ਪਿਤਾ ਜੀ ਕਿੱਥੇ ਨੇ? ਜਿੱਥੇ ਟੈਨਸ਼ਨ ਸੀ ਉੱਥੇ ਵਾਹਿਗੁਰੂ ਪਿਤਾ ਜੀ ਨੇ ਹੋਣਾ ਚਾਹੀਦਾ ਸੀ। ਪੜ੍ਹਨਾ ਤਾਂ ਬੜਾ ਸੌਖਾ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹ ਜਿਉਿਆ ਕਿਵੇਂ ਜਾਵੇ? ਉਹ ਜਿਉਿਆ ਜਾਵੇ, ਉਹਦਾ ਨਾਮ ਹੈ ਜਪ। ਇਹ ਕਨਸੈਪਟ ਆਪਾਂ ਹਰ ਕਲਾਸ ਵਿੱਚ ਇਹਨੂੰ ਕੰਟੀਨਿਊ ਲਵਾਂਗੇ। ਉਹਨੂੰ ਜਿਉਿਆ ਕਿਵੇਂ ਜਾਵੇ। ਇੱਕ ਤਾਂ ਹੋ ਗਿਆ ਚਿੰਤਾ। ਹੁਣ ਸੈਕੰਡ ਲੈ ਲਓ, ਕੋਈ ਖੁਸ਼ਖਬਰੀ ਮਿਲੀ, ਗੁੱਡ ਨਿਊਜ਼ ਮਿਲੀ, ਠੀਕ ਹੈ ਜੀ। ਉਹ ਚਾਹੇ ਬੇਟੇ ਨਾਲ ਸੰਬੰਧਿਤ ਹੈ, ਚਾਹੇ ਬੇਟੀ ਨਾਲ ਸੰਬੰਧਿਤ ਹੈ, ਗੁੱਡ ਨਿਊਜ਼ ਮਿਲੀ। ਔਰ ਗੁੱਡ ਨਿਊਜ਼ ਵੀ ਠੀਕ ਹੈ, ਚਲੋ ਜਿਹੜੀ ਚੀਜ਼ ਵਾਸਤੇ ਆਪਾਂ ਪਾਲ ਪਲੋਸ ਰਹੇ ਸੀ, ਵੱਡੇ ਕਰ ਰਹੇ ਸੀ, ਉਹਨੂੰ ਇੱਕ ਜੌਬ ਮਿਲ ਗਈ, ਜੌਬ ਵੀ ਉਹ ਚੋਟੀ ਦੀ ਮਿਲ ਗਈ, ਜਾਂ ਡਿਗਰੀ ਮਿਲ ਗਈ, ਨੰਬਰ ਵੀ ਬਹੁਤ ਮਿਲ ਗਏ, ਤੇ ਮਨ 'ਚ ਕੀ ਪੈਦਾ ਹੋ ਗਿਆ? ਮਨ ਦੀ ਦਿਸ਼ਾ ਕਿੱਧਰ ਨੂੰ ਗਈ? ਖੁਸ਼ੀ ਵੱਲ ਨੂੰ। ਜਦੋਂ ਖੁਸ਼ੀ ਵੱਲ ਨੂੰ ਗਈ, ਕਮਾਲ ਦੀ ਬਾਤ ਹੈ, ਮਤ ਖੁਸ਼ੀ ਦੇ ਵਿੱਚ ਵੀ ਜਲਦਬਾਜ਼ੀ ਵਿੱਚ ਫੈਸਲੇ ਲੈਂਦੀ ਹੈ ਤੇ ਮਤ ਟੈਨਸ਼ਨ ਦੇ ਵਿੱਚ ਵੀ ਜਲਦਬਾਜ਼ੀ 'ਚ ਫੈਸਲੇ ਲੈਂਦੀ ਹੈ, ਠੀਕ ਹੈ ਜੀ। ਤੇ ਸ਼ੁਕਰਾਨਾ ਕਿੱਧਰ ਗਿਆ?
ਜਿੱਥੇ ਇੱਕ ਓੰਕਾਰ ਵਾਹਿਗੁਰੂ ਪਿਤਾ ਜੀ ਨੇ ਬੈਠਣਾ ਸੀ, ਉਹ ਤਾਂ ਸੀ ਸਾਡਾ ਧਿਆਨ, ਉਹ ਤਾਂ ਸੀ ਸਾਡੀ ਮਾਈਂਡ ਡਾਇਰੈਕਸ਼ਨ, ਉਹ ਤਾਂ ਸੀ ਸਾਡਾ ਮਨ ਦਾ ਵੇਗ। ਠੀਕ ਹੈ, ਮਨ ਦੇ ਵੇਗ ਦੇ ਉੱਪਰ ਕੀ ਬੈਠ ਗਿਆ? ਟੈਨਸ਼ਨ ਬੈਠ ਗਈ। ਮਨ ਦੇ ਵੇਗ ਦੇ ਉੱਪਰ ਕੀ ਬੈਠ ਗਿਆ? ਖੁਸ਼ੀ ਬੈਠ ਗਈ। ਨਤੀਜਾ ਕੀ ਹੋਇਆ ਕਿ ਉਸ ਮਨ ਦੇ ਵੇਗ ਨੂੰ ਸੁਜੈਸ਼ਨ ਦੇਣੀ ਸੀ ਕਿਸੇ ਨੇ। ਠੀਕ ਹੈ ਜੀ, ਜਦੋਂ ਟੈਨਸ਼ਨ ਮਨ ਦੇ ਵੇਗ ਤੇ ਬੈਠ ਗਈ, ਚਾਰ ਚੁਫੇਰੇ ਸਾਨੂੰ ਕਿਸ ਤਰ੍ਹਾਂ ਦੀ ਸੁਜੈਸ਼ਨ ਦੇ ਰਹੇ ਨੇ? ਜਿਹੜੇ ਸਾਨੂੰ ਉਸ ਟੈਨਸ਼ਨ ਤੇ ਵਰਕ ਕਰ ਰਹੇ ਨੇ। ਜਦੋਂ ਮਨ ਦੇ ਵੇਗ ਵਿੱਚ ਖੁਸ਼ੀ ਬੈਠ ਗਈ ਤੇ ਸਾਨੂੰ ਸੁਜੈਸ਼ਨ ਕਿਸ ਤਰ੍ਹਾਂ ਦੀ ਕੌਣ ਦੇ ਰਹੇ ਨੇ? ਜਿਹਦੇ ਵਿੱਚੋਂ ਸਾਨੂੰ ਖੁਸ਼ੀ ਨੂੰ ਵਧਾ ਰਹੇ ਨੇ। ਠੀਕ ਹੈ ਜੀ, ਇਹਦਾ ਮਤਲਬ ਸੁਜੈਸ਼ਨ ਕਿਹਦੀ ਚੱਲਣੀ ਸੀ? ਜਿਹੜੀ ਗੱਲ ਤੋਂ ਆਪਾਂ ਸਟਾਰਟ ਕੀਤਾ ਸੀ, ਜਿਸ ਦੀ ਮੇਰੇ ਵਾਹਿਗੁਰੂ ਪਿਤਾ ਜੀ ਜਿਨ੍ਹਾਂ ਨੂੰ ਇੱਕ ਓੰਕਾਰ ਕਿਹਾ, ਉਹਨਾਂ ਦੀ ਮਰਜ਼ੀ ਚੱਲਣੀ ਚਾਹੀਦੀ ਸੀ। ਉਹ ਮਰਜ਼ੀ ਚੱਲੇ ਤਾਂ ਅਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਈਏ? ਉਹਦਾ ਨਾਮ ਹੈ ਜਪ। ਜਪ is a lifestyle, internal lifestyle। ਸਾਡੇ ਅੰਦਰੋਂ ਅਸੀਂ ਕਿਵੇਂ ਜਿਉਣਾ ਹੈ, ਉਹ ਸਮੁੱਚੇ 38 ਪੌੜੀਆਂ, 2 ਸ਼ਲੋਕ, 1 ਸ਼ਲੋਕ ਪਹਿਲਾਂ, ਇਹੀ ਸ਼ਲੋਕ ਸੁਖਮਨੀ ਸਾਹਿਬ ਦੇ ਵਿੱਚ, ਔਰ ਉੱਥੇ ਵੀ ਸੁਖਮਨੀ ਸਾਹਿਬ ਦੇ 3 ਕਨਸੈਪਟ ਤੋਂ ਇੱਕ ਕਨਸੈਪਟ ਉੱਥੇ ਵੀ ਇਸੇ ਸ਼ਲੋਕ ਨਾਲ ਸੰਬੰਧਿਤ ਸਾਰੇ ਸੁਖਮਨੀ ਸਾਹਿਬ ਦੀ ਬਾਣੀ ਅੰਦਰ। ਠੀਕ ਹੈ ਜੀ, ਫਿਰ ਇੱਕ ਸ਼ਲੋਕ ਅਖੀਰ ਤੇ, ਜਿਹੜਾ ਅਖੀਰ ਤੇ ਸ਼ਲੋਕ ਹੈ ਨਾ, ਉਹਦਾ ਮੈਂ ਥੋੜਾ ਜਿਹਾ ਕਨਸੈਪਟ ਤੁਹਾਡੇ ਸਾਹਮਣੇ ਰੱਖ ਦੇਵਾਂ। ਉਹ ਜਿਹੜਾ ਪਵਨ ਗੁਰੂ ਪਾਣੀ ਪਿਤਾ ਵਾਲਾ, ਉਹਦਾ ਕਨਸੈਪਟ ਇਹ ਹੈ ਕਿ ਸਾਡੇ ਪਿਤਾ ਜੀ ਵਾਹਿਗੁਰੂ ਜੀ ਇੱਕ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਅਸੀਂ ਉਹਨਾਂ ਦੇ ਪੁੱਤਰ ਹਾਂ। ਤੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਇੱਕ ਨੌਕਰ, ਇੱਕ ਨੌਕਰਾਨੀ ਰੱਖੇ ਹੋਏ ਨੇ। ਨੌਕਰ ਕੌਣ ਹੈ? ਦਿਨ। ਨੌਕਰਾਨੀ ਕੌਣ ਹੈ? ਰਾਤ। ਨੌਕਰ ਬਾਹਰ ਖੇਲਣ ਲੈ ਜਾਂਦਾ ਹੈ, ਨੌਕਰਾਨੀ ਗੋਦੀ 'ਚ ਬਿਠਾ ਕੇ ਸੁਲਾ ਲੈਂਦੀ ਹੈ। ਪੰਕਤੀਆਂ ਪੜ੍ਹ ਕੇ ਦੇਖੋ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਸਰੀਰ ਦੀ ਵਿਆਖਿਆ ਹੈ। ਜਿਵੇਂ ਸਰੀਰ ਨੂੰ ਪੈਦਾ ਕਰਨ ਵਾਲਾ ਪਿਤਾ ਪਾਣੀ ਹੈ, ਫਿਰ ਸਰੀਰ ਨੂੰ ਜੋੜ ਕੇ ਰੱਖਣ ਵਾਲੀ ਹਵਾ ਹੈ, ਜਿਹਨੇ ਆਤਮਾ ਤੇ ਸਰੀਰ ਦਾ ਮੇਲ ਰੱਖਣਾ ਹੈ। ਠੀਕ ਹੈ ਜੀ, ਜਿਵੇਂ ਗੁਰੂ ਨੇ ਆਤਮਾ ਪਰਮਾਤਮਾ ਨੂੰ ਮਿਲਾਉਣਾ ਹੈ, ਹਵਾ ਜਿਹੜੀ ਹੈ ਸਰੀਰ ਤੇ ਆਤਮਾ ਨੂੰ ਮਿਲਾ ਕੇ ਰੱਖਦੀ ਹੈ। ਪਾਣੀ ਪਿਤਾ ਹੈ ਤੇ ਮਿੱਟੀ ਮਾਂ ਹੈ, ਉਹਦੇ ਚੋਂ ਸਰੀਰ ਬਣਿਆ। ਤੇ ਵਾਹਿਗੁਰੂ ਪਿਤਾ ਜੀ ਨੇ ਸਾਨੂੰ ਜੀਵਨ ਦਿੱਤਾ ਦਿਵਸ ਰਾਤ। ਦਿਵਸ ਰਾਤ ਦੇ ਅਰਥ ਹੈ ਦਿਨ ਤੇ ਰਾਤ। ਦੋਏ ਦਾਈ ਦਾਇਆ, ਦਾਈ ਦਾਇਆ ਹੁੰਦਾ ਨੌਕਰ ਨੌਕਰਾਣੀ। ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਇਹ ਖੇਡ ਖੇਡ ਰਹੇ ਆ। ਉਹ ਬੁਰਿਆਈਆਂ ਦੀ ਖੇਡ ਖੇਡ ਰਹੇ ਆ ਮਨ ਦੀਆਂ ਮਰਜ਼ੀਆਂ ਕਰਕੇ। ਮਨ ਦੀਆਂ ਮਰਜ਼ੀਆਂ ਨੂੰ ਪਕੜਨਾ ਹੈ, ਮਨ ਦੀਆਂ ਮਰਜ਼ੀਆਂ ਪਰਚੋਲਣੀਆਂ ਨੇ। ਇੱਕ ਓੰਕਾਰ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ। ਆ ਸਾਡੇ ਕੰਨਾਂ ਤੇ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ, ਸਾਡੀਆਂ ਅੱਖਾਂ ਤੇ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ, ਸਾਡੀ ਜ਼ੁਬਾਨ ਤੇ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ, ਸਾਡੀ ਮਤ ਫੈਸਲੇ ਲਵੇ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ, ਸਾਡਾ ਮਨ ਦਿਸ਼ਾਵਾਂ ਨੂੰ ਤਲਾਸੇ ਤਾਂ ਮਨ ਦੀ ਮਰਜ਼ੀ ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਚੱਲੇ, ਇੱਕ ਓੰਕਾਰ ਦੀ ਮਰਜ਼ੀ ਚੱਲੇ। ਉਹਦੇ ਲਈ ਮੁੱਢਲੀ ਸਲਾਹ ਦੇ ਦਿੱਤੀ, ਪਿਆਰਿਆ ਆ ਹੈ ਜੜ, ਆ ਹੈ ਨੀਂਹ, ਆ ਹੈ ਜ਼ਿੰਦਗੀ ਦਾ ਇੱਕ ਧੁਰਾ। ਹੁਣ ਜਿਉਣਾ ਕਿਵੇਂ ਹੈ? ਜਪ। ਇਹ ਸੀ ਜੀ ਅੱਜ ਦਾ ਪਹਿਲਾ ਟੌਪਿਕ ਜਿਹੜਾ ਹੈ, ਉਹ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਡੀ ਲਾਈਫ ਨਾਲ ਰੈਲੇਵੈਂਟ ਕਨਸੈਪਟ, ਇਹ ਜਿਹੜਾ ਇੱਕ ਇੱਕ ਕਰਕੇ ਆਪਾਂ ਵਿਚਾਰਾਂਗੇ। ਉਸ ਤੋਂ ਬਾਅਦ ਅੱਜ ਦਾ ਜਿਹੜਾ ਦੂਸਰਾ ਪਾਰਟ ਹੈ ਜੀ, ਉਹ ਸੀਗਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੋਇਆ ਕੋਈ ਇੱਕ ਸ਼ਬਦ ਆਪਾਂ ਵਿਚਾਰਿਆ ਕਰਾਂਗੇ, ਜਿਹੜਾ ਲਾਈਫ ਨਾਲ ਰੈਲੇਵੈਂਟ ਸਾਨੂੰ ਸੌਖੀ ਸਮਝ ਆ ਜਾਵੇ। ਉਹਦੇ ਚੋਂ ਅੱਜ ਮੈਂ 3 ਸ਼ਬਦ ਤੁਹਾਡੇ ਸਾਹਮਣੇ ਲਵਾਂਗਾ, ਜਿਹੜੇ ਹਰ ਧਰਮ ਵਰਤਦਾ ਹੈ, ਹਰ ਧਾਰਮਿਕ ਗ੍ਰੰਥ ਵਿੱਚ ਵਰਤੇ ਜਾਂਦੇ ਨੇ, ਗੁਰਬਾਣੀ ਅੰਦਰ ਵਾਰ-ਵਾਰ ਆਉਂਦੇ ਨੇ। ਇੱਕ ਸ਼ਬਦ ਹੈ ਆਰਾਧਨਾ, ਇੱਕ ਸ਼ਬਦ ਹੈ ਪੂਜਣਾ, ਤੇ ਤੀਸਰਾ ਸ਼ਬਦ ਹੈ ਜਪਣਾ। ਇਹਨੂੰ ਪਹਿਲਾਂ ਲਾਈਫ ਨਾਲ ਰੈਲੇਵੈਂਟ ਸਮਝ ਲਿਓ। ਠੀਕ ਹੈ ਜੀ। ਆਰਾਧਨਾ ਕੀ ਹੁੰਦਾ ਹੈ? ਆਪਣੇ ਪਿਆਰੇ ਨੂੰ ਖੁਸ਼ ਕਰਨਾ। ਬਸ ਆਹ ਬੇਸਿਕ ਪੁਆਇੰਟ ਸਮਝ ਲਿਓ। ਪੂਜਣਾ ਕੀ ਹੈ? ਆਪਣੇ ਪਿਆਰੇ ਨੂੰ ਖੁਸ਼ ਕਰਨਾ। ਜੇ ਮਾਂ ਨਾਲ ਪਿਆਰ ਹੈ ਤੇ ਤੇਰੀ ਜ਼ਿੰਦਗੀ ਬਤੌਰ ਪੁੱਤ ਤੇ ਬਤੌਰ ਧੀ, ਤੇਰੀ ਮਾਂ ਦੀ ਆਰਾਧਨਾ ਕੀ ਬਣ ਗਈ? ਮਾਂ ਨੂੰ ਖੁਸ਼ ਕਰਨਾ ਹੈ।
ਜਿਹਨੂੰ ਮਾਂ ਦੀਆਂ ਭਾਵਨਾ ਨਹੀਂ ਪਤਾ ਲੱਗਣਗੀਆਂ, ਮਾਂ ਨੂੰ ਖੁਸ਼ ਨਹੀਂ ਕਰ ਸਕੇਗਾ। ਇਹਦਾ ਮਤਲਬ ਮਾਂ ਦੀ ਆਰਾਧਨਾ ਨਹੀਂ ਕਰ ਸਕਿਆ। ਜ਼ਿੰਦਗੀ ਦਾ ਹਰ ਰਿਸ਼ਤਾ, ਯਾਦ ਰੱਖਿਓ, ਹਰ ਰਿਸ਼ਤਾ ਨਿਭਾਉਣ ਵਾਸਤੇ ਇੱਕ ਬੜੀ ਕਮਾਲ ਦੀ ਰਮਜ਼ ਹੈ, ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਸਮਝਣਾ ਹੈ, ਉਹਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ, ਭਾਵਨਾਵਾਂ ਦੀ ਸਤਿਕਾਰ ਕਰਨੀ ਹੈ। ਇਹਦਾ ਮਤਲਬ ਰਿਸ਼ਤਿਆਂ ਦੇ ਵਿੱਚ ਆਰਾਧਨਾ ਹੋ ਰਿਹਾ ਹੈ। ਜਿੰਨੇ ਵੀ ਰਿਸ਼ਤੇ ਨੇ, ਕੋਈ ਵੀ ਦੇਖ ਲਿਓ ਤੁਸੀਂ, ਕੋਈ ਵੀ ਰਿਸ਼ਤਾ ਦੂਸਰੇ ਰਿਸ਼ਤੇ ਨੂੰ ਜੇ ਖੁਸ਼ ਨਹੀਂ ਕਰ ਸਕਿਆ ਤੇ ਇਸ ਲਈ ਨਹੀਂ ਕਰ ਸਕਿਆ ਕਿ ਉਹਦੀਆਂ ਭਾਵਨਾਵਾਂ ਨਹੀਂ ਸਮਝ ਸਕਿਆ। ਹੁਣ ਆਰਾਧਨਾ ਕਰਨੀ ਹੈ ਵਾਹਿਗੁਰੂ ਪਿਤਾ ਜੀ ਦੀ, ਆਰਾਧਨਾ ਕਰਨੀ ਹੈ ਗੁਰੂ ਪਿਤਾ ਜੀ ਦੀ। ਦੋ ਹੀ ਆਰਾਧਨਾ ਨੇ। ਇਸੇ ਸ਼ਬਦ ਨੂੰ ਲੈ ਲਿਓ, ਪੂਜਾ ਕਰਨੀ ਹੈ ਗੁਰੂ ਸਾਹਿਬ ਦੀ ਤੇ ਪੂਜਾ ਕਰਨੀ ਹੈ ਵਾਹਿਗੁਰੂ ਪਿਤਾ ਜੀ ਦੀ। ਜਪਣਾ ਹੈ ਵਾਹਿਗੁਰੂ ਪਿਤਾ ਜੀ ਨੂੰ ਤੇ ਜਪਣਾ ਹੈ ਗੁਰੂ ਪਿਤਾ ਜੀ ਨੂੰ। ਤੇ ਜੇ ਮਨ ਦੀ ਮਰਜ਼ੀ ਚੱਲੇਗੀ, ਮਨ ਚੱਲੇਗਾ ਉਲਟ ਗੁਰੂ ਪਿਤਾ ਦੀਆਂ ਭਾਵਨਾਵਾਂ ਤੋਂ, ਵਾਹਿਗੁਰੂ ਪਿਤਾ ਦੀਆਂ ਭਾਵਨਾਵਾਂ ਤੋਂ, ਤੇ ਫਿਰ ਆਰਾਧਨਾ ਕਰ ਲਏਗਾ, ਫਿਰ ਨਹੀਂ, ਖੁਸ਼ ਨਹੀਂ ਕਰ ਸਕੇਗਾ। ਕਿਉਂ? ਗੁਰੂ ਪਾਤਸ਼ਾਹ ਕਹਿੰਦੇ ਨੇ ਆ ਨਾ ਸੁਣੀ ਕੰਨਾਂ ਨਾਲ, ਸ਼ਾਇਦ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਨਹੀਂ ਸਕੇ। 3 ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਕਹੀਆਂ ਗਈਆਂ, ਆ ਨਾ ਸੁਣੀ। ਨੰਬਰ 1, ਨਿੰਦਾ ਨਾ ਸੁਣੀ। ਕਦੋਂ ਸੁਣੀ ਜਾਂਦੀ ਹੈ? ਜਦੋਂ ਮਨ ਮਰਜ਼ੀ ਕਰਦਾ ਹੈ, ਤੇ ਗੁਰੂ ਪਿਤਾ ਜੀ ਦੀ ਮਰਜ਼ੀ ਦੇ ਉਲਟ ਹੈ, ਵਾਹਿਗੁਰੂ ਪਿਤਾ ਜੀ ਦੀ ਮਰਜ਼ੀ ਦੇ ਉਲਟ ਹੈ। ਨੰਬਰ 2, ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਕਿ ਉਹ ਗੀਤ ਜਿਹੜੇ ਜਿਸ ਨੇ ਲਿਖੇ ਨੇ ਉਹ ਇਨਸਾਨੀਅਤ ਤੋਂ, ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਤੋਂ ਅੰਦਰੋਂ ਟੁੱਟਿਆ ਹੋਇਆ, ਰੱਬ ਤੋਂ ਟੁੱਟਿਆ ਹੋਇਆ। यानी साकत शब्द उत्थे वरत्या है। साकत की ऐसी है रीत, ਉਹਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਹੈ ਕਿ ਉਹ ਜੋ ਕੁਝ ਕਰੇਗਾ ਉਹ ਵਿਪਰੀਤ ਕਰੇਗਾ, ਉਲਟਾ ਕਰੇਗਾ, ਉਹਨੂੰ ਕਹਿੰਦੇ ਨੇ ਸਾਕਤ। ਰਿਸ਼ਤਿਆਂ ਦੀ ਮਰਿਆਦਾ ਕੁਛ ਹੋਰ ਕਹਿ ਰਹੀ ਹੈ, ਠੀਕ ਹੈ ਜੀ, ਉਹ ਗੀਤ ਉਹਦੇ ਉਲਟ ਕਹਿ ਰਹੇ ਨੇ। ਇਹਦਾ ਮਤਲਬ ਜਿਹਨੇ ਲਿਖੇ ਨੇ ਉਹ ਰਿਸ਼ਤਿਆਂ ਦੀ ਸੁਚਮਤਾ ਤੋਂ ਟੁੱਟਿਆ ਹੋਇਆ। ਇਨਸਾਨੀਅਤ ਕੁਛ ਹੋਰ ਕਹਿ ਰਹੀ ਹੈ, ਗੀਤ ਕੁਛ ਹੋਰ ਕਹਿ ਰਹੇ ਨੇ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਮੇਰੇ ਕੰਨਾਂ ਵਿੱਚ ਐਸੇ ਗੀਤ ਨਾ ਪਾਇਓ। ਸਾਕਤ, ਗੀਤ, ਨਾਦ, ਧੁਨ ਗਾਵਤ ਜਿਹੜੇ ਇਨਸਾਨੀਅਤ ਤੋਂ ਟੁੱਟੇ ਹੋਏ ਨੇ, ਰੱਬ ਦੇ ਨਿਯਮਾਂ ਦੇ ਉਲਟ ਭਾਵਨਾ ਵਿਚਾਰ ਲਿਖਣ ਵਾਲੇ ਨੇ। ਤੇ ਸਾਕਤ, ਗੀਤ, ਨਾਦ, ਧੁਨ ਗਾਵਤ, ਉਹਨੂੰ ਸੋਹਣੀ ਜੀ ਆਵਾਜ਼ ਦੇ ਨਾਲ, ਸੋਹਣੀ ਜੀ ਟਿਊਨ ਦੇ ਨਾਲ ਲੋਕ ਗਾਉਂਦੇ ਨੇ, ਉਹ ਮੇਰੇ ਕੰਨਾਂ 'ਚ ਨਾ ਪੈਣ। ਇਹਦਾ ਮਤਲਬ ਮਨ ਦੀਆਂ ਮਰਜ਼ੀਆਂ ਨੇ। ਵਿਆਹਾਂ ਦੇ ਵਿੱਚ, ਖੁਸ਼ੀਆਂ ਦੇ ਸਮਾਗਮਾਂ ਵਿੱਚ ਉਹ ਗੀਤ ਲੈ ਆਂਦੇ ਜਿਹੜੇ ਗੁਰੂ ਦੀ ਮਰਜ਼ੀ ਦੇ ਉਲਟ ਹੈ, ਠੀਕ ਹੈ ਜੀ। ਗੁਰੂ ਸਾਹਿਬ ਦੂਸਰੀ ਗੱਲ ਕਹਿੰਦੇ ਇਹ ਨਾ ਸੁਣੀ। ਤੀਸਰੀ, ਝੂਠ ਨਾ ਸੁਣੀ। ਜਦੋਂ ਕੋਈ ਝੂਠ ਬਣਾ ਕੇ ਪੇਸ਼ ਕਰੇਗਾ, ਉਹਦਾ ਆਪਣਾ ਕੋਈ ਲੋਭ ਹੋਏਗਾ, ਆਪਣਾ ਹਿੱਤ ਹੋਏਗਾ, ਉਹ ਮਿਸਗਾਈਡ ਕਰ ਦੇਗਾ। ਉਹਨੂੰ ਚੁਗਲੀ ਵੀ ਕਿਹਾ, ਉਹਨੂੰ ਬਖੀਲੀ ਵੀ ਕਿਹਾ, ਉਹਨੂੰ ਨਿੰਦਾ ਵੀ ਕਿਹਾ, ਠੀਕ ਹੈ ਜੀ। ਹੁਣ ਇਹ 3 ਚੀਜ਼ਾਂ ਮਨ ਦੀਆਂ ਮਰਜ਼ੀਆਂ ਨੇ। ਜੇ ਮਨ ਇਸ ਤਰ੍ਹਾਂ ਕੰਨਾਂ ਨਾਲ ਮਰਜ਼ੀਆਂ ਕਰੇਗਾ, ਇੱਕ ਓੰਕਾਰ ਵਾਹਿਗੁਰੂ ਪਿਤਾ ਜੀ ਖੁਸ਼ ਨਹੀਂ ਹੋਣਗੇ, ਆਰਾਧਨਾ ਨਾ ਹੋ ਸਕੇ। ਸਤਿਗੁਰਾਂ ਇਹੀ ਗੱਲਾਂ ਰੋਕੀਆਂ ਨਾ। ਤੁਸੀਂ ਦੀਵੇ ਜਗਾ ਕੇ ਆਰਤੀਆਂ ਕਰਦੇ ਪਏ ਹੋ ਰੱਬ ਦੇ ਲਈ, ਰੱਬ ਨੂੰ ਖੁਸ਼ ਕਰਨ ਦੇ ਲਈ। ਉਹਦੀ ਆਰਤੀ ਤਾਂ ਆਲਰੇਡੀ ਐਡੀ ਵੱਡੀ ਹੋ ਰਹੀ ਹੈ। ਫਿਰ ਗੁਰੂ ਗ੍ਰੰਥ ਸਾਹਿਬ 'ਚ ਵਿਆਖਿਆਵਾਂ ਵੀ ਦਿੱਤੀਆਂ, ਤੂੰ ਆਪਣੇ ਅੰਦਰ ਗਿਆਨ ਦਾ ਦੀਵਾ ਜਗਾ, ਤੂੰ ਆਪਣੇ ਅੰਦਰ ਚਾਨਣ ਕਰ। ਹੁਣ ਥੋੜੀਆਂ ਨਾ ਸਮਝੀਆਂ ਵਿੱਚ ਕੁਝ ਚੀਜ਼ਾਂ ਵੱਧਦੀਆਂ ਗਈਆਂ। ਸੋਚ ਕੇ ਦੇਖੋ, ਪਿੰਡਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਦੇਖ ਕੇ ਸਿੱਖੇ, ਔਰ ਉਹ ਸਿੱਖ ਕੇ ਇਹਨਾਂ ਦੇਸ਼ਾਂ ਵਿੱਚ ਵੀ ਲੈ ਗਏ। ਦੀਵਾਲੀ ਆਈ, ਦੀਵਾਲੀ ਆ ਕੇ ਉਹ ਦੀਵਾ ਚੁੱਕਿਆ ਘਰੋਂ, ਦੀਵਾ ਜਗਾਇਆ, ਕਿੱਥੇ ਚਾਨਣ ਕਰਨ ਚਲੇ ਗਏ? ਗੁਰੂ ਦੇ ਘਰ ਵਿੱਚ। ਹੱਦ ਹੋ ਗਈ। ਇੱਥੋਂ ਦਾ ਫਾਇਰ ਸਿਸਟਮ ਕਹਿ ਰਿਹਾ ਹੈ ਕਿ 4 ਸਵੇਰੇ ਲੱਕੜੀ ਦੀਆਂ ਇਮਾਰਤਾਂ ਨੇ, ਦੇਖਿਓ ਕਿਤੇ ਇਹਦੇ ਨੇੜੇ ਅੱਗ ਨਾ ਲੈ ਕੇ ਆਇਓ, ਠੀਕ ਹੈ। ਤੇ ਅਸੀਂ ਕੀ ਕਰਤਾ? ਮੇਰੇ ਖਿਆਲ ਵਿੱਚ ਜੇ ਇੱਥੇ ਸਿਟੀ ਹਾਲ ਤੇ ਇੱਥੋਂ ਦੀ ਗਵਰਨਮੈਂਟ ਸਟ੍ਰਿਕਟ ਨਾ ਹੋਵੇ, ਅਸੀਂ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਕਿਉਂ ਨਾ ਦੀਵੇ ਜਗਾ ਦਈਏ। ਇਹ ਤਾਂ ਉਹਨਾਂ ਦੇ ਸਿਸਟਮ ਤੋਂ ਡਰਦੇ ਹੋਏ ਅਸੀਂ ਇੱਕ ਲਿਮਿਟ ਜੀ 'ਚ ਬੱਝੇ ਹੋਏ ਹਾਂ।
ਠੀਕ ਹੈ। ਪਰ ਅਸੀਂ ਗੁਰੂ ਦੇ ਕੋਲ ਜਾ ਕੇ ਚਾਨਣ ਕਰਨਾ ਸੀ ਜਾਂ ਗੁਰੂ ਦੇ ਕੋਲੋਂ ਅਸੀਂ ਆਪਣੇ ਅੰਦਰ ਚਾਨਣ ਕਰਨਾ ਸੀ? ਤਾਂ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਦੀਵੇ ਜਗਾਉਣੇ ਸਾਨੂੰ ਸਿਖਾ ਦਿੱਤੇ। ਹੁਣ ਇਹ ਸ਼ਬਦ ਯਾਦ ਰੱਖਿਓ, ਇਹ ਸੌਖਾ ਜਿਹਾ ਸ਼ਬਦ ਹੈ, ਪਿਆਰੇ ਵਾਹਿਗੁਰੂ ਪਿਤਾ ਜੀ ਨੂੰ ਤੇ ਪਿਆਰੇ ਗੁਰੂ ਸਾਹਿਬ ਨੂੰ ਖੁਸ਼ ਕਰਨਾ ਹੀ ਵਾਹਿਗੁਰੂ ਪਿਤਾ ਜੀ ਤੇ ਗੁਰੂ ਸਾਹਿਬ ਜੀ ਦੀ ਆਰਾਧਨਾ ਹੈ। ਠੀਕ ਹੈ ਜੀ, ਵਾਹਿਗੁਰੂ ਪਿਤਾ ਜੀ ਨੂੰ ਤੇ ਗੁਰੂ ਪਿਤਾ ਜੀ ਨੂੰ ਖੁਸ਼ ਕਰਨਾ ਹੀ ਵਾਹਿਗੁਰੂ ਪਿਤਾ ਜੀ ਦੀ, ਗੁਰੂ ਪਿਤਾ ਜੀ ਦੀ ਪੂਜਾ ਹੈ। ਇਹੋ ਹੀ ਤੇਰੇ ਜਪਣ ਦਾ ਉਹ ਜਪਣਾ ਬਣੇਗਾ ਜਿਹੜਾ ਸਾਰੇ ਜਪਜੀ ਸਾਹਿਬ ਦੇ ਵਿੱਚ ਸਿਖਾਇਆ ਜਾਏਗਾ। ਠੀਕ ਹੈ ਜੀ, ਹੁਣ ਨੋਟ ਕਰਿਓ, ਹੁਣ ਕੁਝ ਪੁਆਇੰਟਸ ਨੇ ਵਾਹਿਗੁਰੂ ਪਿਤਾ ਜੀ ਨੂੰ ਤੇ ਗੁਰੂ ਪਿਤਾ ਜੀ ਨੂੰ ਖੁਸ਼ ਕਰਨ ਦੇ ਕਨਸੈਪਟ ਨੂੰ ਲੈ ਕੇ। ਨੰਬਰ 1, ਸਾਡੇ ਧਿਆਨ ਦੀ ਦਿਸ਼ਾ ਜਾਨੀ ਮਨ ਦੀ ਖਿੱਚ ਕਿੱਧਰ ਵੱਲ ਨੂੰ ਆਪਣੇ ਆਪ ਜਾਂਦੀ ਹੈ, ਇਹ ਪੜਚੋਲਾਂਗੇ ਨਹੀਂ ਤੇ ਵਾਹਿਗੁਰੂ ਪਿਤਾ ਜੀ ਨੂੰ ਖੁਸ਼ ਨਹੀਂ ਕਰ ਸਕਾਂਗੇ। ਨੰਬਰ 2, ਸਾਡੀਆਂ ਭਾਵਨਾਵਾਂ ਕਿਸ ਪਾਸੇ ਜੁੜੀਆਂ ਹੋਈਆਂ ਨੇ? ਬਹੁਤੀਆਂ ਭਾਵਨਾਵਾਂ ਸਾਡੇ ਆਪਣੇ ਸੁਭਾਅ ਨਾਲ ਜੁੜੀਆਂ ਹੋਈਆਂ ਨੇ। ਮੇਰੇ ਘਰ ਵਿੱਚ ਮੇਰੀ ਪਤਨੀ ਮੇਰੇ ਅਨੁਸਾਰ ਹੀ ਸਭ ਕੁਝ ਕਰੇ, ਭਾਵਨਾ ਕਿੱਧਰ ਹੈ? ਆਪਣੇ ਸੁਭਾਅ 'ਚ। ਮੇਰੇ ਬੱਚੇ ਮੇਰੇ ਘਰ ਵਿੱਚ ਮੇਰੇ ਸੁਭਾਅ ਅਨੁਸਾਰ ਕਰਨ, ਭਾਵਨਾ ਕਿੱਧਰ ਜੁੜੀ ਹੈ? ਮੇਰੇ। ਇਹ ਗੱਲ ਹੋਰ ਕਹਦੇ ਆ, ਕੌੜੀ ਹੈ ਥੋੜੀ, ਹਾਜ਼ਮਾ ਵੱਡਾ ਚਾਹੀਦਾ ਹੈ। ਅੱਜ ਏਦਾਂ ਨਹੀਂ ਹੋ ਗਿਆ, ਗੁਰੂ ਗ੍ਰੰਥ ਸਾਹਿਬ ਜੀ ਮੇਰੇ ਅਨੁਸਾਰ, ਮੇਰੇ ਸੁਭਾਅ ਅਨੁਸਾਰ, ਜਦੋਂ ਮੈਂ ਕਹਾਂ ਉਦੋਂ ਮੇਰੇ ਪੁੱਤ ਦਾ ਵਿਆਹ, ਜਿੱਥੇ ਮੈਂ ਕਹਾਂ ਉੱਥੇ ਗੁਰੂ ਪਾਤਸ਼ਾਹ ਹੋਣ। ਜੇ ਮੈਨੂੰ ਗੁਰੂ ਦੇ ਘਰ ਵਿੱਚ ਵਿਆਹ ਕਰਕੇ ਸੌਖਾ ਜਿਹਾ ਲੱਗ ਰਿਹਾ ਕਿਉਂਕਿ ਉੱਥੇ ਬਣਿਆ ਬਣਾਇਆ ਪ੍ਰਬੰਧ ਮਿਲ ਜਾਂਦਾ ਹੈ, ਪੁਰਾਤਨ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰੇ ਲਿਜਾਇਆ ਜਾਂਦਾ ਸੀ, ਸਾਰਾ ਪਰਿਵਾਰ ਗੁਰੂ ਸਾਹਿਬ ਨੂੰ ਸਮਰਪਿਤ ਹੋ ਜਾਂਦੇ ਸੀ, ਹੈ ਨਾ। ਹੁਣ ਸਾਨੂੰ ਬਣੀਆਂ ਬਣਾਈਆਂ ਸਹੂਲਤਾਂ ਮਿਲ ਗਈਆਂ ਤੇ ਉਸ ਦਿਨ ਸਾਧ ਦੀ ਭੂਰੀ ਤੇ ਕਸ਼ਟ ਹੁੰਦਾ ਹੈ, ਇੱਕ ਪ੍ਰਬੰਧਕਾਂ ਤੇ ਇੱਕ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਤੇ ਸਾਰੇ ਸੋਚਦੇ ਹੁੰਦੇ ਆ ਸੁਖੀ ਸਾਂਦੀ ਵਿਆਹ ਲੰਘ ਜੇ, ਵਿਆਹ ਕਿਸੇ ਦਾ ਸੁਖੀ ਸਾਂਦੀ ਲੰਘ ਜੇ, ਕਿਉਂਕਿ ਹਰ ਬੰਦਾ ਸਭ ਕੁਝ ਨੂੰ ਆਪਣੇ ਅਨੁਸਾਰ ਕਰਨਾ ਚਾਹੁੰਦਾ ਹੈ। ਇਹਦਾ ਮਤਲਬ ਮਨ ਦੀਆਂ ਦਿਸ਼ਾਵਾਂ, ਮਨ ਦੀਆਂ ਭਾਵਨਾਵਾਂ ਕਿੱਧਰ ਜੁੜ ਗਈਆਂ? ਆਪਣੇ ਸੁਭਾਅ ਅਨੁਸਾਰ, ਆਪਣੀ ਸੋਚ ਅਨੁਸਾਰ। ਜਿੰਨੇ ਧੜੇ ਬੰਦੀਆਂ ਨੇ ਕਿੱਥੋਂ ਨਿਕਲਦੀਆਂ ਨੇ ਕਿ ਮੇਰੇ ਸੁਭਾਅ ਅਨੁਸਾਰ ਹੋਣਾ ਚਾਹੀਦਾ। ਪਿੱਛੇ ਜੇ ਕਿਸੇ ਨੇ ਲਿਖੀ ਬੜੀ ਕਮਾਲ ਦੀ ਗੱਲ, ਉਹ ਕਹਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਲੋਕਾਂ ਦਾ ਕਾਫਲਾ ਪੰਥ ਹੈ, ਬਾਕੀ ਸਭ ਧੜੇ ਨੇ। ਜੇ ਕਿਤੇ ਇਹ ਗੱਲ ਚੱਲ ਪਵੇ ਵੀ ਅੱਜ ਸਾਰੀਆਂ ਪਾਰਟੀਆਂ, ਸਾਰੀਆਂ ਸੰਸਥਾਵਾਂ, ਸਾਰੇ ਜਥੇਬੰਦੀਆਂ ਭੰਗ ਕਰੋ ਤੇ ਹਰ ਕੋਈ ਕਵੇ ਕਿ ਸਾਡੇ ਆਗੂ ਗੁਰੂ ਗ੍ਰੰਥ ਸਾਹਿਬ ਜੀ ਨੇ, ਕਿੰਨੇ ਕੁ ਮੰਨਣਗੇ ਬਈ? ਔਰ ਚਾਹੀਦਾ ਮੇਰੇ ਖਿਆਲ 'ਚ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਹਰ ਸੰਸਥਾ ਭੰਗ ਕਰ ਦਿੱਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਕੋਈ ਸੰਸਥਾ ਨਹੀਂ ਹੈ। ਹਰ ਪਾਰਟੀ ਭੰਗ ਕਰ ਦਿੱਤੀ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਆਗੂ ਨਹੀਂ ਹੈ। ਜਿਹੜੇ ਆਗੂ ਕੌਮ ਲਈ ਕੁਝ ਕਰ ਹੀ ਨਹੀਂ ਸਕੇ, ਭੰਗ ਕਰ ਦਿੱਤੇ ਜਾਣ। ਅੱਜ ਕੌਮ ਲੀਡਰਹੀਣ ਨਹੀਂ ਹੋ ਗਈ, ਅੱਜ ਆਗੂਹੀਣੀ ਕੌਮ ਹੈਗੀ। ਧੜੇਬੰਦੀਆਂ 'ਚ ਅਸੀਂ ਫਸੇ ਹੋਏ ਹਾਂ। ਤਾਂ ਪੁਆਇੰਟ ਨੋਟ ਕਰਿਓ। ਨੰਬਰ 1, ਸਾਡੇ ਧਿਆਨ ਦੀ ਯਾਨੀ ਮਨ ਦੀ ਖਿੱਚ ਕਿੱਧਰ ਨੂੰ। ਨੰਬਰ 2, ਸਾਡੀਆਂ ਭਾਵਨਾਵਾਂ ਕਿਸ ਪਾਸੇ ਜੁੜੀਆਂ ਨੇ। ਨੰਬਰ 3, ਸਾਡੇ ਜਜ਼ਬਾਤ ਕਿੱਧਰ ਨੂੰ ਜਾ ਰਹੇ ਨੇ। ਨੰਬਰ 4, ਸਾਡੇ ਅੰਦਰ ਕਿਸ ਤਰ੍ਹਾਂ ਦੀ ਡਿਸਕਸ਼ਨ ਕਰਨ ਦਾ ਰਸ ਹੈ, ਭਾਵ ਸਾਡੇ ਸਬਜੈਕਟ ਦਾ ਲੈਵਲ ਕੀ ਹੈ। ਇਹ ਗੱਲ ਸਾਰੇ ਤੁਸੀਂ ਨੋਟ ਕਰ ਲਿਓ। ਆਪਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਿਧਾਂਤ ਉਹਨਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਸਿੱਖਣੀ ਹੈ, ਕੋਸ਼ਿਸ਼ ਕਰੋ ਜਿੱਥੇ ਵੀ ਸਬਜੈਕਟ ਡਿਸਕਸ ਕਰੀਏ ਉਹਦਾ ਲੈਵਲ ਘੱਟੋ ਘੱਟ ਮੀਡੀਅਮ ਲੈਵਲ ਤੋਂ ਉੱਪਰਲਾ ਲੈਵਲ ਹੋਵੇ। ਕਿੰਨਾ ਚੰਗਾ ਹੋਵੇ ਜਦੋਂ ਸਬਜੈਕਟ ਡਿਸਕਸ ਕਰਨੇ ਨੇ, ਉਹਦਾ ਜਿਹੜਾ ਬੇਸ ਹੈ ਉਹ ਸੋਲਿਊਸ਼ਨ ਓਰੀਐਂਟਡ ਹੋਵੇ। ਕੀਤਾ ਕੀ ਜਾਵੇ, ਕਰੀਏ ਕੀ ਕਰਨਾ ਚਾਹੀਦਾ ਹੈ। ਅਗਲਾ ਪੁਆਇੰਟ ਹੈ ਜੀ, ਸਾਡੇ ਅੰਦਰ ਵਿਚਾਰਾਂ ਤੇ ਸੋਚਾਂ ਕਿਸ ਤਰ੍ਹਾਂ ਦੀਆਂ ਚੱਲਦੀਆਂ ਨੇ। ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਹਾਂ, ਕਿਹੜੀਆਂ ਸੋਚਾਂ ਚੱਲ ਰਹੀਆਂ ਸਾਡੇ ਅੰਦਰ? ਕੀ ਸਾਡੇ ਅੰਦਰ ਇਹ ਸੋਚਾਂ ਚੱਲਦੀਆਂ ਨੇ? ਜਿੰਨੇ ਬੱਚੇ ਨੇ, ਭਾਵੇਂ ਉਹਨਾਂ ਦੇ ਪੇਰੈਂਟਸ ਨਾਲ ਮੇਰੀ ਬਣਦੀ ਭਾਵੇਂ ਨਹੀਂ ਬਣਦੀ, ਭਾਵੇਂ ਮੇਰੇ ਵਿਚਾਰ ਰਲਦੇ ਭਾਵੇਂ ਨਹੀਂ ਰਲਦੇ, ਭਾਵੇਂ ਉਹਨਾਂ ਮੈਨੂੰ ਦਿੱਤਾ ਸਹਿਯੋਗ ਭਾਵੇਂ ਕੀਤਾ ਵਿਰੋਧ, ਭਾਵੇਂ ਉਹਨਾਂ ਮੇਰੇ ਕੰਮਾਂ ਦੀ ਕੀਤੀ ਵਡਿਆਈ ਤੇ ਭਾਵੇਂ ਕੀਤੀ ਨਿੰਦਾ, ਪਰ ਸਾਰਿਆਂ ਦੇ ਬੱਚੇ ਗੁਰੂ ਕਲਗੀਧਰ ਸਾਹਿਬ ਜੀ ਦੀ ਬਗੀਚੀ ਦੇ ਫੁੱਲ ਨੇ
ਤੇ ਬਗੀਚੀ ਅੱਜ ਸੁੱਕਦੀ ਜਾ ਰਹੀ ਹੈ ਤੇ ਕੁਝ ਯਤਨ ਕੀਤਾ ਜਾਵੇ ਕਿ ਇਸ ਤਰ੍ਹਾਂ ਦੀਆਂ ਸੋਚਾਂ ਚੱਲਦੀਆਂ ਨੇ, ਕਿ ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਨਹੀਂ ਚੱਲਦੇ ਤਾਂ ਮਨ ਦੀ ਮਰਜ਼ੀ ਚੱਲ ਰਹੀ ਹੈ, ਜੇ ਵਿਚਾਰ ਚੱਲਦੇ ਨੇ ਤਾਂ ਮੇਰੇ ਵਾਹਿਗੁਰੂ ਪਿਤਾ ਜੀ ਇੱਕ ਓੰਕਾਰ ਦੀ ਮਰਜ਼ੀ ਚੱਲ ਰਹੀ ਹੈ। ਕਿਉਂਕਿ ਮਨ ਦੀ ਮਰਜ਼ੀ ਨਾ ਖੁਦਗਰਜੀ ਵੀ ਹੈ। ਇਹ ਮਨ ਕਹਿੰਦਾ ਮੇਰੇ ਬੱਚੇ ਸੁਧਰ ਜਾਣ, ਮੈਂ ਕੀ ਲੈਣਾ ਲੋਕਾਂ ਤੋਂ, ਮੈਨੂੰ ਕੀ ਦੁਨੀਆ ਜਾਵੇ ਢੱਠੇ ਖੂਚ। ਇਹ ਗੁਰੂ ਦੀ ਤਾਂ ਇਹ ਮਰਜ਼ੀ ਨਹੀਂ ਸੀ। ਉਹ ਤੇ ਕਹਿੰਦੇ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਗਲਾ ਪੁਆਇੰਟ ਹੈ ਜੀ, ਅਸੀਂ ਪ੍ਰਾਪਤੀਆਂ ਕਿਸ ਚੀਜ਼ ਨੂੰ ਮੰਨਦੇ ਹਾਂ, ਅਸੀਂ ਅਚੀਵਮੈਂਟ ਕਿਸ ਚੀਜ਼ ਨੂੰ ਮੰਨਦੇ ਹਾਂ। ਇੱਥੇ ਯਾਦ ਰੱਖਿਓ, ਸਭ ਤੋਂ ਵੱਡੀ ਪ੍ਰਾਪਤੀ ਹੈ ਮੇਰੇ ਪਿਆਰੇ ਵਾਹਿਗੁਰੂ ਪਿਤਾ ਜੀ ਮੇਰੇ ਜੀਵਨ ਨੂੰ ਦੇਖ ਕੇ ਖੁਸ਼ ਹੋ ਜਾਣ। ਆਹ ਸਭ ਤੋਂ ਵੱਡੀ ਪ੍ਰਾਪਤੀ ਹੈ। ਮੇਰੇ ਗੁਰੂ ਪਿਤਾ ਮੇਰੇ ਜੀਵਨ ਨੂੰ ਦੇਖ ਕੇ ਖੁਸ਼ ਹੋ ਜਾਣ, ਸਭ ਤੋਂ ਵੱਡੀ ਪ੍ਰਾਪਤੀ ਹੈ। ਗੁਰੂ ਕਾ ਗੁਰਸਿੱਖ ਜ਼ਿੰਦਗੀ ਦੇ ਵਿੱਚ ਬੈਲੈਂਸ ਬਣਾਵੇ, ਆਪਣੇ ਪਰਿਵਾਰ ਲਈ, ਬੱਚਿਆਂ ਲਈ ਵੀ ਕਰੇ, ਕੌਮ ਦੇ ਲਈ, ਸਮਾਜ ਲਈ ਵੀ ਕਰੇ, ਔਰ ਜ਼ਿੰਦਗੀ 'ਚ ਇਤਨਾ ਫਖਰ ਹੋਵੇ ਕਿ ਜਿਸ ਦਿਨ ਮੇਰੇ ਆਖਰੀ ਸਵਾਸ ਨਿਕਲਣਗੇ, ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਕਹਿਣ, ਆ ਪੁੱਤਰਾ ਮੈਂ ਤੈਨੂੰ ਉਡੀਕਦਾ ਸੀ। ਇਹ ਤਦ ਹੋਏਗਾ ਜੇ ਮਨ ਦੀਆਂ ਮਰਜ਼ੀਆਂ ਨਹੀਂ, ਮੇਰੇ ਗੁਰੂ ਪਿਤਾ ਦੀਆਂ ਮਰਜ਼ੀਆਂ, ਵਾਹਿਗੁਰੂ ਪਿਤਾ ਜੀ ਦੀਆਂ ਮਰਜ਼ੀਆਂ ਚੱਲਣ। ਅਗਲੀ ਚੀਜ਼ ਜੀ, ਅਸੀਂ ਕਿਸ ਕਿਸ ਚੀਜ਼ ਨੂੰ ਇੰਪੋਰਟੈਂਟ ਮੰਨ ਰਹੇ ਹਾਂ, ਇੰਪੋਰਟੈਂਸ ਕਿਸ ਨੂੰ ਦੇ ਰਹੇ ਹਾਂ, ਕਿਹੜੀ ਚੀਜ਼ ਮਹੱਤਵਪੂਰਨ ਹੈ। ਪੈਸਾ ਕਮਾਉਣਾ ਕਿ ਬਖਸ਼ਿਸ਼ ਲੈਣੀ, ਪ੍ਰੋਪਰਟੀ ਬਣਾਉਣੀ ਕਿ ਅੰਦਰ ਗੁਣਾਂ ਨੂੰ ਸੰਭਾਲਣਾ ਤੇ ਗੁਣਾਂ ਨਾਲ ਪਰਉਪਕਾਰ ਕਰਨਾ। ਨੋ ਡਾਊਟ ਪੈਸਾ ਚਾਹੀਦਾ ਹੈ, ਪੈਸਾ ਜ਼ਿੰਦਗੀ 'ਚ ਬਹੁਤ ਕੁਛ ਹੈ। ਪੈਸਾ ਘਟ ਜਾਵੇ ਡਿਸਟਰਬ ਕਰ ਦਿੰਦਾ ਹੈ, ਪੈਸਾ ਵੱਧ ਜਾਵੇ ਸੌਖਾ ਕਰ ਸਕਦਾ ਹੈ, ਬਹੁਤ ਕੁਛ ਹੈ, ਪਰ ਪੈਸਾ ਸਭ ਕੁਛ ਨਹੀਂ ਹੈ। ਇਹ ਗੱਲ ਯਾਦ ਰੱਖਿਓ, ਬਸ ਆ ਛੋਟਾ ਜਿਹਾ ਫਰਕ ਹੈ। ਪੈਸਾ ਸਭ ਕੁਛ ਹੈ, ਪੈਸਾ ਵਾਹਿਗੁਰੂ ਪੈਸਾ ਬਹੁਤ ਕੁਛ ਤਾਂ ਹੈ, ਸਭ ਕੁਛ ਨਹੀਂ ਹੈ। ਕਦੀ ਪੈਸਾ ਬਿਲਕੁਲ ਨਾ ਹੋਇਆ ਜਿਉਂ ਲਵਾਂਗੇ। ਜਿਨ੍ਹਾਂ ਨੇ ਜ਼ਿੰਦਗੀ ਦੇ ਉਹ ਹਾਲਾਤ ਦੇਖੇ ਨੇ, ਜਦੋਂ ਗਲੀਆਂ ਦੇ ਕੱਖ ਬੈਰੀ ਹੁੰਦੇ ਨੇ, ਉਹਨਾਂ ਉਸ ਵੇਲੇ ਵੀ ਜਿਉਂ ਆਖੋ ਵਾਹਿਗੁਰੂ। ਪਰ ਜੇ ਬਖਸ਼ਿਸ਼ ਨਾ ਹੋਈ ਫਿਰ ਨਹੀਂ ਜ਼ਿੰਦਗੀ ਚੱਲਣੀ। ਇੰਪੋਰਟੈਂਸ ਕਿਸ ਚੀਜ਼ ਨੂੰ ਹੈ। ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਅਸੀਂ ਕਿਹੋ ਜਿਹੇ ਹਾਂ। ਆਹ ਪੁਆਇੰਟ ਮੈਂ ਵੀਡੀਓ ਅਪਲੋਡ ਕਰ ਦਿਆਂਗਾ 1-2 ਦਿਨਾਂ ਤੱਕ YouTube ਤੇ। ਸਾਡਾ ਆਪਣਾ ਚੈਨਲ ਤੁਹਾਨੂੰ ਸਾਰਿਆਂ ਨੂੰ ਪਤਾ ਗੁਰਗਿਆਨ TV, ਉਹਦੇ ਤੇ ਅਪਲੋਡ ਹੋ ਜਾਊਗਾ। ਇਹਨੂੰ ਵਾਰ-ਵਾਰ ਸੁਣਿਓ, ਨੋਟਸ ਬਣਾਇਓ ਇਹਦੇ। ਅਸੀਂ ਕਿਹੋ ਜਿਹੇ ਹਾਂ ਆਹ ਪੁਆਇੰਟਸ ਦੱਸਣਗੇ, ਤੇ ਅਸੀਂ ਇਹਨਾਂ ਪੁਆਇੰਟਸ ਨੂੰ ਸਮਝ ਕੇ ਹੀ ਆਪਣੇ ਵਾਹਿਗੁਰੂ ਪਿਤਾ ਜੀ ਨੂੰ, ਗੁਰੂ ਪਿਤਾ ਜੀ ਨੂੰ ਖੁਸ਼ ਕਰਨਾ ਹੈ। ਉਹਨੂੰ ਕਹਿੰਦੇ ਨੇ ਆਰਾਧਨਾ। ਮੈਨੂੰ ਇੱਕ ਵਾਰੀ ਤੁਸੀਂ ਸਿਰ ਹਿਲਾ ਕੇ ਹਾਂ ਜਾਂ ਨਾ ਦਾ ਇਸ਼ਾਰਾ ਦਿਓ। ਮੇਰੇ ਖਿਆਲ ਵਿੱਚ ਆਰਾਧਨਾ ਕੀ ਹੁੰਦਾ ਹੈ, ਹੁਣ ਤੁਹਾਨੂੰ ਕਿਸੇ ਡਿਕਸ਼ਨਰੀ ਤੋਂ ਤਾਂ ਨਹੀਂ ਸਿੱਖਣ ਦੀ ਲੋੜ, ਕਿਸੇ ਸਟੀਕ ਤੋਂ ਤਾਂ ਨਹੀਂ ਸਿੱਖਣ ਦੀ ਲੋੜ। ਜਿੱਥੇ ਜਿੱਥੇ ਆਰਾਧਨਾ ਸ਼ਬਦ ਆਏਗਾ, ਪੂਜਣਾ ਸ਼ਬਦ ਆਏਗਾ, ਹੁਣ ਪਤਾ ਲੱਗ ਜਾਏਗਾ ਨਾ। ਹੁਣ ਅਸੀਂ ਆਪਣੀ ਲਾਈਫ ਵਿੱਚੋਂ ਮੀਨਿੰਗਸ ਕੱਢਣੇ ਨੇ। ਸਟੀਕ ਇਜ਼ ਅ ਡਿਕਸ਼ਨਰੀ। ਸਟੀਕ ਇੱਕ ਡਿਕਸ਼ਨਰੀ ਹੁੰਦੇ ਨੇ। ਆਪਾਂ ਸਕੂਲ 'ਚ ਜਾਂਦੇ ਸੀ, ਕਾਲਜ ਗਏ ਸੀ, ਯੂਨੀਵਰਸਿਟੀ ਗਏ ਸੀ। ਬੁੱਕਸ ਕੀ ਸੀ ਸਾਡੇ ਲਈ? ਬੁੱਕਸ ਇੱਕ ਸੋਰਸ ਸੀ। ਟੀਚਰ ਨੇ ਸਾਡੇ ਅੰਦਰ ਇੱਕ ਗਿਆਨ ਭਰਿਆ, ਠੀਕ ਹੈ ਜੀ। ਸਾਨੂੰ ਅੱਧੀਆਂ ਸਟੋਰੀਆਂ ਯਾਦ ਨਹੀਂ ਹੈ ਜਿਹੜੀਆਂ ਪੜ੍ਹਾਈਆਂ ਸੀ, ਪਰ ਉਹਦੇ ਜਿਹੜੇ ਮੋਰਲ ਦੱਸੇ ਗਏ ਸੀ ਨਾ ਅਖੀਰ ਤੇ, ਉਹ ਅੱਜ ਤੱਕ ਵੀ ਯਾਦ ਹੈ। ਅੱਜ ਤੱਕ ਵੀ ਯਾਦ ਹੈ ਸਾਨੂੰ। ਪੈਥਾਗੋਰਸ ਦੀਆਂ ਥਿਓਰੀਜ਼, ਨਿਊਟਨ ਦੀਆਂ ਥਿਓਰੀਜ਼ ਨਹੀਂ ਯਾਦ ਸਾਨੂੰ, ਪਰ ਉਸ ਸਬਜੈਕਟ ਦੇ ਵਿੱਚੋਂ ਜੋ ਚੀਜ਼ਾਂ ਲਾਈਫ ਨਾਲ ਰੈਲੇਵੈਂਟ ਸਨ, ਉਹ ਅੱਜ ਵੀ ਯਾਦ ਹੈ ਸਾਨੂੰ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਆਪਣੇ ਗੁਰੂ ਪਿਤਾ ਨੂੰ ਖੁਸ਼ ਕਰਨਾ ਆ ਜਾਵੇ। ਸਾਨੂੰ ਲਾਈਫ ਦੇ ਵਿੱਚੋਂ ਪਤਾ ਲੱਗੇ ਆਰਾਧਨਾ ਕੀ ਹੁੰਦਾ ਹੈ, ਪੂਜਣਾ ਕੀ ਹੁੰਦਾ ਹੈ। ਇਹ ਸੀ ਆਪਣਾ ਦੂਸਰਾ ਟੌਪਿਕ ਜੀ। ਹੁਣ ਤੀਸਰਾ ਟੌਪਿਕ ਉਹ ਹੋਇਆ ਕਰੇਗਾ ਜੀ ਗੁਰਬਾਣੀ ਗ੍ਰਾਮਰ ਦਾ ਇੱਕ ਕੋਰਸ। ਬੜੇ ਸੌਖੇ ਜਿਹੇ ਤਰੀਕੇ ਨਾਲ ਇੱਕ ਛੋਟਾ ਜਿਹਾ ਪੁਆਇੰਟ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗਾ। ਉਹਨੂੰ ਤੁਸੀਂ ਸੋਚਣਾ ਹੈ, ਆਪਣੇ ਅੰਦਰ ਵਸਾ ਲੈਣਾ ਹੈ। ਫਿਰ ਜਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਜਾਓ, ਠੀਕ ਹੈ, ਮੈਂ ਇੱਥੇ ਇੱਕ ਸੁਜੈਸ਼ਨ ਦੇਵਾਂਗਾ, ਆਪ ਅਰਥਾਂ ਸਮੇਤ ਸਹਿਜ ਪਾਠ ਕਰੋ। ਤੁਹਾਡੇ ਚੋਂ ਮੇਰੇ ਖਿਆਲ 'ਚ ਤਕਰੀਬਨ ਸਾਰਿਆਂ ਨੂੰ ਪਤਾ ਹੈ। ਜਿਨ੍ਹਾਂ ਨੂੰ ਨਹੀਂ ਪਤਾ, ਮੈਂ ਉਹਨਾਂ ਦੇ ਜਾਣਕਾਰੀ ਲਈ ਦੱਸ ਦੇਵਾਂ
ਕਿ ਗੁਰਗਿਆਨ TV YouTube ਦੇ ਉੱਪਰ ਅਸੀਂ ਇੱਕ ਯਤਨ ਕੀਤਾ ਹੈ। ਉਹਦੇ ਤੇ ਅੱਧੇ ਘੰਟੇ ਦੀ ਵੀਡੀਓ ਅਸੀਂ ਰੋਜ਼ਾਨਾ ਇੱਕ ਅਪਲੋਡ ਕਰਦੇ ਹਾਂ। ਅੱਧੇ ਘੰਟੇ ਵਿੱਚ ਇੱਕ ਅੰਗ ਅਰਥਾਂ ਸਮੇਤ ਸਹਿਜ ਪਾਠ ਹੁੰਦਾ ਹੈ। ਤੇ ਮੈਂ ਬੇਨਤੀ ਕਰਾਂਗਾ ਤੁਸੀਂ ਜ਼ਰੂਰ ਸ਼ੁਰੂ ਕਰੋ, ਇਹ ਸੋਚ ਕੇ ਕਿ ਅੱਧਾ ਘੰਟਾ ਗੁਰੂ ਸਾਹਿਬ ਨਾਲ ਅਸੀਂ ਸਪੈਂਡ ਕਰਨਾ ਹੈਗਾ, ਗੁਰੂ ਸਾਹਿਬ ਨਾਲ ਅੱਧਾ ਘੰਟਾ ਬਿਤਾਉਣਾ ਹੈ। ਉਹਦੇ ਵਿੱਚ ਸਾਰਾ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਡਿਸਪਲੇ ਹੁੰਦਾ ਹੈ, ਨਾਲ ਬਰੀਫਲੀ ਅਰਥ ਹੁੰਦੇ ਨੇ। ਇਹ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਹੈ ਤੁਹਾਨੂੰ ਇੱਕ ਡਿਕਸ਼ਨਰੀ ਦਾ ਕੰਮ ਦੇਗਾ, ਤੁਹਾਨੂੰ ਕਨਸੈਪਟ ਤੁਹਾਡੇ ਅੰਦਰ ਬਸ ਜਾਣਗੇ। ਠੀਕ ਹੈ ਜੀ। ਤੇ ਜਿਹੜੇ ਵੀ ਆਪਾਂ ਕਨਸੈਪਟ ਵਿਚਾਰਿਆ ਕਰਾਂਗੇ, ਇਹ ਨਹੀਂ ਹੈ ਕਿ ਇਹ ਅੱਜ ਦੀ ਕਲਾਸ ਲੱਗ ਗਈ ਹੈ ਤੇ ਅੱਜ ਸਾਰਾ ਦੱਸ ਦਿੱਤਾ ਹੈ। ਨਹੀਂ ਨਹੀਂ, ਕੁਝ ਵੀ ਨਹੀਂ ਹੈ। ਇਹ ਤਾਂ ਇੱਕ ਬੇਸ ਬਣਦਾ ਜਾ ਰਿਹਾ ਹੈ। ਲੱਭਣਾ ਤੁਸੀਂ ਆਪ ਹੈ, ਇਹਨੂੰ ਖੋਜਦੇ ਆਪ ਰਹਿਣਾ ਹੈ। ਇਸੇ ਤਰ੍ਹਾਂ ਹੁਣ ਅੱਜ ਗੁਰਬਾਣੀ ਗ੍ਰਾਮਰ ਦਾ ਨੁਕਤਾ ਜੀ ਉਹ ਯਾਦ ਰੱਖਿਓ। ਜਿਹੜੇ ਸਭ ਤੋਂ ਪਹਿਲਾਂ ਹੈਗੇ ਸ਼ਬਦ, ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਜਾਂਦੇ ਨੇ, ਉਹਨਾਂ ਦੀ ਪਹਿਚਾਣ ਤੁਹਾਨੂੰ ਕਰਨੀ ਪਵੇਗੀ। ਸ਼ਬਦ 3 ਤਰ੍ਹਾਂ ਦੇ ਹੁੰਦੇ ਜੀ। ਇੱਕ ਹੁੰਦੇ ਨੇ ਮੌਲਿਕ ਹੁੰਦੇ ਨੇ ਸਟੈਂਡਰਡ ਸ਼ਬਦ। ਸਟੈਂਡਰਡ ਸ਼ਬਦ ਹੁੰਦੇ ਨੇ ਜਿਹੜੇ ਉਸ ਲੈਂਗੁਏਜ ਦੇ ਆਪਣੇ ਹੁੰਦੇ ਨੇ, ਜਿਹਨੂੰ ਆਪਾਂ ਗੁਰਮੁਖੀ ਕਹਿੰਦੇ ਨਾ। ਗੁਰਮੁਖੀ ਪੰਜਾਬੀ ਬੋਲੀ ਵਿੱਚੋਂ ਨਿਕਲੀ ਹੋਈ ਜਿਹੜੇ ਹੈ ਸ਼ਬਦ। ਠੀਕ ਹੈ ਜੀ। ਤੇ ਉਂਝ ਗੁਰਮੁਖੀ ਸਕ੍ਰਿਪਟ ਹੈ। ਇੱਥੇ ਗੱਲ ਧਿਆਨ ਰੱਖਿਓ, ਗੁਰਮੁਖੀ ਸਕ੍ਰਿਪਟ ਹੈ। ਉਹਦੇ ਗੁਰਬਾਣੀ ਗ੍ਰਾਮਰ ਦੇ ਵਿੱਚੋਂ ਤੁਹਾਨੂੰ ਕਾਫੀ ਕੁਝ ਇਹਦੀ ਸਮਝ ਆ ਜਾਏਗੀ। ਗੁਰੂ ਪਾਤਸ਼ਾਹ ਨੇ ਵਰਤੀ ਹੋਈ ਲਿਖਣ ਦਾ ਤਰੀਕਾ ਉਹ ਹੈ ਗੁਰਮੁਖੀ। ਠੀਕ ਹੈ ਜੀ। ਉਹਦੇ 'ਚ ਬੇਸਿਕ ਬੋਲੀ ਪੰਜਾਬੀ ਸਾਡੀ ਆਪਣੀ ਮਾਂ ਬੋਲੀ ਹੈ, ਪਰ ਗੁਰੂ ਗ੍ਰੰਥ ਸਾਹਿਬ 'ਚ ਵੱਖ-ਵੱਖ ਬੋਲੀਆਂ ਨੇ। ਠੀਕ ਹੈ ਜੀ। ਮੌਲਿਕ ਸ਼ਬਦ ਹੁੰਦਾ ਹੈ ਜਿਹਨੂੰ ਸਟੈਂਡਰਡ ਕਹਿੰਦੇ ਆ ਪੰਜਾਬੀ ਦਾ। ਜਿਵੇਂ ਇੱਕ ਸ਼ਬਦ ਹੈ ਕੰਧ ਸ਼ਬਦ ਪੰਜਾਬੀ ਦਾ ਆਪਣਾ ਸ਼ਬਦ ਹੈ। ਕੰਧ ਸ਼ਬਦ ਇਹ ਹੋਰ ਕਿਸੇ ਵੀ ਲੈਂਗੁਏਜ ਵਿੱਚ ਤੁਹਾਨੂੰ ਨਹੀਂ ਮਿਲੇਗਾ। ਠੀਕ ਹੈ ਜੀ। ਤੱਤਾ, ਪਾਣੀ ਬੜਾ ਤੱਤਾ ਹੈ, ਇਹ ਪੰਜਾਬੀ ਦਾ ਆਪਣਾ ਸ਼ਬਦ ਹੈ। ਜਿਹੜੇ ਸਟੈਂਡਰਡ ਸ਼ਬਦ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇਹਨਾਂ ਦੀ ਪਹਿਚਾਣ ਤੁਹਾਨੂੰ ਕਰਦੇ ਰਹਿਣਾ ਪਵੇਗਾ, ਨਾਲ ਪਹਿਚਾਣ ਕਰਦੇ ਜਾਇਓ। ਦੂਸਰਾ ਸ਼ਬਦ ਹੁੰਦਾ ਜੀ, ਉਹਨੂੰ ਕਹਿੰਦੇ ਨੇ ਤਤਸਮ। ਤਤਸਮ ਹੁੰਦਾ ਹੈ ਇਨਹੈਰੀਟਿਡ ਫਰੋਮ ਅਨਦਰ ਲੈਂਗੁਏਜ। ਉਹ ਕਿਸੇ ਹੋਰ ਲੈਂਗੁਏਜ ਦੇ ਵਿੱਚੋਂ ਆਏ ਹੁੰਦੇ ਨੇ। ਉਹਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਸ ਲੈਂਗੁਏਜ ਦੇ ਵਿੱਚ ਜਿਸ ਤਰ੍ਹਾਂ ਦੀ ਮਾਤਰਾ ਲੱਗੀ ਹੋਏਗੀ ਉਹੀ ਪੰਜਾਬੀ ਵਿੱਚ ਲਾ ਦਿੱਤੀ ਜਾਂਦੀ ਹੈ, ਪਰ ਪੰਜਾਬੀ ਵਿੱਚ ਉਹਨੂੰ ਵਰਤਦੇ ਆ ਉਹ ਮਾਤਰਾ ਨਹੀਂ ਹੁੰਦੀ। ਜਿਵੇਂ ਮੈਂ ਇੱਕ ਸ਼ਬਦ ਤੁਹਾਨੂੰ ਦੇਵਾਂ, ਤੁਸੀਂ ਦੇਖਿਆ ਹੋਵੇਗਾ ਪੱਪਾ ਤੱਤੇ ਨੂੰ ਸਿਹਾਰੀ ਪੱਤ। ਠੀਕ ਹੈ ਜੀ। ਆਪਾਂ ਪੰਜਾਬੀ 'ਚ ਲਿਖਣਾ ਹੋਵੇ ਪੱਤ ਤਾਂ ਤੱਤੇ ਨੂੰ ਸਿਹਾਰੀ ਦੀ ਲੋੜ ਨਹੀਂ, ਪੱਪਾ ਤੱਤਾ ਪੱਤ ਆ ਜਾਏਗਾ। ਠੀਕ ਹੈ ਜੀ। ਪਰ ਕਿਉਂਕਿ ਇਹ ਇਨਹੈਰੀਟਿਡ ਸ਼ਬਦ ਹੈ, ਤਤਸਮ ਸ਼ਬਦ ਹੈ, ਹੋਰ ਭਾਸ਼ਾ 'ਚੋਂ ਆਇਆ ਹੋਇਆ, ਉੱਥੇ ਸਿਹਾਰੀ ਲੱਗੀ ਹੋਈ ਹੈ। ਗੁਰੂ ਸਾਹਿਬ ਨੇ ਉਸੇ ਤਰ੍ਹਾਂ ਹੀ ਐਕਸੈਪਟ ਕੀਤਾ ਹੈ, ਪੱਪਾ ਤੱਤੇ ਨੂੰ ਸਿਹਾਰੀ। ਇਸ ਤਰ੍ਹਾਂ ਦੇ ਸ਼ਬਦਾਂ ਦੀ ਤੁਹਾਨੂੰ ਪਹਿਚਾਣ ਕਰਨੀ ਪਵੇਗੀ। ਇਹ ਤਤਸਮ ਸ਼ਬਦ ਹੁੰਦੇ ਨੇ। ਇਸੇ ਤਰ੍ਹਾਂ ਸ਼ਬਦ ਹੈ ਹਾਹਾ ਰਾਰੇ ਨੂੰ ਸਿਹਾਰੀ ਹਰ। ਪੰਜਾਬੀ 'ਚ ਆਪਾਂ ਲਿਖਣਾ ਹੋਵੇ ਹਰ ਤਾਂ ਤੁਹਾਨੂੰ ਸਿਹਾਰੀ ਲਾਉਣ ਦੀ ਲੋੜ ਨਹੀਂ, ਪਰ ਇਹ ਕਿਉਂਕਿ ਹੋਰ ਭਾਸ਼ਾ 'ਚੋਂ ਆਇਆ ਤੇ ਉਹਨੂੰ ਤਤਸਮ ਦੇ ਰੂਪ ਵਿੱਚ ਲਿਆ ਉਸੇ ਤਰ੍ਹਾਂ ਹੀ, ਤੇ ਰਾਰੇ ਨੂੰ ਸਿਹਾਰੀ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਫਿਰ ਸ਼ਬਦ ਭਗਤੀ ਦੀ ਬਜਾਏ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਆਇਆ। ਭਗਤੀ ਦੀ ਬਜਾਏ ਇੱਕ ਸੋ ਪੁਰਖ ਦਾ ਸ਼ਬਦ ਹੈ ਨਾ, ਰਹਿਰਾ ਸਾਹਿਬ ਦੇ ਵਿੱਚ ਸੋ ਪੁਰਖ ਟਾਈਟਲ ਹੈ, ਉਹਦੇ 4 ਸ਼ਬਦ ਨੇ। ਉਹਦੇ ਵਿੱਚ ਤੁਸੀਂ ਦੇਖੋਗੇ ਇੱਕ ਪੰਕਤੀ ਆਉਂਦੀ ਹੈ ਤੇਰੀ ਭਗਤ ਤੇਰੀ ਭਗਤ। ਠੀਕ ਹੈ ਜੀ। ਇੱਕ ਪੰਕਤੀ ਹੁੰਦੀ ਤੇਰੇ ਭਗਤ ਤੇਰੇ ਭਗਤ। ਇਹ ਯਾਦ ਰੱਖਿਓ, ਜਿੱਥੇ ਭਗਤ ਜੀਵਨ ਹੈ ਉੱਥੇ ਤੱਤਾ ਮੁਕਤਾ ਹੋਏਗਾ, ਜਿੱਥੇ ਭਗਤੀ ਹੈ ਉੱਥੇ ਤੱਤੇ ਨੂੰ ਸਿਹਾਰੀ ਹੋਏਗਾ। ਪੰਜਾਬੀ ਵਿੱਚ ਭਗਤੀ ਜਿਹੜੀ ਹੈ ਤੱਤੇ ਨੂੰ ਬਿਹਾਰੀ ਨਾਲ ਆਉਂਦੀ ਹੈ, ਪਰ ਇਹ ਹੋਰ ਭਾਸ਼ਾ 'ਚੋਂ ਆਇਆ ਕਰਕੇ ਉਹਨੂੰ ਤਤਸਮ ਲਿਆ, ਇਹ ਸਿਹਾਰੀ ਨਾਲ ਹੀ ਆ ਰਿਹਾ। ਠੀਕ ਹੈ ਜੀ। ਓਕੇ। ਤੀਸਰਾ ਹੁੰਦਾ ਜੀ ਤਦਭਵ ਸ਼ਬਦ। ਤਦਭਵ ਹੁੰਦੇ ਇਨਹੈਰੀਟਿਡ ਨੇ, ਪਰ ਉਹ ਨਾਲ ਐਲਟਰਡ ਹੁੰਦੇ ਨੇ। ਇਨਹੈਰੀਟਿਡ ਐਂਡ ਐਲਟਰਡ। ਐਲਟਰਡ ਤੋਂ ਭਾਵ ਬਦਲ ਗਏ ਨੇ। ਉੱਥੇ ਕੁਝ ਹੋਰ ਸੀ, ਇੱਧਰ ਕੁਝ ਹੋਰ ਬਦਲ ਗਿਆ। ਉਹਦਾ ਬਦਲਵਾਂ ਰੂਪ ਉਹ ਗੁਰੂ ਗ੍ਰੰਥ ਸਾਹਿਬ 'ਚ ਦੇਖਿਓ। ਜਿਵੇਂ ਸ਼ਬਦ ਹੈ ਜੱਜੇ ਨੂੰ ਹੋੜਾ ਗੱਗੇ ਨੂੰ ਬਿਹਾਰੀ, ਜੋਗੀ ਹੈ ਨਾ, ਪਰ ਇਹ ਦੂਸਰੇ ਭਾਸ਼ਾਵਾਂ ਦੇ ਵਿੱਚ ਜੋਗੀ ਨਹੀਂ ਹੈ, ਉੱਥੇ ਯਈਏ ਦੇ ਨਾਲ ਹੈ ਯੋਗੀ। ਯੋਗੀ ਸ਼ਬਦ ਤੋਂ ਇਹ ਜਿਹੜਾ ਐਲਟਰਡ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੱਜੇ ਨਾਲ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਤੁਸੀਂ ਦੇਖਿਆ ਹੋਵੇਗਾ ਉਹਨਾਂ ਦੀ ਲੈਂਗੁਏਜ ਦੇ ਵਿੱਚ ਸ਼ਬਦ ਹੈ ਹਾਹੇ ਨੂੰ ਕੰਨਾ, ਜੱਜੇ ਪੈਰ ਬਿੰਦੀ ਰਾਰਾ, ਹਾਜ਼ਰ ਹਾਜ਼ਰ ਹਜ਼ੂਰ। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਹਾਦਰ ਹਦੂਰ, ਦੱਦਾ ਦੱਦੇ ਨਾਲ
ਇਨਹੈਰੀਟਡ ਵੀ ਹੈ, ਦੂਸਰੀ ਭਾਸ਼ਾ ਚੋਂ ਆਇਆ, ਨਾਲ ਐਲਟਰਡ ਵੀ ਹੈ, ਨਾਲ ਬਦਲ ਗਿਆ, ਉਹ ਬਦਲ ਕੇ ਇੱਥੇ ਆਇਆ। ਸ਼ਬਦ ਹੈ ਸੱਸੇ ਨੂੰ ਦਲੈਂਕੜ ਰਾਰਾ ਜੱਜਾ ਸੂਰਜ। ਸੂਰਜ ਪੰਜਾਬੀ ਦਾ ਸ਼ਬਦ ਨਹੀਂ ਹੈ ਜੀ। ਸੂਰਜ ਸ਼ਬਦ ਜਿਹੜਾ ਹੈ ਸੂਰਿਆ ਸ਼ਬਦ ਤੋਂ ਆਇਆ। ਸੱਸੇ ਨੂੰ ਦਲੈਂਕੜ ਰਾਰਾ ਯਈਆ, ਸੂਰਿਆ ਸ਼ਬਦ ਤੋਂ ਉਹ ਐਲਟਰਡ ਹੋ ਕੇ ਆਇਆ ਸੂਰਜ। ਇਹ ਅਕਸਰ ਹੁੰਦੇ ਨੇ, ਇਹ 3 ਬੇਸ ਨੇ। ਉਸ ਤੋਂ ਬਾਅਦ ਆਪਾਂ ਇਹਦੇ ਹੋਰ ਨੁਕਤੇ ਜਿਹੜੇ ਆ ਹਰ ਵਾਰ ਇੱਕ ਨੁਕਤਾ ਵਿਚਾਰਿਆ ਕਰਾਂਗੇ। ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ। ਤੁਸੀਂ ਬਹੁਤ ਵਾਰੀ ਸ਼ਬਦ ਸੁਣਿਆ ਹੋਵੇਗਾ, ਤੂੰ ਕਿਹੜੇ ਸ਼ਸ਼ੋ ਪੰਜ ਵਿੱਚ ਪਿਆ। ਸੁਣਿਆ ਨਾ, ਸ਼ਸ਼ੋ ਪੰਜ ਸ਼ਬਦ ਸੁਣਿਆ ਤੁਸੀਂ, ਕਿਹੜੇ ਸ਼ਸ਼ੋ ਪੰਜ ਵਿੱਚ ਪਿਆ। ਹੁਣ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਗਈ ਹੈ ਸ਼ਸ਼ੋ ਪੰਜ ਮੀਨਸ ਡਬਲ ਮਾਈਂਡਡ, ਸਮਝ ਤਾਂ ਆ ਗਈ ਹੈ। ਪਰ ਤੁਸੀਂ ਕਦੀ ਕਿਸੇ ਡਿਕਸ਼ਨਰੀ 'ਚ ਲਿਖਿਆ ਦੇਖਿਆ ਸ਼ਸ਼ੋ ਪੰਜ? ਨਹੀਂ, ਕਿਤੇ ਲਿਖਿਆ ਦੇਖਿਆ ਨਹੀਂ ਹੋਏਗਾ। ਫਿਰ ਆਇਆ ਕਿੱਥੋਂ ਹੈ? ਇਹ ਵੀ ਇਨਹੈਰੀਟਡ ਐਂਡ ਐਲਟਰਡ ਹੈ। ਨੋਟ ਕਰਿਓ, ਜਦੋਂ ਅੰਗਰੇਜ਼ ਬ੍ਰਿਟਿਸ਼ ਗਵਰਨਮੈਂਟ ਈਸਟ ਇੰਡੀਆ ਕੰਪਨੀ ਦੇ ਥਰੂ ਇੰਡੀਆ ਵਿੱਚ ਜਾਂਦੀ ਹੈ, ਹੌਲੀ ਹੌਲੀ ਪਹਿਲਾਂ ਇੰਡੀਆ ਗੇਟ ਬੰਬੇ ਵਾਲੇ ਪਾਸੋਂ ਐਂਟਰ ਹੁੰਦੇ ਨੇ, ਫਿਰ ਪੰਜਾਬ 'ਚ ਪਹੁੰਚਦੇ ਨੇ। ਜਦੋਂ ਪੰਜਾਬ 'ਚ ਪਹੁੰਚਦੇ ਨੇ, ਤੁਸੀਂ ਦੇਖਿਆ ਜਿਹੜਾ ਬੰਦਾ ਬਿਲਕੁਲ ਪੰਜਾਬ ਵਿੱਚ ਰਹਿ ਰਿਹਾ ਅੱਜ ਵੀ, ਉਹਨੂੰ ਗੋਰਿਆਂ ਦਾ ਐਕਸੈਂਟ ਸਮਝਣਾ ਬਹੁਤ ਔਖਾ ਹੈ ਨਾ। ਇਹ ਸ਼ਬਦ ਵਰਤਦੇ ਸੀ ਸ਼ਸ਼ਪੰਜ, ਸਸਪੈਂਸ ਸ਼ਬਦ ਵਰਤਦੇ ਸੀ, ਸਸਪੈਂਸ। ਤੇ ਸਾਡੇ ਬਜ਼ੁਰਗਾਂ ਨੂੰ ਸਸਪੈਂਸ ਇੰਦਾ ਲੱਗਦਾ ਸੀ ਵੀ ਇਹ ਸ਼ਸ਼ੋ ਪੰਜ ਕਹਿੰਦੇ ਨੇ। ਇਹ ਸਸਪੈਂਸ ਤੋਂ ਹੈਰੀਟਡ ਹੋ ਕੇ, ਅਲਟਰਡ ਹੋ ਕੇ ਇਹ ਸ਼ਸ਼ੋ ਪੰਜ ਬਣਿਆ ਹੋਇਆ ਹੈ। ਸ਼ਸ਼ੋ ਪੰਜ ਸ਼ਬਦ ਨਹੀਂ ਹੈ, ਕਿਤੇ ਵੀ ਨਹੀਂ ਹੈ, ਪਰ ਇਹਦੇ ਅਰਥ ਸਸਪੈਂਸ ਹੀ ਹੈ। ਸਸਪੈਂਸ ਦੁਬਿਧਾ ਦੇ ਵਿੱਚ, ਡਬਲ ਮਾਈਂਡਡ। ਇਸ ਲਈ ਇਹ 3 ਤਰ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਗੁਰਬਾਣੀ ਗ੍ਰਾਮਰ ਦਾ ਬੇਸਿਕ ਨੁਕਤਾ ਹੈ। ਅਗਲੀ ਵਾਰ ਆਪਾਂ ਕਰ ਲਾਂਗੇ, ਜਾਂ ਆਪਾਂ ਅੱਜ ਵੀ ਉਹਨੂੰ ਕਰ ਸਕਦੇ ਹਾਂ, ਕਿਉਂਕਿ ਛੋਟਾ ਜਿਹਾ ਨੁਕਤਾ ਹੈ, ਉਹ ਹੈ ਅਦਕ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਵਿੱਚ ਕਿਤੇ ਵੀ ਅਦਕ ਨਹੀਂ ਲੱਗਿਆ ਹੋਇਆ, ਠੀਕ ਹੈ ਜੀ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਨਹੀਂ ਮਾਤਰਾ ਲੱਗੀ ਹੋਈ ਤਾਂ ਕੀ ਬੁਲਾਉਣੀ ਹੈ ਕਿ ਨਹੀਂ ਬੁਲਾਉਣੀ? ਤਾਂ ਤੁਹਾਨੂੰ ਅਦਕ ਬੁਲਾਉਣਾ ਹੀ ਪਵੇਗਾ। ਮੈਂ ਇੱਕ ਉਦਾਹਰਨ ਦੇਵਾਂ, ਕੱਕੇ ਨੂੰ ਔਂਕੜ, ਚੱਚਾ, ਜੱਜੇ ਨੂੰ ਬਿਹਾਰੀ। ਹੁਣ ਇਹਦੇ ਤੇ ਜੇ ਚੱਚੇ ਤੇ ਅਦਕ ਨਹੀਂ ਲਾਉਂਗੇ ਤਾਂ ਇਹ ਕੀ ਬਣ ਗਿਆ? ਕੁਚ ਜੀ, ਕੁਚ ਜੀ। ਫਿਰ ਇਹ ਸੱਸੇ ਨੂੰ ਔਂਕੜ, ਚੱਚਾ, ਜੱਜੇ ਨੂੰ ਬਿਹਾਰੀ, ਸੁੱਚ ਜੀ। ਪਰ ਉੱਥੇ ਕੀ ਪੜਨਾ ਪਵੇਗਾ? ਕੁਚਜੀ, ਸੁਚਜੀ। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਦਕ ਸ਼ਬਦ ਦੀ ਵਰਤੋਂ ਨਹੀਂ, ਪਰ ਬਹੁਤ ਸਾਰੇ ਥਾਵਾਂ ਤੇ ਅਦਕ ਤੁਹਾਨੂੰ ਕੋਲੋਂ ਲਾਉਣਾ ਪਵੇਗਾ। ਇੱਕ ਸ਼ਬਦ ਹੈ ਪੱਪੇ ਨੂੰ ਸਿਹਾਰੀ, ਤੱਤੇ ਨੂੰ ਕੰਨਾ। ਇੱਕ ਤਾਂ ਹੋ ਗਿਆ ਫਾਦਰ, ਪੱਪੇ ਨੂੰ ਸਿਹਾਰੀ, ਤੱਤੇ ਨੂੰ ਕੰਨਾ, ਕੀ ਬਣ ਗਿਆ? ਪਿਤਾ। ਇੱਕ ਗੁਰੂ ਸਾਹਿਬ ਦੀ ਬਾਣੀ ਅੰਦਰ ਹਿਰਦੇ ਨੂੰ ਕਈ ਥਾਵਾਂ ਤੇ ਪਿਤਾ ਲਿਖਿਆ ਹੋਇਆ, ਪਿਤਾ। ਗੁਰਦਾਸ ਜੀ ਨੇ ਵੀ ਪਿਤਾ ਸ਼ਬਦ ਵਰਤਿਆ ਹੋਇਆ, ਪਰ ਉੱਥੇ ਅਦਕ ਨਹੀਂ ਲੱਗਿਆ ਹੋਇਆ। ਪੱਪੇ ਨੂੰ ਸਿਹਾਰੀ, ਤੱਤੇ ਨੂੰ ਕੰਨਾ। ਇਹ 2 ਬੇਸਿਕ ਨੁਕਤੇ ਗੁਰਬਾਣੀ ਗ੍ਰਾਮਰ ਦੇ। ਗੁਰਬਾਣੀ ਗ੍ਰਾਮਰ ਇੱਕ ਐਸੀ ਹੈ, ਜਦੋਂ ਤੁਸੀਂ ਪੁਆਇੰਟ ਬਾਈ ਪੁਆਇੰਟ ਇਹਨੂੰ ਸਮਝੋਗੇ ਨਾ, ਤੁਹਾਨੂੰ ਇਹਦੇ ਚੋਂ ਇੰਨੀਆਂ ਚੀਜ਼ਾਂ ਲੱਭਣਗੀਆਂ। ਹਰ ਗੁਰੂ ਕਾ ਗੁਰਸਿੱਖ ਜਦੋਂ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਪੜ੍ਹੇ, ਨੰਬਰ 1 ਤਾਂ ਉਹਦੇ 'ਚ ਪਤਾ ਲੱਗ ਜਾਵੇ ਗੁਰੂ ਸਾਹਿਬ ਕਹਿ ਕੀ ਰਹੇ ਨੇ। ਨੰਬਰ 2, ਆਪਣੇ ਲਾਈਫ ਨਾਲ ਉਹਨੂੰ ਰੈਲੇਵੈਂਟ ਕਰਕੇ ਦੇਖ ਸਕੇ ਕਿ ਮੈਂ ਇਸ ਨੂੰ ਕਿੱਦਾਂ ਜਿਉਣਾ ਹੈ। ਇਹ ਸੀ ਆਪਣੇ ਅੱਜ ਦੇ 3 ਟੌਪਿਕਸ। ਵਾਹਿਗੁਰੂ ਜੀ ਫਤਿਹ ਜੀ। ਬਹੁਤ ਵਧੀਆ ਲੱਗੇ ਜੀ ਕਲਾਸ, ਅਤੇ ਬਹੁਤ ਬਹੁਤ ਧੰਨਵਾਦ ਭਾਈ ਰਾਮ ਸਿੰਘ ਹੋਣਾ ਦਾ, ਜੋ ਬਹੁਤ ਵਧੀਆ ਉਪਰਾਲਾ ਕਰ ਰਹੇ ਆ, ਜਿੱਥੇ ਸਾਨੂੰ ਵੱਡਿਆਂ ਨੂੰ ਸਿਖਲਾ ਰਹੇ, ਨਾਲ ਬੱਚਿਆਂ ਦੀਆਂ ਕਲਾਸਾਂ ਲੈ ਰਹੇ ਹੈ। ਇਹਨਾਂ ਦੇ ਬਹੁਤ ਬਹੁਤ ਧੰਨਵਾਦ ਵੀ ਕਹਿੰਦੇ, ਬਹੁਤ ਵਧੀਆ ਲੱਗਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਮੇਸ਼ਾ ਹੀ ਤਰ੍ਹਾਂ ਪਿਛਲੀ ਵਾਰੀ ਵੀ ਕਾਫੀ ਚੰਗਾ ਲੱਗਿਆ। ਈਵਨ ਬੱਚੇ ਵੀ ਕਹਿੰਦੇ ਅਸੀਂ ਕਲਾਸ 'ਚ ਬੈਠਣਾ ਹੈਗਾ। ਆਪਾਂ ਸਾਰੇ ਬੈਠ ਕੇ ਕਿਵੇਂ ਸੁਣ ਰਹੇ ਸੀਗੇ, ਐਂਡ ਪਤਾ ਹੀ ਨਹੀਂ ਚੱਲਿਆ ਕਿ ਟਾਈਮ ਖਤਮ ਹੋ ਰਿਹਾ। ਏਦਾਂ ਸੀਗਾ ਕਿ ਆਪਾਂ ਚੱਲਦੇ ਹੀ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਸਾਨੂੰ ਬੁੜਿਆਂ ਨੂੰ ਪੜਾਉਣ ਲੱਗ ਪਏ। ਵਾਹਿਗੁਰੂ ਵਾਹਿਗੁਰੂ ਦੀ ਵਾਹਿਗੁਰੂ। ਆਪਾਂ ਸਾਰੇ ਹੀ ਸਿੱਖ ਰਹੇ ਹਾਂ ਜੀ, ਨਾਲ ਸਾਨੂੰ ਵੀ ਕੁਝ ਮਿਲਿਆ। ਬਹੁਤ ਕਿਰਪਾ। ਅਸੀਂ ਤਾਂ ਪਹਿਲਾਂ ਹੀ ਤੁਹਾਡੇ ਰਿਣੀ ਆ। ਵਾਹਿਗੁਰੂ ਤੁਹਾਡਾ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਸਾਨੂੰ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ। ਬੱਚੇ ਵੀ ਕੋਲੇ ਬੈਠ ਕੇ ਬਹੁਤ ਜ਼ਿਆਦਾ, ਮੇਰੇ ਨੂੰ ਵੀ ਜ਼ਿਆਦਾ ਬੱਚੇ ਲਰਨ ਕਰਦੇ ਆ। ਸ਼ੁਕਰ ਜੀ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਸ਼ੁਕਰ ਜੀ, ਥੈਂਕਸ ਵੀਰ ਜੀ ਤੁਹਾਡਾ। ਧੰਨਵਾਦ ਤੁਹਾਡਾ ਜੀ। ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਕਾਲ ਜੀ। ਮੈਂ ਤਾਂ ਕਹਿੰਦਾ ਕਿਰਪਾ ਹੋਈ ਆ ਜੀ, ਉਡੀਕਦੇ ਸੀ, ਲੱਭੀ ਜਾਂਦੇ ਸੀ,
ਕਦੇ ਕਿਤੋਂ ਤੇ ਉਹ ਬਸ ਮੇਰੇ ਮੈਡਮ ਨਵਲੀਨ ਜੀ ਕਹਿੰਦੇ ਇੱਥੋਂ ਆਜੋ ਕਲਾਸ ਜੁਆਇਨ ਕਰਾ ਦਈਏ ਤੇ ਗੁਰੂ ਦੀ ਕਿਰਪਾ ਹੋ ਗਈ ਜੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ। ਮੈਨੂੰ ਬਹੁਤ ਚੰਗਾ ਲੱਗਾ ਜਿੱਦਾਂ ਕਿ ਤੁਸੀਂ ਹੌਲੀ ਹੌਲੀ ਟੌਪਿਕ ਲੈ ਕੇ ਜਿੱਦਾਂ ਆਰਾਧਨਾ ਦਾ ਮਤਲਬ ਦੱਸਿਆ, ਇਹ ਸਾਨੂੰ ਭੁੱਲਣਾ ਨਹੀਂ। ਵਾਹਿਗੁਰੂ। ਦੂਸਰਾ, ਤੁਸੀਂ ਜਿਹੜਾ ਨਾਲ ਗੁਰਬਾਣੀ ਨੂੰ ਸ਼ੁਰੂ ਕੀਤਾ, ਸਿਹਾਰੀ ਆਉਂਦੀ ਆ, ਉਹਦਾ ਕਿੱਥੋਂ ਆਈ, ਕਿੱਦਾਂ ਉਹਦਾ ਅਸੀਂ ਉਚਾਰਨ ਕਰਨਾ ਜਾਂ ਅੱਧ ਕਿੱਥੇ ਲਾਉਣਾ, ਇਹ ਹੌਲੀ ਹੌਲੀ ਵਿਚਾਰ ਜਿਹੜੀ ਜਿੱਦਾਂ ਤੁਸੀਂ ਬਿਲਡ ਸਲੋਲੀ ਕਰਦੇ ਆ, ਮੈਨੂੰ ਇਹਦੇ ਲਈ ਬਹੁਤ ਤੁਹਾਡਾ ঋਣੀ ਆ। ਮੈਂ ਤੁਹਾਡਾ ਬਹੁਤ ਸੋਹਣਾ ਲੱਗਾ ਜੀ। ਇਦਾਂ ਕਲਾਸ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਵੀ ਬਹੁਤ ਬੇਨਤੀ ਅੱਗੇ ਵਾਸਤੇ ਵੀ ਇਸ ਤਰ੍ਹਾਂ ਕਲਾਸ ਲਾਉਂਦੇ ਰਹਿਣ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਬੱਚੇ ਵੀ ਲਾ ਰਹੇ ਨੇ ਸਵੇਰ ਵੇਲੇ ਕਲਾਸ 12:30 ਵਾਲੀ ਕਲਾਸ। ਇਸ ਤਰ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਲਾਸ ਲਾਉਂਦੇ ਰਹਿਣ। ਮੈਂ ਸੁਖਜਿੰਦਰ ਹੈ ਜੀ, ਮਾਈਸੈਲਫ ਸੁਖਜਿੰਦਰ ਸਿੰਘ ਹੈ ਜੀ, ਕੈਲਗਰੀ ਤੋਂ ਆ ਜੀ ਮੈਂ। ਅੱਛਾ, ਠੀਕ ਹੈ ਜੀ। ਕੈਲਗਰੀ ਤੋਂ ਮੈਂ ਤੁਹਾਨੂੰ ਕੱਲ ਮੇਰਾ ਖਿਆਲ ਪਰਸੋਂ ਕਿਹਾ ਸੀ ਮੇਰਾ ਐਡ ਕਰ ਦਿਓ, ਮੈਨੂੰ ਮੈਸੇਜ ਆ ਗਿਆ ਸੀ। ਠੀਕ ਹੈ ਜੀ ਮਹਾਰਾਜ ਜੀ, ਤੁਸੀਂ ਆਪਣੀ ਕਲਾਸ ਬਾਰੇ ਆਪਣੇ ਵਿਚਾਰ ਦਿਓ ਜੀ। ਹਾਂਜੀ, ਮੈਂ ਲਰਨ ਕਰ ਰਿਹਾ ਜੀ, ਮੈਂ 10 ਸਾਲ ਦੀ ਉਮਰ ਹੈ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਖੁਸ਼ੀ ਹੋਈ, ਮੈਨੂੰ ਬੜਾ ਸਿੱਖਣ ਨੂੰ ਮਿਲ ਰਿਹਾ। ਮੈਂ ਤਾਂ ਲੱਭਦਾ ਸੀ ਇਹੋ ਜਿਹਾ ਮੌਕਾ ਮਿਲੇ ਕਿਤੇ ਜ਼ਿੰਦਗੀ 'ਚ ਕੁਛ ਸਿੱਖ ਸਕੀਏ, ਜ਼ਿੰਦਗੀ 'ਚ ਕੁਛ ਕਮਾ ਸਕੀਏ। ਤੇ ਮੈਂ ਸਾਰੀ ਸੰਗਤ ਦਾ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਮਹਾਰਾਜ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫ਼ਤੇ ਆਪਾਂ ਫਿਰ ਮਿਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।